ਸੋ एवरीवन ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਰਵਨੀਤ ਕੌਰ ਹੈ ਤੇ ਮੈਂ ਇੱਕ ਬਿਟਕੋਇਨ ਪ੍ਰਚਾਰਕ ਹਾਂ ਤੇ ਬਿਟਕੋਇਨ ਦੇ ਵਿੱਚ ਕੁਝ ਸਾਲਾਂ ਤੋਂ ਹਾਂ ਤੇ ਬਿਟਕੋਇਨ ਪੰਜਾਬ ਅਸੀਂ ਹਰ ਹਫਤੇ ਇਵੈਂਟਸ ਲਾਈਵ ਚਲਾਉਂਦੇ ਹਾਂ ਕਲੱਬ ਹਾਊਸ ਤੇ ਅਸੀਂ ਗੱਲਾਂ ਕਰਨੇ ਆ ਡਿਫਰੈਂਟ ਟੌਪਿਕਸ ਦੀ ਬਿਟਕੋਇਨ ਦੇ ਬਾਰੇ ਬਲੌਕਚੇਨ ਦੇ ਬਾਰੇ ਆਲ ਜਿਹੜੇ ਟੌਪਿਕਸ ਜਿਹੜੇ ਬੜੇ ਪੋਪੂਲਰ ਨੇ ਬਟ ਆਲਸੋ ਟੈਕਨੀਕਲ ਨੇ ਜਿਹੜਾ ਪੰਜਾਬੀ ਦੇ ਵਿੱਚ ਇਨਫੋਰਮੇਸ਼ਨ ਨਹੀਂ ਹੁੰਦੀ ਅਵੇਲੇਬਲ ਸੋ ਐਵਰੀ ਵੀਕ ਅਸੀਂ ਇੱਕ ਨਵਾਂ ਟੌਪਿਕ ਦੇ ਉੱਤੇ ਡਿਸਕਸ ਕਰਨੇ ਆ ਐਂਡ ਸੋ ਫਾਰ ਅਸੀਂ ਡਿਸਕਸ ਕੀਤਾ ਬਿਟਕੋਇਨ ਕੀ ਹੈ ਬਲੌਕਚੇਨ ਕੀ ਹੈਗਾ ਹੈ ਬਿਟਕੋਇਨ ਮਾਈਨਿੰਗ ਕਿਵੇਂ ਕੰਮ ਕਰਦੀ ਹੈ ਸੋ ਗਾਇਜ਼ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਆਲਰੇਡੀ ਰੈਗੂਲਰਲੀ ਇਹ ਇਵੈਂਟ ਤੁਸੀਂ ਸਾਡੇ ਨਾਲ ਜੁੜਦੇ ਹੋ then please share this with your friends ਤੇ ਟਵਿੱਟਰ ਦੇ ਉੱਤੇ ਵੀ ਪਲੀਜ਼ ਇਹਨੂੰ ਇਵੈਂਟ ਨੂੰ ਜ਼ਰੂਰ ਸ਼ੇਅਰ ਕਰੋ ਤਾਂ ਕਿ ਇਹ ਜਿਹੜੇ ਇੰਪੋਰਟੈਂਟ ਨੇ ਟੈਕਨੀਕਲ ਟੌਪਿਕਸ ਹੁੰਦੇ ਨੇ ਇਹ ਜੇ ਤੁਸੀਂ ਕੋਈ ਆਰਟੀਕਲ ਪੜ੍ਹ ਰਹੇ ਹੋ ਜਾਂ ਤੁਸੀਂ ਕੋਈ ਵੀਡੀਓ ਵੇਖ ਰਹੇ ਹੋ ਇੰਨੀ ਆਸਾਨੀ ਨਾਲ ਗ੍ਰਾਸਪ ਨਹੀਂ ਹੁੰਦੇ ਸੋ ਡੈਫੀਨੇਟਲੀ ਇਹ ਡਿਸਕਸ਼ਨ ਦੇ ਨਾਲ ਹੀ ਜ਼ਿਆਦਾ ਸਮਝ ਆਉਂਦੇ ਨੇ ਸੋ that would be amazing ਤੇ ਤੁਸੀਂ ਸਾਨੂੰ ਟਵਿੱਟਰ ਤੇ ਵੀ ਫੋਲੋ ਕਰ ਸਕਦੇ ਹੋ ਮੇਰਾ ਟਵਿੱਟਰ ਮੇਰੇ ਨਾਲ ਪ੍ਰੋਫਾਈਲ ਦੇ ਨਾਲ ਹੀ ਜੁੜਿਆ ਹੋਇਆ ਹੈ ਤੇ ਤੁਸੀਂ ਟਵਿੱਟਰ ਦੇ ਵਿੱਚ ਮੇਰੇ ਜਾ ਕੇ ਯੂ ਕੈਨ ਤੁਸੀਂ ਮੇਰੇ ਬਾਇਓ ਦੇ ਵਿੱਚ ਵੇਖ ਸਕਦੇ ਹੋ ਬਿਟਕੋਇਨ ਪੰਜਾਬ ਹੈਗਾ ਟਵਿੱਟਰ ਤੇ ਤੁਸੀਂ ਸਾਨੂੰ ਉੱਥੇ ਫੋਲੋ ਕਰ ਸਕਦੇ ਹੋ ਅਸੀਂ ਉੱਥੇ ਆਡੀਓ ਕਲਿੱਪਸ ਪੋਸਟ ਕਰਨੇ ਆ ਇਸ ਇਵੈਂਟ ਦੀ ਅਸੀਂ ਉਹਦੇ ਵਿੱਚ ਆਰਟੀਕਲਸ ਵੀ ਹਰ ਹਫਤੇ ਇੰਗਲਿਸ਼ ਤੇ ਪੰਜਾਬੀ ਵਿੱਚ ਪੋਸਟ ਕਰਨੇ ਆ and yeah so with that ਨਾਲ ਮੇਰੇ co-host ਹੈਗੇ ਨੇ ਰਜਵਿੰਦਰ ਜੀ ਤੇ ਜੀਤ both of them experts in the area bitcoin ਦੇ ਵਿੱਚ ਕਾਫੀ ਸਾਲਾਂ ਤੋਂ ਨੇ ਤੇ ਜੇ ਤੁਸੀਂ ਸਾਡੇ ਨਾਲ ਹਰ ਹਫਤੇ ਜੁੜ ਰਹੇ ਹੋ ਤੇ ਤੁਸੀਂ ਉਹਨਾਂ ਦੇ ਵੀ ਵਿਚਾਰ ਸੁਣੇ ਹੋਣਗੇ ਤੇ ਉਹਨਾਂ ਨੂੰ ਕਲੱਬ ਹਾਊਸ ਦੇ ਵਿੱਚ ਤੁਸੀਂ ਡਿਫਰੈਂਟ ਰੂਮਸ ਦੇ ਵਿੱਚ ਵੀ ਵੇਖਿਆ ਹੋਵੇਗਾ ਸੋ ਗਾਇਜ਼ ਅੱਜ ਦਾ ਟੌਪਿਕ ਬਹੁਤ ਇੰਟਰਸਟਿੰਗ ਹੈਗਾ ਹੈ ਬਿਕੋਜ਼ ਅੱਜ ਦਾ ਜਿਹੜਾ ਟੌਪਿਕ ਹੈ ਇਹ ਗੱਲ ਕਰਦਾ ਹੈ ਕਿ ਬਿਟਕੋਇਨ ਦਾ ਜਿਹੜਾ ਸਾਰਾ ਸਿਸਟਮ ਹੈ ਇਹਦਾ ਜਿਹੜਾ ਸਾਰਾ ਪ੍ਰੋਟੋਕਾਲ ਹੈ ਉਹ ਕਿਵੇਂ ਕੰਮ ਕਰਦਾ ਹੈ ਤੇ ਬਿਟਕੋਇਨ ਇੱਕ ਬਹੁਤ ਵੱਡਾ ਇੰਜਨ ਹੈ ਰਾਈਟ ਇਹੋ ਜਿਹਾ ਇੰਜਨ ਹੈਗਾ ਹੈ ਜਿਹਨੂੰ ਨਾ ਹੀ ਕੋਈ ਗਵਰਨਮੈਂਟ ਕੰਟਰੋਲ ਕਰਦੀ ਹੈ ਨਾ ਹੀ ਕੋਈ ਬੈਂਕ ਦੁਨੀਆ ਦਾ ਕੰਟਰੋਲ ਕਰਦਾ ਹੈ ਸੋ ਇਹਨੂੰ ਕੰਟਰੋਲ ਕਿਵੇਂ ਕੌਣ ਕਰਦਾ ਹੈ ਇਹ ਚੱਲ ਕਿਵੇਂ ਰਿਹਾ ਹੈ ਸਿਸਟਮ ਜੇ ਇਹਨੂੰ ਕੋਈ ਚਲਾ ਨਹੀਂ ਰਿਹਾ ਤੇ ਬਿਟਕੋਇਨ ਜਿਹੜਾ ਇੰਜਨ ਹੈ ਇਹ ਕਿਵੇਂ ਚੱਲ ਰਿਹਾ ਹੈ ਸੋ ਅੱਜ ਅਸੀਂ ਜਿਹੜਾ ਗੱਲ ਕਰਾਂਗੇ ਕਿ ਜਿਹੜਾ ਬਿਟਕੋਇਨ ਦਾ ਇੰਜਨ ਹੈ ਇਹਦੇ ਵਿੱਚ ਜਿਹੜੇ ਡਿਫਰੈਂਟ ਪਾਰਟਸ ਨੇ ਉਹ ਪਾਰਟਸ ਕੀ ਨੇ ਤੇ ਜੇ ਹੁਣ ਅਸੀਂ ਗੱਲ ਕਰੀਏ ਬਿਟਕੋਇਨ ਦੇ ਵਿੱਚ ਟ੍ਰਾਂਜੈਕਸ਼ਨਸ ਕਿਵੇਂ ਹੁੰਦੀਆਂ ਨੇ ਉਹ ਟ੍ਰਾਂਜੈਕਸ਼ਨਸ ਨੂੰ ਮੈਨੇਜ ਕੌਣ ਕਰ ਰਿਹਾ ਹੈ ਜੇ ਉਹਦੇ ਵਿੱਚ ਕੋਈ ਅਪਡੇਟਸ ਲੈ ਕੇ ਆਣੇ ਨੇ ਉਹ ਅਪਡੇਟਸ ਕਿਵੇਂ ਹੁੰਦੇ ਨੇ ਇਹ ਜਿਹੜਾ ਸਿਸਟਮ ਹੈ ਬਲੌਕਚੇਨ ਇਹ ਕਿਵੇਂ ਕੰਮ ਕਰਦਾ ਹੈ ਸੋ ਲੋਟਸ ਆਫ ਡਿਫਰੈਂਟ ਜਿਹੜੇ ਇਹਦੇ ਵਿੱਚ ਸਬ ਟੌਪਿਕਸ ਹੈਗੇ ਨੇ ਅਸੀਂ ਉਹਦੇ ਵਿੱਚ ਜਾਣਾ ਚਾਹੁੰਦੇ ਹਾਂ ਬਿਕੋਜ਼ ਤਾਂ ਕਿ ਤੁਸੀਂ ਵੀ ਥੋੜ੍ਹਾ ਇਹਦੇ ਬਾਰੇ ਸਮਝੋ ਕਿ ਬਿਟਕੋਇਨ ਇਜ਼ ਜਸਟ ਇਟਸ ਇੱਕ ਤਾਂ ਤੁਸੀਂ ਬਿਟਕੋਇਨ ਖਰੀਦ ਸਕਦੇ ਹੋ ਐਜ਼ ਸਟੋਰੇਜ ਆਫ ਵੈਲਿਊ ਐਜ਼ ਇਨਵੈਸਟਮੈਂਟ ਪਰ ਇਫ ਯੂ ਵਾਂਟ ਟੂ ਗੈਟ ਮੋਰ ਇਨਵੋਲਵਡ ਬਿਟਕੋਇਨ ਦੇ ਨਾਲ ਤੇ ਵਾਟ ਆਰ ਦ ਨੈਕਸਟ ਥਿੰਗਸ ਜਿਹੜੀਆਂ ਹੁੰਦੀਆਂ ਨੇ ਬਿਟਕੋਇਨ ਮਾਈਨਿੰਗ ਦੇ ਵਿੱਚ ਜਾਂ ਬਿਟਕੋਇਨ ਨੋਡਸ ਦੇ ਵਿੱਚ ਹਾਊ ਡੂ ਦੋਜ਼ ਡਿਫਰੈਂਟ ਪਾਰਟਸ ਵਰਕ within the bitcoin ਦਾ ਜਿਹੜਾ ਪ੍ਰੋਟੋਕਾਲ ਹੈਗਾ ਸੋ ਲੈਟਸ ਸਟਾਰਟ ਸੋ ਜਿਵੇਂ ਤੁਹਾਨੂੰ ਪਤਾ ਹੈ ਬਿਟਕੋਇਨ ਪੀਅਰ ਟੂ ਪੀਅਰ ਪੇਮੈਂਟ ਨੈਟਵਰਕ ਹੈਗਾ ਇਹ ਸਹਿਯੋਗੀ ਟੂ ਸਹਿਯੋਗੀ ਪੇਮੈਂਟ ਨੈਟਵਰਕ ਹੈ ਇਹਨੂੰ ਕੋਈ ਥਰਡ ਪਾਰਟੀ ਨਹੀਂ ਚਲਾਉਂਦੀ ਇਹ ਪੇਮੈਂਟਸ ਨੂੰ ਕੋਈ ਥਰਡ ਪਾਰਟੀ ਫੈਸਿਲਿਟੇਟ ਨਹੀਂ ਕਰਦੀ ਤੇ ਇਹਦੇ ਵਿੱਚ ਜਿਹੜੀਆਂ ਅੱਜ ਅਸੀਂ ਸਬ ਟੌਪਿਕਸ ਦੇ ਬਾਰੇ ਗੱਲਾਂ ਕਰਾਂਗੇ ਦੈਟ ਵਿਲ ਬੀ ਮੇਨਲੀ ਅਰਾਊਂਡ ਬਲੌਕਚੇਨ ਜਿਹੜੀ ਟੈਕਨੋਲੋਜੀ ਬਿਟਕੋਇਨ ਯੂਜ਼ ਕਰਦੀ ਹੈ ਵਿਕੇਂਦਰਿਤ ਚੱਲਣ ਲਈ ਤੇ ਦੈਨ ਵੀ ਵਿਲ ਗੋ ਇਨਟੂ ਨੋਡਸ ਕਿ ਨੋਡਸ ਕਿਵੇਂ ਕੰਮ ਕਰਦੇ ਨੇ ਨੋਡਸ ਹੁੰਦੇ ਕੀ ਨੇ ਤੁਸੀਂ ਆਪਣਾ ਨੋਡ ਕਿਵੇਂ ਚਲਾ ਸਕਦੇ ਹੋ ਤੇ ਉਹਦੇ ਬਾਅਦ ਅਸੀਂ ਗੱਲਾਂ ਕਰਾਂਗੇ ਟ੍ਰਾਂਜੈਕਸ਼ਨਸ ਦੇ ਬਾਰੇ ਕਿ ਬਿਟਕੋਇਨ ਦੇ ਉੱਤੇ ਟ੍ਰਾਂਜੈਕਸ਼ਨਸ ਕਿਵੇਂ ਹੁੰਦੀਆਂ ਨੇ ਤੇ ਕਿਵੇਂ ਉਹ ਵੈਰੀਫਾਈ ਹੁੰਦੀਆਂ ਨੇ ਤੇ ਦੈਨ ਅਸੀਂ ਥੋੜ੍ਹਾ ਗੱਲ ਕਰ ਸਕਦੇ ਹਾਂ ਰਿਸਕਸ ਵਗੈਰਾ ਬਾਰੇ ਇਹਦੇ ਵਿੱਚ ਕੀ ਰਿਸਕਸ ਹੁੰਦੇ ਨੇ ਸਿਸਟਮ ਦੇ ਵਿੱਚ ਸੋ ਲੈਟਸ ਗੈਟ ਸਟਾਰਟਡ ਸਭ ਤੋਂ ਪਹਿਲਾਂ ਅਸੀਂ ਗੱਲ ਕਰਨੇ ਆ ਬਲੌਕਚੇਨ ਦੇ ਬਾਰੇ ਕਿ ਬਲੌਕਚੇਨ ਕੀ ਹੈਗਾ ਹੈ ਸੋ ਜਿਵੇਂ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਬਲੌਕਚੇਨ ਇੱਕ ਡਿਸਟ੍ਰੀਬਿਊਟਿਡ ਲੈਜਰ ਟੈਕਨੋਲੋਜੀ ਹੈਗੀ ਹੈ ਤੇ ਇਟਸ ਬੇਸਿਕਲੀ ਰਿਕਾਰਡਿੰਗ ਆਫ ਟ੍ਰਾਂਜੈਕਸ਼ਨਸ ਇਹਦੇ ਵਿੱਚ ਇਨਫੋਰਮੇਸ਼ਨ ਰਿਕਾਰਡ ਹੁੰਦੀ ਹੈ ਤੇ ਉਹ ਜਿਹੜੀ ਇਨਫੋਰਮੇਸ਼ਨ ਹੈ ਉਹ ਨਾ ਹੀ ਡੁਪਲੀਕੇਟ ਹੋ ਸਕਦੀ ਹੈ ਨਾ ਹੀ ਉਹਨੂੰ ਡਿਲੀਟ ਕੀਤਾ ਜਾ ਸਕਦਾ ਹੈ ਇਸ ਕਰਕੇ ਬਲੌਕਚੇਨ ਨੂੰ ਟਰੈਕਿੰਗ ਬੜੀ ਜਿਹੜੀ ਇੰਪੋਰਟੈਂਟ ਲਾਈਫ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ ਜਿਹਨੂੰ ਟਰੈਕ ਕਰਨਾ ਹੁੰਦਾ ਹੈ ਜਿਵੇਂ ਤੁਹਾਡੀ ਆਈਡੀ ਹੋ ਗਈ ਜਿਵੇਂ ਤੁਹਾਡਾ ਘਰ ਦੇ ਪੇਪਰਸ ਹੋ ਗਏ ਪ੍ਰੋਪਰਟੀ ਦੇ ਪੇਪਰਸ ਬੈਂਕ ਦੇ ਪੇਪਰਸ ਕਾਪੀਰਾਈਟਸ ਇੰਟੈਲੈਕਚੁਅਲ ਪ੍ਰੋਪਰਟੀ
ਪੇਟੈਂਟ ਹੋ ਗਿਆ ਕੋਈ। ਸੋ ਜਿਹੜੀ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਇਹਦੇ ਵਿੱਚ ਬਲੌਕਚੇਨ ਇਜ਼ ਵੈਰੀ ਗੁੱਡ ਬਿਕੋਜ਼ ਉਹ ਜਿਹੜੀ ਇਨਫੋਰਮੇਸ਼ਨ ਹੈ ਨਾ ਹੀ ਉਹ ਡਿਲੀਟ ਹੋ ਸਕਦੀ ਹੈ, ਨਾ ਹੀ ਉਹ ਡੁਪਲੀਕੇਟ ਹੋ ਸਕਦੀ ਹੈ। ਅਤੇ ਹੁਣ ਤੁਸੀਂ ਬਲੌਕਚੇਨ ਦੇ ਹੋਰ ਵੀ ਬਹੁਤ ਸਾਰੇ ਯੂਜ਼ ਕੇਸਿਸ ਵੇਖੇ ਹੋਣੇ ਆ, ਜਿਵੇਂ ਹੁਣ ਅਸੀਂ ਵੇਖ ਰਹੇ ਹਾਂ ਡੀਫਾਈ, NFTs, ਭਾਵੇਂ ਉਹਦੇ ਉੱਤੇ ਤੁਹਾਡੀ ਓਪੀਨੀਅਨਸ ਕਿਵੇਂ ਭਾਵੇਂ ਤੁਸੀਂ ਉਹਨੂੰ ਸਪੋਰਟ ਕਰੋ ਜਾਂ ਨਾ ਕਰੋ, ਬਟ ਉਹ ਅਸੀਂ ਯੂਜ਼ ਕੇਸਿਸ ਵੇਖ ਰਹੇ ਹਾਂ ਬਲੌਕਚੇਨ ਦੇ ਨਾਲ ਜਿਹੜੇ ਹੁਣ ਆ ਰਹੇ ਨੇ। ਸੋ ਮੇਬੀ ਜੀਤ, ਜੇ ਮੇਬੀ ਤੁਸੀਂ ਸਾਨੂੰ ਇਫ ਯੂ ਕੈਨ ਟੈਲ ਅਸ ਇਨ ਈਜ਼ੀ ਵਰਡਸ ਕਿ ਬਲੌਕਚੇਨ ਲਾਈਕ ਵਾਟ ਇਜ਼ ਬਲੌਕਚੇਨ ਤੇ ਵਾਈ ਇਜ਼ ਬਲੌਕਚੇਨ ਇੰਪੋਰਟੈਂਟ? Like ਜੇ ਤੁਹਾਡੇ supermarket ਹੈਗਾ ਹਨਾ, ਤੇ what do you call a notebook? ਦਫ਼ਤਰ, right? ਕਾਪੀ? Yeah, so ਜੇ ਤੁਸੀਂ supermarket ਤੁਹਾਡੇ local market ਤੇ ਜਾਂਦੇ ਆ ਹਨਾ, ਤੇ ਤੁਸੀਂ ਕੁਛ groceries ਲੈਂਦੇ ਆ ਹਨਾ, ਤੇ ਉਹ ਜਿਹੜਾ shopkeeper ਹੈਗਾ ਉਹ ਕਾਪੀ ਦੇ ਵਿੱਚ ਲਿਖਦਾ ਹੈਗਾ ਤੁਸੀਂ ਕਿੰਨੇ ਸਮਾਨ ਲਏ ਆ, ਕਿੰਨੇ ਪੈਸੇ ਵਾਸਤੇ ਲਏ ਆ ਹਨਾ, ਤੇ ਹਫ਼ਤੇ ਤੋਂ ਬਾਅਦ ਜਾਂ ਮਹੀਨੇ ਤੋਂ ਬਾਅਦ ਤੁਸੀਂ ਉਹਨੂੰ ਪੈਸੇ ਦਿੰਦੇ ਆ ਹਨਾ। ਪੁਰਾਣੇ ਦਿਨ ਦੇ ਵਿੱਚ ਐਵੇਂ ਚੱਲਦਾ ਸੀਗਾ। ਸੋ ਅਸੀਂ ਪੈਸੇ, ਕਈ ਚੀਜ਼ਾਂ ਐਵੇਂ ਚੱਲਦੇ ਹੈਗੇ ਆ, ਪਰ ਇਹਦਾ ਪ੍ਰੋਬਲਮ ਹੁੰਦਾ ਵੀ ਜੇ ਤੁਹਾਡੀ ਰਿਸੀਟ ਨਹੀਂ ਮਿਲਦੀ, ਤੁਸੀਂ ਆਪ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਜਿਹੜੀ ਚੀਜ਼ ਉਹ ਬੰਦਾ ਕਹਿੰਦਾ ਜੇ ਉਹ ਸਹੀ ਹੈਗੀ ਹੈ ਕਿ ਨਹੀਂ। ਸੋ ਕਈ ਚੀਜ਼ਾਂ ਐਵੇਂ ਹੈਗੀਆਂ ਜਿਵੇਂ ਤੇ ਲਾਈਕ ਜੇ ਇਕੱਲਾ ਇੱਕ ਨੋਡ ਹੈਗਾ, ਇੱਕ ਕਾਪੀ ਹੈਗਾ, ਫਿਰ ਜਿਹੜਾ ਬੰਦਾ ਉਹ ਕਾਪੀ ਨੂੰ ਕੰਟਰੋਲ ਕਰਦਾ, ਉਹ ਨੋਡ ਨੂੰ ਕੰਟਰੋਲ ਕਰਦਾ, ਉਹ ਦੂਜਿਆਂ ਨੂੰ ਧੱਕਾ ਕਰ ਸਕਦੇ ਆ। ਪਰ ਜੇ ਹਰ ਬੰਦੇ ਦੀ ਕਾਪੀ ਹੈਗੀ ਆ, ਫਿਰ ਕੋਈ ਇੱਕ ਦੂਜੇ ਨੂੰ ਧੱਕਾ ਨਹੀਂ ਕਰ ਸਕਦੇ। ਸੋ ਇਹ ਬਲਾਕਚੇਨ ਦਾ ਫਾਇਦਾ ਹੈਗਾ ਵੀ ਇਟਸ ਜਸਟ ਲਾਈਕ ਅ ਡੇਟਾਬੇਸ ਹੈ ਨਾ। ਸੋ ਡੇਟਾਬੇਸ ਹੁੰਦਾ, ਤੁਸੀਂ ਸੋਚ ਸਕਦੇ ਹੋ ਜੇ ਤੁਸੀਂ ਕਦੋਂ ਵੀ ਮਾਈਕਰੋਸਾਫਟ ਐਕਸੈਲ ਦੇਖਿਆ ਹੈਗਾ ਹੈ ਨਾ, ਮਾਈਕਰੋਸਾਫਟ ਐਕਸੈਲ ਦੇ ਵਿੱਚ ਤੁਸੀਂ ਚੀਜ਼ਾਂ ਲਿਖਦੇ ਆ ਹੈ ਨਾ ਕਿ ਕਿਹੜੇ ਬੰਦੇ ਦੇ ਕਿੰਨੇ ਪੈਸੇ ਹੈਗੇ ਆ, ਜਾਂ ਜੋ ਵੀ ਤੁਸੀਂ ਜਿਵੇਂ ਵੀ ਤੁਸੀਂ ਟਰੈਕ ਕਰਦੇ ਆ। ਜੇ ਤੁਸੀਂ ਟਰੱਕ ਚਲਾਉਂਦੇ ਤੁਸੀਂ ਟਰੈਕ ਕਰੋਗੇ ਵੀ ਕਿਹੜੇ ਟ੍ਰਿਪ ਤੇ ਕਿੰਨੇ ਗੈਸੋਲੀਨ ਦਾ ਖਰਚਾ ਕਿੰਨਾ ਲਿਆ ਸੀ ਹੈ ਨਾ। ਸੋ ਆਈ ਹੁੰਦਾ। ਸੋ ਇਟਸ ਲਾਈਕ ਹੁਣ ਬਲਾਕਚੇਨ ਦੇ ਨਾਲ ਹਰ ਬੰਦੇ ਦੀ ਆਪਦੀ ਐਕਸੈਲ ਸ਼ੀਟ ਹੁੰਦੀ ਆ, ਹਰ ਬੰਦਾ ਦੇਖ ਸਕਦਾ ਵੀ ਕਿਹਦੇ ਪੈਸੇ ਨੂੰ ਕਿੰਨੇ ਭੇਜਿਆ ਹੈ ਨਾ। ਸੋ ਜਿੰਨੇ ਵੀ ਬਿਟਕੋਇਨ ਹੈਗੇ ਆ, ਜਿਹੜੀ ਬਿਟਕੋਇਨ ਦੀ ਬਲਾਕਚੇਨ ਹੈ ਨਾ, ਹੁਣ ਜਦੋਂ ਤੁਹਾਡਾ ਬਿਟਕੋਇਨ ਨੋਡ ਹੁੰਦਾ, ਇਹਦਾ ਮਤਲਬ ਹੁੰਦਾ ਵੀ ਤੁਹਾਡੀ ਵੱਡੀ ਸਾਰੀ ਕਾਪੀ ਹੈਗੀ ਆ। 1 ਟੇਰਾਬਾਈਟ ਲੱਗਦਾ ਮੈਨੂੰ ਲੱਗਦਾ ਨੋਡ ਚਲਾਉਣ ਨੂੰ। ਸੋ 1 ਟੇਰਾਬਾਈਟ ਡਰਾਈਵ ਦੇ ਵਿੱਚ ਹਰ ਜਿੰਨੇ ਵੀ ਟ੍ਰਾਂਜੈਕਸ਼ਨ ਹੈਗੇ ਆ ਉਹ ਤੁਹਾਡੇ ਕਾਪੀ ਦੇ ਵਿੱਚ ਰੱਖੇ ਹੈਗੇ ਆ। ਸੋ ਇਹਦੇ ਬਹੁਤ ਫਾਇਦਾ ਹੈਗਾ। ਹੁਣ ਤੁਹਾਨੂੰ ਡਰ ਨਹੀਂ ਹੋਊਗਾ ਵੀ ਹੋਰ ਕਿਸੇ ਨੇ ਤੁਹਾਡੇ ਪੈਸੇ ਖੋਏ ਹੈਗੇ ਆ, ਜਾਂ ਕਿਸੇ ਨੇ ਤੁਹਾਡੇ ਨਾਲ ਧੱਕਾ ਕੀਤਾ ਹੈਗਾ ਪੈਸੇ ਪ੍ਰਿੰਟ ਕਰਨ ਦੇ ਨਾਲ। ਸੋ ਇਹ ਇਹਦਾ ਫਾਇਦਾ ਹੈਗਾ ਵੀ ਲਾਈਕ ਇਟਸ ਲਾਈਕ ਲਿਟਰਲੀ ਤੁਹਾਡੇ ਕਾਪੀ ਹੈਗੀ ਆ। ਰਜਵਿੰਦਰ, ਤੁਹਾਨੂੰ ਮੇਰੀ ਐਕਸਪਲੇਨੇਸ਼ਨ ਕਿਵੇਂ ਲੱਗੀ ਆ? ਨਹੀਂ, ਵਧੀਆ, ਸਹੀ ਗੱਲ ਹੈਗੀ ਹੈ। ਕਾਪੀ ਦੀ ਬਜਾਏ ਨਾ ਆਪਣੇ ਜਿਵੇਂ ਸ਼ਾਹੂਕਾਰਾਂ ਦੀ ਵਹੀ ਹੁੰਦੀ ਹੈ, ਵਹੀ ਖਾਤਾ, ਜਿੱਥੇ ਸਾਰੇ ਪੈਸਿਆਂ ਦਾ ਉਹ ਆਪਣਾ ਹਿਸਾਬ ਕਿਤਾਬ ਰੱਖਦੇ ਨੇਗੇ, ਉਹਨੂੰ ਅੰਗਰੇਜ਼ੀ 'ਚ ਆਪਾਂ ਕਹਿ ਦਿੰਦੇ ਨਾ ਲੈਜਰ। ਤੇ ਇਹ ਕੋਈ ਵੀ ਪੈਸੇ ਦਾ ਸਿਸਟਮ ਜਿਹੜਾ ਹੈਗਾ ਉਹ ਉਸ ਵਹੀ ਖਾਤੇ ਵਾਲੇ ਢੰਗ ਮੁਤਾਬਕ ਚੱਲਦਾ। ਖਾਤਾ ਨਹੀਂ ਕਹਾਂ, ਆਪਾਂ ਵਹੀ ਕਹਿ ਲਈਏ। ਵਹੀ ਉਹ ਚੀਜ਼ ਹੈ ਜਿਹੜੀ ਦੇ ਵਿੱਚ ਸਾਰੇ ਪੈਸੇ ਦਾ ਲੈਣ ਦੇਣ ਦਾ ਪੂਰਾ ਵੇਰਵਾ ਹੋਵੇ, ਪੂਰੀ ਡਿਟੇਲ ਰੱਖੀ ਹੋਵੇ। ਸੋ ਅਖੀਰ ਦੇ ਵਿੱਚ ਕੋਈ ਵੀ ਪੈਸੇ ਦਾ ਸਿਸਟਮ ਜਿਹੜਾ ਹੈਗਾ ਮੋਨੀਟਰੀ ਸਿਸਟਮ ਕੋਈ ਵੀ ਹੈਗਾ, ਉਹ ਇੱਕ ਵਹੀ ਹੈਗੀ ਹੈ, ਇੱਕ ਲੈਜਰ ਹੈਗੀ ਹੈ, ਜਿਹਦੇ ਵਿੱਚ ਇਹ ਚੀਜ਼ਾਂ ਦਰਜ ਕੀਤੀਆਂ ਜਾਂਦੀਆਂ, ਰਿਕਾਰਡ ਕੀਤੀਆਂ ਜਾਂਦੀਆਂ ਕਿ ਬਈ ਫਲਾਣੇ ਬੰਦੇ ਕੋਲ ਇੰਨੇ ਪੈਸੇ ਹੈਗੇ ਆ, ਢਿਮਕੇ ਕੋਲ ਇੰਨੇ ਹੈਗੇ ਆ, ਤੇ ਉਹਨੇ ਇਹਨੂੰ ਫਲਾਣੇ ਨੇ ਢਿਮਕੇ ਨੂੰ ਇੰਨੇ ਦਿੱਤੇ, ਤੇ ਉਹਦੇ ਵਿੱਚੋਂ ਫਲਾਣੇ ਦੇ ਖਾਤੇ 'ਚੋਂ ਘਟਾ ਕੇ ਤੇ ਢਿਮਕੇ ਦੇ ਖਾਤੇ 'ਚ ਵਧਾ ਦਿਓ। ਸੋ ਉਹ ਹੈਗਾ ਅਕਾਊਂਟ ਬੇਸਡ ਸਿਸਟਮ ਹੁੰਦਾ। ਇਹ ਜਿਵੇਂ ਬੈਂਕ ਵਗੈਰਾ ਕਰਦੇ ਨੇਗੇ। ਦੂਜਾ ਜਿਹੜਾ ਹੈਗਾ ਸਿਸਟਮ ਉਹ ਹੁੰਦਾ ਜਿਵੇਂ ਸੋਨੇ ਦਾ ਹੈਗਾ। ਹੁਣ ਸੋਨੇ ਦੀ ਕਿਸੇ ਨੂੰ ਵਹੀ ਨਹੀਂ ਰੱਖਣੀ ਪੈਂਦੀ, ਜਿਹਦੇ ਕੋਲੇ ਜਿੰਨਾ ਕੁ ਸੋਨਾ ਹੈਗਾ ਉਹਦੇ ਮੁਤਾਬਕ ਆਪਾਂ ਸਮਝ ਲੈਂਦੇ ਕਿ ਜੀ ਠੀਕ ਹੈ, ਇਸ ਬੰਦੇ ਕੋਲ ਇੰਨੀ ਕੁ ਦੌਲਤ ਹੈਗੀ ਹੈ। ਸੋ ਸੋਨਾ ਜਿਹੜਾ ਹੈਗਾ ਉਹ ਹੈਗਾ ਅੰਗਰੇਜ਼ੀ 'ਚ ਕਹਿੰਦੇ ਬੇਅਰਰ ਐਸੈਟ, ਕਿ ਜਿਹਦੇ ਹੱਥ 'ਚ ਹੈਗਾ ਉਹਨੂੰ ਕਿਸੇ ਹੋਰ ਥਰਡ ਪਾਰਟੀ ਵੱਲੋਂ ਕੋਈ ਇਜਾਜ਼ਤ ਦੀ ਜਾਂ ਕਿਸੇ ਕਿਸਮ ਦੇ ਪ੍ਰੂਫ ਦੀ ਲੋੜ ਨਹੀਂ ਹੈਗੀ, ਤੇ ਉਹਦੀ ਵੈਲਿਊ ਜਿਹੜੀ ਹੈਗੀ ਹੈ ਸੋਨੇ ਦੀ ਉਹਦੇ ਹੱਥ ਵਿੱਚ ਹੈਗੀ ਹੈ। ਉਸੇ ਤਰ੍ਹਾਂ ਬਿਟਕੋਇਨ ਦਾ ਜਿਹੜਾ ਸਿਸਟਮ ਹੈਗਾ ਕਿ ਜੇ ਤੁਹਾਡੇ ਕੋਲੇ ਬਿਟਕੋਇਨ ਹੈਗਾ ਤਾਂ ਉਹਦੇ ਵਿੱਚ ਇੱਕ ਵਾਰੀ ਬਲਾਕ ਚੇਨ ਦੇ ਵਿੱਚ ਵਹੀ ਦੇ ਵਿੱਚ ਤੁਸੀਂ ਪਰਖ ਕੇ ਦੇਖ ਲਿਆ, ਵੈਰੀਫਾਈ ਕਰ ਲਿਆ,
ਉਦੋਂ ਬਾਅਦ ਕਿਸੇ ਥਰਡ ਪਾਰਟੀ ਦੀ ਲੋੜ ਨਹੀਂ ਕਿ ਉਹ ਉਹਨਾਂ ਨੂੰ ਖਰਚਣ ਦੀ ਇਜਾਜ਼ਤ ਦੇਵੇ, ਠੀਕ ਹੈ। ਸੋ ਹੁਣ ਬਿਟਕੋਇਨ ਦਾ ਸਿਸਟਮ ਜਿਹੜਾ ਹੈਗਾ, ਸੋਨਾ ਤਾਂ ਚਲੋ ਠੀਕ ਹੈ ਤੁਹਾਡੇ ਕੋਲ ਫਿਜ਼ੀਕਲੀ ਹੱਥ ਵਿੱਚ ਹੋਏਗਾ ਸੋਨਾ, ਠੀਕ ਹੈ। ਬਿਟਕੋਇਨ ਦਾ ਕਿਵੇਂ ਹੋਏਗਾ ਪੈਸਾ ਤੁਹਾਡੇ ਕੋਲ ਹੱਥ ਵਿੱਚ ਬਿਨਾਂ ਕਿਸੇ ਖਾਤੇ ਦੇ? ਬਿਟਕੋਇਨ ਸਿਸਟਮ ਜਿਹੜਾ ਹੈਗਾ ਇਹਦਾ ਸਭ ਤੋਂ ਜ਼ਰੂਰੀ ਜਿਹੜੀ ਗੱਲ ਹੈਗੀ ਹੈ, ਬੁਨਿਆਦੀ ਗੱਲ ਜਿਹੜੀ ਸਮਝਣ ਵਾਲੀ ਹੈਗੀ ਹੈ, ਉਹ ਇਹ ਹੈਗੀ ਹੈ ਕਿ ਇਹਦੇ ਵਿੱਚ ਪੈਸਾ ਖਾਤਿਆਂ ਵਿੱਚ ਨਹੀਂ ਹੁੰਦਾ, ਉਹ ਅਨਸਪੈਂਟ ਟ੍ਰਾਂਜੈਕਸ਼ਨਸ ਵਿੱਚ ਹੁੰਦਾ ਹੈ। ਅਨਸਪੈਂਟ ਟ੍ਰਾਂਜੈਕਸ਼ਨ UTXO, ਅਨਸਪੈਂਟ ਟ੍ਰਾਂਜੈਕਸ਼ਨ ਆਊਟਪੁੱਟ ਐਕਚੁਅਲੀ। ਸੋ ਜਦੋਂ ਵੀ ਤੁਸੀਂ ਲਫ਼ਜ਼ ਸੁਣੋ UTXO, ਉਹਦਾ ਮਤਲਬ ਇਹ ਹੈ ਕਿ ਉਹ ਐਕਚੁਅਲ ਬਿਟਕੋਇਨ ਹੈਗਾ ਜਿਹੜਾ ਖਰਚਾ ਜਾ ਸਕਦਾ, ਠੀਕ ਹੈ। ਔਰ ਉਹ ਇੱਕ ਵਾਰੀ ਹੀ ਖਰਚਿਆ ਜਾ ਸਕਦਾ। ਕਿ ਤੁਸੀਂ ਜੇ ਮੇਰੇ ਕੋਲੇ ਅੱਧਾ ਬਿਟਕੋਇਨ ਹੈਗਾ, ਮੈਂ ਚੌਥਾ ਹਿੱਸਾ ਰਵਨੀਤ ਨੂੰ ਦੇਣਾ ਹੋਵੇ ਤੇ ਚੌਥਾ ਹਿੱਸਾ ਜੀਤ ਨੂੰ ਦੇਣਾ ਹੋਵੇ ਤੇ ਖੁਦ ਨਾ ਰੱਖਣਾ ਹੋਵੇ ਤਾਂ ਉਹ ਸਾਰਾ ਖਰਚਾ ਜਾਊਗਾ, ਠੀਕ ਹੈ। ਪਰ ਜੇ ਮੇਰੇ ਕੋਲੇ ਅੱਧਾ ਬਿਟਕੋਇਨ ਹੈਗਾ, 0.1 ਰਵਨੀਤ ਨੂੰ ਦੇਣਾ, 0.1 ਜੀਤ ਨੂੰ ਦੇਣਾ ਤੇ 0.3 ਆਪ ਰੱਖਣਾ, ਤਾਂ ਉਹ ਜਿਹੜੀ 0.5 ਵਾਲੀ UTXO ਹੈਗੀ ਹੈ, ਅਨਸਪੈਂਟ ਟ੍ਰਾਂਜੈਕਸ਼ਨ ਆਊਟਪੁੱਟ, ਉਹ ਸਾਰੀ ਦੀ ਸਾਰੀ ਖਰਚ ਕੇ ਮੈਨੂੰ ਤੇ 3 ਨਵੀਆਂ ਬਣਦੀਆਂ ਨੇ ਉਹਦੇ ਤੋਂ। ਇੱਕ 0.1 ਰਵਨੀਤ ਨੂੰ ਜਾਂਦੀ ਹੈ, 0.1 ਜੀਤ ਨੂੰ ਜਾਂਦੀ ਹੈ ਤੇ 0.3 ਵਾਪਸ ਮੇਰੇ ਕੋਲ ਆ ਜਾਂਦੀ ਹੈ ਨਵੀਂ UTXO ਬਣ ਕੇ। ਸੋ ਇਸ ਤਰ੍ਹਾਂ ਜਿਹੜਾ ਬਿਟਕੋਇਨ ਸਿਸਟਮ ਹੈਗਾ ਉਹਦੇ ਵਿੱਚ ਪੈਸੇ ਦੀ ਟਰੈਕਿੰਗ ਕੀਤੀ ਜਾਂਦੀ ਹੈਗੀ ਹੈ। ਸੋ ਉਹ ਜਿਹੜਾ ਹੈਗਾ ਸਾਰੀ ਟਰੈਕਿੰਗ ਉਹਨੂੰ ਰਿਕਾਰਡ ਕਰਨ ਲਈ ਆਪਣੀ ਬਲੌਕਚੇਨ ਹੈਗੀ ਹੈ। ਬਲੌਕਚੇਨ ਇਜ਼ ਜਸਟ ਅ ਲੈਜਰ, ਬਿਕੋਜ਼ ਐਟ ਦ ਐਂਡ ਆਫ ਦ ਡੇ ਮਨੀ ਇਜ਼ ਜਸਟ ਅ ਲੈਜਰ, ਕਿ ਉਹਦੇ ਵਿੱਚ ਆਪਾਂ ਹਿਸਾਬ ਕਿਤਾਬ ਰੱਖਦੇ ਹੈਗੇ ਆ ਕਿ ਕਿਹਦੇ ਕੋਲ ਕਿੰਨਾ ਕੁ ਪੈਸਾ ਹੈਗਾ ਤੇ ਕਿੰਨਾ ਕੁ ਉਹਨਾਂ ਨੇ ਖਰਚਿਆ ਤੇ ਕਿਹਨੂੰ ਦਿੱਤਾ ਤੇ ਕਿਤੋਂ ਲਿਆ, ਇਸ ਤਰ੍ਹਾਂ ਦੀ ਗੱਲ ਹੈਗੀ। ਸੋ ਬਿਟਕੋਇਨ ਸਿਸਟਮ ਦੇ ਵਿੱਚ ਜਿਹੜੀ ਬਲੌਕਚੇਨ ਹੈਗੀ ਹੈ ਉਹਨੂੰ ਅਪਡੇਟ ਕਰਨ ਲਈ, ਉਹਦੇ ਵਿੱਚ ਨਵੀਆਂ ਚੀਜ਼ਾਂ ਦਰਜ ਕਰਨ ਲਈ, ਨਵੀਆਂ ਚੀਜ਼ਾਂ ਕੀ ਟ੍ਰਾਂਜੈਕਸ਼ਨਸ, ਕਿ ਕਿਹਨੇ ਪੈਸੇ ਖਰਚੇ ਤੇ ਕਿਹਨੂੰ ਮਿਲੇ। ਸਿਰਫ ਇਹੀ ਚੀਜ਼ ਹੁੰਦੀ ਹੈ ਨਾ ਕਿ ਜਦੋਂ ਪੈਸਾ ਇੱਕ ਹੱਥ 'ਚ ਦੂਜੇ ਹੱਥ 'ਚ ਜਾਂਦਾ, ਆਪਾਂ ਇਹੀ ਦੇਖਦੇ ਹਾਂ ਕਿ ਜੀ ਕਿੰਨਾ ਖਰਚਿਆ ਗਿਆ ਤੇ ਕਿਹਦੇ ਕੋਲ ਗਿਆ, ਤੇ ਉਹਨੂੰ ਅਪਡੇਟ ਕਰਨ ਲਈ ਨਵੇਂ ਬਲਾਕਸ ਬਣਦੇ ਨੇਗੇ। ਉਹ ਬਲਾਕਸ ਕਿਸ ਤਰ੍ਹਾਂ ਬਣਦੇ ਨੇਗੇ ਉਹਦੀ ਗੱਲ ਆਪਾਂ ਹੋਰ ਡਿਟੇਲ 'ਚ ਕਰ ਲਵਾਂਗੇ। ਪਰ ਇਹ ਜਿਹੜਾ ਹੈਗਾ ਬੇਸਿਕ ਸਿਸਟਮ ਹੈਗਾ, ਜਿਵੇਂ ਜੀਤ ਨੇ ਦੱਸਿਆ ਸੀਗਾ ਕਿ ਵਹੀ ਦੇ ਵਿੱਚ ਦਰਜ ਹੁੰਦਾ ਹੈਗਾ। ਸੋ ਸਭ ਤੋਂ ਜ਼ਰੂਰੀ ਚੀਜ਼ ਬਿਟਕੋਇਨ ਸਿਸਟਮ ਦੀ ਹੈਗੀ ਹੈ ਸਮਝਣਾ ਇਹਦੀ ਵਹੀ ਨੂੰ, ਉਹ ਹੋ ਗਈ ਬਲੌਕਚੇਨ। ਹਾਂਜੀ, ਬਿਲਕੁਲ। ਸੋ ਗਾਇਜ਼, ਓਬਵੀਅਸਲੀ ਬਲੌਕਚੇਨ ਦਾ ਜਿਹੜਾ ਸਭ ਤੋਂ ਵੱਡਾ ਯੂਜ਼ ਕੇਸ ਅੱਜ ਤੱਕ ਆਇਆ ਉਹ ਬਿਟਕੋਇਨ ਹੈਗਾ ਹੈ ਨਾ। ਬਿਕੋਜ਼ ਤੁਸੀਂ ਵੇਖੋ ਹੁਣ ਬਿਟਕੋਇਨ ਕਿੰਨਾ ਜ਼ਿਆਦਾ ਵੱਧ ਗਿਆ ਹੈ ਤੇ ਇਹ ਜਿਹੜੀ ਇਹਦੀ ਮੇਨ ਜਿਹੜੀ ਟੈਕਨੋਲੋਜੀ ਇਹਨੂੰ ਰਨ ਕਰ ਰਹੀ ਹੈ ਉਹ ਬਲੌਕਚੇਨ ਹੈਗੀ ਹੈ। ਸੋ ਜੇ ਤੁਸੀਂ ਸੋਚੋ ਬੈਂਕਸ ਦੇ ਵੱਲ ਜਦੋਂ ਤੁਸੀਂ ਜਾਂਦੇ ਹੋ ਹੈ ਨਾ, ਤੇ ਬੈਂਕਸ ਜਿਹੜੇ ਨੇ ਉਹ ਤੁਹਾਡਾ ਦੇ ਕੀਪ ਟ੍ਰਾਂਜੈਕਸ਼ਨਸ ਆਫ ਕਿ ਤੁਸੀਂ ਕੀ ਡਿਪੋਜ਼ਿਟ ਕਰ ਰਹੇ ਹੋ, ਕੀ ਵਿਡਰਾਅ ਕਰ ਰਹੇ ਹੋ, ਉਹ ਜਿਹੜੀਆਂ ਟ੍ਰਾਂਜੈਕਸ਼ਨਸ ਨੇ ਉਹ ਉਹਨਾਂ ਕੋਲ ਕਾਪੀ ਹੈਗੀ ਹੈ ਤੁਹਾਡੇ ਬੈਂਕ ਕੋਲ, ਤੇ ਤੁਸੀਂ ਉਹਨਾਂ ਤੋਂ ਰਿਕੁਐਸਟ ਕਰ ਸਕਦੇ ਹੋ ਜਾਂ ਤੁਸੀਂ ਉਹਨਾਂ ਤੋਂ ਉਹ ਕਾਪੀ ਡਾਊਨਲੋਡ ਕਰ ਸਕਦੇ ਹੋ। ਬਲੌਕਚੇਨ ਦੇ ਵਿੱਚ ਜਿਹੜੀ ਹੈ ਉਹ ਕਾਪੀ ਜਿਹੜੀ ਹੈ ਜਿਹੜੀ ਟ੍ਰਾਂਜੈਕਸ਼ਨਸ ਦੀ ਉਹ ਪਬਲਿਕ ਹੈਗੀ ਹੈ। ਤੁਸੀਂ ਕਿਸੇ ਦਾ ਵੀ ਵਾਲਟ ਐਡਰੈਸ ਜਾ ਕੇ ਸਰਚ ਕਰਕੇ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦੇ ਵਾਲਟ ਦੇ ਵਿੱਚ ਕਿੰਨਾ ਬਿਟਕੋਇਨ ਪਿਆ ਹੈ, ਬਿਕੋਜ਼ ਜਿਹੜੀ ਵੀ ਇਹ ਸਾਰੀ ਇਨਫੋਰਮੇਸ਼ਨ ਹੈ ਇਹ ਪਬਲਿਕ ਹੈ। ਹੁਣ ਜਦੋਂ ਮੈਂ ਕਹਿੰਦੀ ਹਾਂ ਕਿ ਜਿਹੜੇ ਬਲੌਕਚੇਨ ਦੇ ਉੱਤੇ ਸਾਰੀ ਇਨਫੋਰਮੇਸ਼ਨ ਪਬਲਿਕ ਹੈ, ਉਹਦਾ ਮਤਲਬ ਇਹ ਨਹੀਂ ਕਿ ਜੇ ਤੁਹਾਡਾ ਵਾਲਟ ਐਡਰੈਸ ਤੁਸੀਂ ਜਾ ਕੇ ਪਾਉਂਦੇ ਹੋ ਤਾਂ ਤੁਸੀਂ ਵੇਖ ਰਹੇ ਹੋ ਕਿ ਉਹਦੇ ਵਿੱਚ ਕਿੰਨੀ ਬਿਟਕੋਇਨ ਹੈ, ਪਰ ਉਹਦੇ ਵਿੱਚ ਤੁਹਾਡਾ ਪਰਸਨਲ ਡਿਟੇਲਸ ਵੀ ਹੈਗੀਆਂ ਨੇ, ਜਿਵੇਂ ਤੁਹਾਡਾ ਐਡਰੈਸ ਵਗੈਰਾ। ਨਾਟ ਲਾਈਕ ਦੈਟ, ਬਿਕੋਜ਼ ਇਨ ਦੈਟ ਵੇਜ਼ ਬਿਟਕੋਇਨ ਬਹੁਤ ਅਨੋਨਿਮਸ ਹੈਗਾ, ਜਿਹਦੇ ਵਿੱਚ ਤੁਹਾਨੂੰ ਇੱਕ ਦੂਜੇ ਨੂੰ ਬਿਟਕੋਇਨ ਭੇਜਣ ਲਈ ਤੁਹਾਨੂੰ ਆਪਣਾ ਪਰਸਨਲ ਡਿਟੇਲਸ ਸ਼ੇਅਰ ਕਰਨ ਦੀ ਲੋੜ ਨਹੀਂ। ਬਟ ਬਲੌਕਚੇਨ ਇਜ਼ ਐਨ ਓਪਨ ਲੈਜਰ, ਟ੍ਰਾਂਸਪੇਰੈਂਟ ਹੈਗਾ, ਜਿਹਦੇ ਉੱਤੇ ਤੁਸੀਂ ਕਿਸੇ ਦਾ ਵੀ ਜਾ ਕੇ ਵਾਲਟ ਐਡਰੈਸ ਪਾ ਕੇ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਬਿਟਕੋਇਨ ਉਹ ਵਾਲਟ ਵਿੱਚ ਪਿਆ। ਇਨਫੈਕਟ ਮੈਂ ਇੱਕ ਇੰਟਰਸਟਿੰਗ ਸਟੋਰੀ ਇਹ ਦੱਸਣਾ ਚਾਹੁੰਦੀ ਹਾਂ ਕਿ ਇੱਕ ਮੇਰੇ ਬੜੇ ਕਲੋਜ਼ ਫਰੈਂਡ ਹੁੰਦੇ ਸੀ ਉਮਾਰ, ਤੇ ਲਾਸਟ ਈਅਰ ਵੈਸੇ ਚਲੋ ਉਹਨਾਂ ਦਾ ਉਹ ਐਕਸਪਾਇਰ ਹੋ ਗਏ, ਤੇ ਉਹ ਬਿਟਕੋਇਨ ਦੇ ਵਿੱਚ ਹੀ ਵਾਸ ਵੈਰੀ ਲਾਈਕ ਵੈਸਟਡ ਵੈਰੀ, ਉਹ ਬੜੇ ਮਤਲਬ ਬੜੇ ਸਾਲਾਂ ਤੋਂ ਸੀ। ਤੇ ਜਦੋਂ ਇੱਕ ਉਹਨਾਂ ਦੀ ਜਿਹੜੀ ਉਹਨਾਂ ਦੀ ਮੌਤ ਹੋਈ, ਇਟ ਵਾਸ ਲਾਈਕ ਆਊਟ ਆਫ ਦ ਬਲੂ ਹੋਈ, ਮਤਲਬ ਐਕਸਪੈਕਟਡ ਨਹੀਂ ਸੀਗਾ, ਬਿਕੋਜ਼ ਹੀ ਵਾਸ ਵੈਰੀ ਯੰਗ। ਹੁਣ ਇਹ ਮੁੰਡੇ ਨੇ ਇਕੱਲੇ ਨੇ ਮਤਲਬ ਹੀ ਹੈਡ ਅਬਾਊਟ 1000 ਬਿਟਕੋਇਨਸ ਜਿਹੜੇ ਉਹਨੇ ਲੌਕ ਕਰਕੇ ਸਟੋਰ ਕੀਤੇ ਹੋਏ ਸੀ, ਤੇ ਉਹਦਾ ਵਾਲਟ ਐਡਰੈਸ ਵਗੈਰਾ ਸਾਨੂੰ ਪਤਾ ਸੀ, ਬਿਕੋਜ਼ ਅਸੀਂ ਵਾਲਟ ਐਡਰੈਸ ਦੇ ਨਾਲ ਉਹਨੂੰ ਭੇਜਦੇ ਸੀ ਬਿਟਕੋਇਨ। ਬਟ ਵੀ ਡਿਡਨਟ ਬਟ ਕਿਸੇ ਨੂੰ ਇਹ ਨਹੀਂ ਪਤਾ ਸੀ ਉਹਦੇ ਪ੍ਰਾਈਵੇਟ ਕੀਜ਼ ਨੇ ਕੀ ਨੇ, ਜੋ ਚਾਬੀ ਹੁੰਦੀ ਹੈ ਖੋਲ੍ਹਣ ਲਈ, ਰਾਈਟ, ਟੂ ਸਪੈਂਡ ਦੈਟ ਬਿਟਕੋਇਨ।
ਸੋ ਵੈਨ ਹੀ ਪਾਸਡ ਅਵੇ, ਅਸੀਂ ਅੱਜ ਤੱਕ ਵੇਖ ਸਕਦੇ ਹਾਂ ਉਹਦੇ ਵਾਲਟ ਐਡਰੈਸ ਤੇ ਕਿ ਕਿੰਨੇ ਬਿਟਕੋਇਨ ਪਾਏ ਨੇ, ਪਰ ਅਸੀਂ ਉਹਨੂੰ ਮਤਲਬ ਐਕਸੈਸ ਨਹੀਂ ਕਰ ਸਕਦੇ। ਉਹ ਡਿਫਰੈਂਟ ਸਟੋਰੀ, ਬਿਕੋਜ਼ ਉਹ ਉਹ ਪਾਸਵਰਡ ਵਗੈਰਾ ਪ੍ਰਾਈਵੇਟ ਕੀਜ਼ ਉਹਦੇ ਕੋਲ ਨੇ, ਪਰ ਅਸੀਂ ਓਪਨ ਲੈਜਰ ਤੇ ਵੇਖ ਸਕਦੇ ਹਾਂ ਕਿ ਉਹਦੇ ਵਾਲਟ ਦੇ ਵਿੱਚ ਹੁਣੇ ਵੀ ਕਿੰਨੇ ਬਿਟਕੋਇਨ ਪਾਏ ਨੇ। ਤੇ ਇਨਫੈਕਟ ਬਹੁਤ ਸਾਰੇ ਜਿਹੜੇ ਲੋਕੀ ਨੇ ਉਹ ਵੀ ਜਾ ਕੇ ਕਦੀ ਕਦੀ ਜਦੋਂ ਲੂਜ਼ ਕਰ ਦਿੰਦੇ ਨੇ ਆਪਣਾ ਕੀਜ਼ ਵਗੈਰਾ, ਬਿਕੋਜ਼ ਉਹਨਾਂ ਨੂੰ ਨਹੀਂ ਨੌਲੇਜ ਹੁੰਦੀ ਕਿ ਕਿਵੇਂ ਬਿਟਕੋਇਨ ਨੂੰ ਚੰਗੀ ਤਰ੍ਹਾਂ ਸੰਭਾਲਣਾ ਹੈ। ਉਹ ਫਿਰ ਉਹ ਜਾ ਕੇ ਵੇਖਦੇ ਨੇ ਬਲੌਕ ਚੇਨ ਤੇ, ਹੁਣੇ ਵੀ ਉਹਨਾਂ ਦਾ ਲਿਸਟਡ ਹੈਗਾ ਹੈ ਕਿ ਕਿੰਨੇ ਬਿਟਕੋਇਨ ਪਏ ਹੋਏ ਨੇ। ਸੋ ਆਈ ਜਸਟ ਵਾਂਟਡ ਟੂ ਸ਼ੇਅਰ ਦੈਟ ਸਟੋਰੀ ਐਜ਼ ਵੈਲ ਕਿ ਕਿੰਨੀ ਟ੍ਰਾਂਸਪੇਰੈਂਟ ਹੈ, ਕਿ ਇਟਸ ਆਲ ਦੇयर। ਤੇ ਸਾਡੇ ਨਾਲ ਅਮਰ ਜੀ ਜੁੜੇ ਨੇ। ਅਮਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਕੋਈ ਕੁਐਸਚਨ ਜਾਂ ਕੋਈ ਕਮੈਂਟ? ਹਾਂਜੀ, ਨਹੀਂ ਸਵਾਲ ਹੀ ਪੁੱਛਣਾ ਸੀ ਮੈਂ ਤਾਂ ਕਿ ਮੈਂ ਬਿਟਕੋਇਨ ਤੇ ਬਲੌਕਚੇਨ ਤੇ ਤਾਂ ਨਵਾਂ, ਸੋ ਮੈਂ ਤੇ ਮੇਰਾ ਪਰਿਵਾਰ ਖੇਤੀ ਕਰਦੇ ਹਾਂ ਜੀ ਇੱਥੇ ਕੈਲੀਫੋਰਨੀਆ, ਤੇ ਅਸਲ 'ਚ ਅਸੀਂ ਵੇਚਦੇ ਹਾਂ ਅੱਗੇ ਕਾਰਗਿਲ ਨੂੰ, ਤੇ ਕਾਰਗਿਲ ਨੂੰ ਤਾਂ ਜਦ ਤਾਈਂ ਫਸਲ ਵਾਢੀ ਕਰਕੇ ਕਾਰਗਿਲ ਤੱਕ ਪਹੁੰਚਦੀ ਆ, ਉਹਦੇ ਵਿੱਚ 3-4 ਮਿਡਲਮੈਨ ਨੇ, ਉੱਥੇ ਕਈ ਵਾਰ ਨਾ ਹੇਰ ਫੇਰ ਹੋ ਜਾਂਦੀ ਹੈ ਤੇ ਪਤਾ ਹੀ ਨਹੀਂ ਲੱਗਦਾ ਕਿਹੜੀ ਪਾਰਟੀ ਨੇ ਆਪਦਾ ਕੰਮ ਕੀਤਾ ਚੱਜ ਨਾਲ, ਨਹੀਂ ਕੀਤਾ। ਸੋ ਉਹ ਹੁਣ ਬਲੌਕਚੇਨ ਦਾ ਕੋਈ ਕਨਸੈਪਟ ਲੈ ਕੇ ਆਉਂਦੇ ਆ, ਜਿੱਥੋਂ ਪਤਾ ਲੱਗਦਾ ਵੀ ਕਿ ਜਿੱਦਣ ਫਸਲ ਚੱਕੀ ਗਈ ਤੇ ਜਿੱਦਣ ਉਹ ਅੱਗੇ ਉਹਨਾਂ ਨੇ ਉਹਦਾ ਕ੍ਰਸ਼ ਕਰਨਾ ਜਾਂ ਸੋਇਆਬੀਨ ਮੀਲ ਬਣਾਉਣਾ, ਕਿਹਦਾ ਹੱਥ ਲੱਗਿਆ, ਕਿੰਨੀਆਂ ਪਾਰਟੀਆਂ ਦਾ ਹੱਥ ਲੱਗਿਆ, ਔਰ ਇਹਨੇ ਕੀ ਟ੍ਰਾਂਜੈਕਸ਼ਨ ਹੋਈ। ਸੋ ਉਸ ਬਾਰੇ ਥੋੜ੍ਹੀ ਗੱਲ ਚਾਨਣ ਪਾਓ, ਕਿਉਂਕਿ ਮੈਨੂੰ ਤਾਂ ਇਸ ਬਾਰੇ ਕੱਖ ਨਹੀਂ ਪਤਾ। ਤੇ ਇਹ ਤੇ ਬਿਟਕੋਇਨ ਦਾ ਇੰਨਾ ਕੀ ਪਤਾ ਜੀ, ਮੈਨੂੰ ਤਾਂ ਭਾਣਜੀ ਮੇਰੀ ਹੈਗੀ 18-19 ਸਾਲਾਂ ਦੀ, ਤੇ ਉਹਨੂੰ ਚਾਅ ਹੈ, ਤੇ ਪਰ ਇਹ ਦੋ ਚੀਜ਼ਾਂ ਦਾ ਮੈਂ ਮੈਂਟਲੀ ਕਨੈਕਟ ਨਹੀਂ ਕਰ ਪਾਇਆ ਅਜੇ ਤਾਈਂ। ਕੋਈ ਕਨੈਕਸ਼ਨ ਨਹੀਂ ਹੈਗੀ। ਸੋ ਜਿਹੜੇ ਇਹ ਕਾਰਗਿਲ ਵਾਲੀਆਂ ਕੰਪਨੀਆਂ ਹਨ, ਇਹ ਕਈ ਵਾਰੀ ਮਾਰਕੀਟਿੰਗ ਦੇ ਮਾਰੇ ਬਲੌਕਚੇਨ ਕਹਿੰਦੇ ਆ। ਹਰ 5 ਸਾਲ ਤੋਂ ਬਾਅਦ ਨਵੀਂ ਚੀਜ਼ ਆਉਂਦੀ ਆ, ਤੇ ਟੀਵੀ ਦੇ ਵਿੱਚ ਬਹੁਤ ਬੋਲਦੇ ਹੈਗੇ ਆ। ਸੋ ਜਿਹੜੀਆਂ ਆਹ ਕੰਪਨੀਆਂ ਹੈਗੀਆਂ, ਇਹ ਲੋਕਾਂ ਨੂੰ ਆਈ ਡੋਨਟ ਨੋ ਮਾਰਕੀਟਿੰਗ ਕਰਨ ਵਾਸਤੇ ਗੱਲਾਂ ਕਰਦੇ ਹੈਗੇ ਆ। 5 ਸਾਲ ਪਿੱਛੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਗੱਲ ਕਰਦੇ ਸੀਗੇ, ਤੇ ਕੋਈ ਫਰਕ ਨਹੀਂ ਪੈਣਾ। ਪਰ ਜਿਹੜੀ ਆਹ ਚੀਜ਼ ਹੈਗੀ ਵੀ ਟਰੈਕ ਕਰਨ ਨੂੰ, ਹੈ ਨਾ, ਤੁਹਾਨੂੰ ਬਲੌਕਚੇਨ ਦੀ ਲੋੜ ਨਹੀਂ ਹੈਗੀ ਆਹ ਵਰਗੀ ਚੀਜ਼ ਟਰੈਕ ਕਰਨ ਨੂੰ। ਸੋ ਕਈ ਕੰਪਨੀਆਂ ਨੇ ਕੋਸ਼ਿਸ਼ ਕੀਤਾ, ਕਿਸੇ ਨੇ ਵੀ ਹਜੇ ਸਕਸੀਡ ਨਹੀਂ ਕੀਤਾ ਇਹਦੇ ਨਾਲ ਐਪਲੀਕੇਸ਼ਨ ਬਣਾਉਣ ਨੂੰ। ਪਬਲਿਕ ਬਲੌਕਚੇਨ ਜਿਵੇਂ ਰਵਨੀਤ ਨੇ ਹੁਣੇ ਡਿਸਕ੍ਰਾਈਬ ਕੀਤਾ ਸੀ, ਕਿ ਜਦੋਂ ਹਰ ਕੋਈ ਦੇਖ ਸਕਦਾ, ਹੈ ਨਾ, ਉਹਦੇ ਵੈਰੀ ਲਿਟਲ ਯੂਜ਼ ਕੇਸਿਸ ਹੈਗੇ ਆ। ਇਕੱਲੇ ਪੈਸੇ ਦੀ ਯੂਜ਼ ਕੇਸ ਲਾਈਕ ਸੱਚੀ ਬਣਿਆ ਹੈਗਾ। ਜਿਹੜੀ ਆਹ ਵਰਗੀ ਚੀਜ਼ ਹੈਗੀ ਆ, ਇਹ ਪ੍ਰਾਈਵੇਟ ਡੇਟਾਬੇਸ ਚਾਹੀਦਾ। ਤੇ ਜਿਹੜੀ ਸਭ ਤੋਂ ਵੱਡੀ ਗੱਲ ਹੈਗੀ ਆ ਵੀ ਲਾਈਕ ਕੁਆਲਿਟੀ ਟੈਸਟ ਕਰਨ ਨੂੰ, ਜਾਂ ਜਿਹੜੇ ਲੋਕ ਮਾਰਕਿੰਗ ਕਰਦੇ ਆ ਉਹਨੂੰ, ਉਹ ਟਰਸਟਵਰਦੀ ਹੋਣੇ ਚਾਹੀਦੇ ਆ। ਸੋ ਜੇ ਤੁਹਾਨੂੰ ਕੋਈ ਕਹਿੰਦਾ ਵੀ ਇਹ ਵਰਗੇ ਪ੍ਰੋਜੈਕਟ ਦੇ ਵਿੱਚ ਇਨਵੈਸਟ ਕਰੋ, ਜ਼ਰੂਰ ਨਾ ਕਰੋ, ਤੇ ਇਕੱਲੇ ਬਿਟਕੋਇਨ ਦੇ ਵਿੱਚ ਇਨਵੈਸਟ ਕਰਨਾ ਚਾਹੀਦਾ। ਪਰ ਹੋ ਸਕਦਾ ਇਹ ਕੋਸ਼ਿਸ਼ ਕਰਦੇ ਆ ਆਪਦੀ ਸਪਲਾਈ ਚੇਨ ਨੂੰ ਵਧੀਆ ਬਣਾਉਣ ਨੂੰ। ਸੋ that's okay, that's fine. Yeah, I don't know, Rajvinder, Ravneet, what do you guys think? ਹਾਂ, ਇਹ ਗੱਲ ਬਹੁਤ ਸਹੀ ਹੈਗੀ ਹੈ। ਦੇਖੋ, ਬਲੌਕਚੇਨ ਜਿਹੜੀ ਹੈਗੀ ਹੈ, ਇਹ ਇੱਕ ਡੇਟਾਬੇਸ ਹੈਗਾ ਅਖੀਰ ਤੇ ਜਾ ਕੇ। ਇਹ ਡਿਸਟਰੀਬਿਊਟਡ ਟਰਸਟਲੈਸ ਡੇਟਾਬੇਸ ਹੈਗਾ। ਜੇ ਉਹ ਡੀਸੈਂਟਰਲਾਈਜ਼ਡ ਡਿਸਟਰੀਬਿਊਟਡ ਟਰਸਟਲੈਸਨੈਸ ਵਾਲੀ ਗੱਲ ਨਹੀਂ ਹੈਗੀ ਜ਼ਰੂਰੀ, ਤਾਂ ਬਲੌਕਚੇਨ ਦੀ ਕੋਈ ਲੋੜ ਨਹੀਂ ਹੈਗੀ। ਹੁਣ ਜਿਹੜੇ ਟਰੈਕਿੰਗ ਸਿਸਟਮ ਦੀ ਗੱਲ ਕਰ ਰਹੇ ਅਮਰਜੀਤ ਬਾਈ ਜੀ ਮੇਨਲੀ, ਕਿ ਮੈਨੂੰ ਕਿਵੇਂ ਪਤਾ ਲੱਗੇ ਕਿ ਜੀ ਕਿਹਨੇ ਟਰੱਕ ਤੇ ਕਿੰਨਾ ਸਮਾਨ ਲੱਦਿਆ ਤੇ ਕਿੱਥੇ ਜਾ ਕੇ ਕਿੰਨਾ ਲਾਹਿਆ, ਤੇ ਫਿਰ ਉਹਦੇ 'ਚ ਕਿੰਨਾ ਵਰਤਿਆ ਗਿਆ ਤੇ ਕਿੰਨਾ ਕਿਧਰੇ ਹੋਰ ਖੱਪ ਗਿਆ, ਠੀਕ ਹੈ ਨਾ, ਚੋਰੀ ਹੋ ਗਿਆ ਜਾਂ ਇਸ ਤਰ੍ਹਾਂ। ਉਹਦੇ ਵਿੱਚ ਤੁਹਾਨੂੰ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ, ਉਹ ਇਹ ਹੈ ਕਿ ਹਰੇਕ ਸਟੈਪ ਤੇ ਤੁਹਾਨੂੰ ਚੈੱਕ ਕਰਨਾ ਪੈਣਾ ਕਿ ਜੀ ਉੱਥੋਂ 5 ਟਨ ਫਾਰਮ ਤੋਂ ਲੋਡ ਕੀਤਾ ਸੀ ਤੇ ਇੱਥੇ ਵੀ ਅਨਲੋਡ 5 ਟਨ ਹੀ ਹੋਇਆ, ਰਾਹ ਦੇ ਵਿੱਚ ਕਿਤੇ ਕੁਛ ਖਪਤਾ ਨਹੀਂ ਗਿਆ, ਠੀਕ ਹੈ ਨਾ। ਜਿਵੇਂ ਆਪਣੇ ਮਿਲਕ ਪਲਾਂਟ ਵਾਲਿਆਂ ਦੇ ਬੰਦੇ ਦੁੱਧ ਚੋਰੀ ਕਰ ਲੈਂਦੇ ਸੀ, ਪਿੰਡਾਂ 'ਚ ਲਿਜਾਂਦੇ ਮਿਲਕ ਪਲਾਂਟ ਦੇ ਵਿੱਚ ਰਾਹ ਦੇ ਵਿੱਚ, ਠੀਕ ਹੈ ਨਾ। ਯੈਸ, ਹਾਂਜੀ ਹਾਂਜੀ। ਉਹਦੇ ਵਿੱਚ ਜਿਹੜੀ ਪ੍ਰੋਬਲਮ ਆ ਜਾਂਦੀ ਹੈ ਨਾ, ਉਹਨੂੰ ਕਹਿੰਦੇ ਨੇ ਓਰੇਕਲ ਪ੍ਰੋਬਲਮ। ਇਹ ਅਨਸੋਲਵੇਬਲ ਪ੍ਰੋਬਲਮ ਹੈਗੀ, ਇਹਦਾ ਕੋਈ ਹੱਲ ਨਹੀਂ ਹੈਗਾ। ਓਰੇਕਲ ਕੀ ਹੁੰਦਾ? ਓਰੇਕਲ ਉਹ ਸਿਸਟਮ ਹੈਗਾ ਜਿੱਥੇ ਬਲੌਕਚੇਨ ਵਾਲਾ ਸੌਫਟਵੇਅਰ ਤੇ ਜਿਹੜਾ ਅਸਲ ਭੌਤਿਕੀ ਦੁਨੀਆ ਹੈਗੀ ਹੈ, ਫਿਜ਼ੀਕਲ ਵਰਲਡ, ਉਹਨਾਂ ਦਾ ਕਨੈਕਸ਼ਨ ਹੁੰਦਾ, ਠੀਕ ਹੈ। ਇੰਟਰਫੇਸ ਆਫ ਫਿਜ਼ੀਕਲ ਵਰਲਡ ਐਂਡ ਦ ਸੌਫਟਵੇਅਰ ਵਰਲਡ, ਦੈਟਸ ਵੇਅਰ ਦਾ ਓਰੇਕਲ ਕਮਸ ਇਨ। ਓਰੇਕਲ ਕੀ ਹੁੰਦਾ? ਸਿਸਟਮ ਹੁੰਦਾ ਕਿ ਜਿਹੜਾ ਚੈੱਕ ਕਰਦਾ ਹੈਗਾ ਤੇ ਤੁਹਾਨੂੰ ਦੱਸਦਾ ਕਿ ਜੀ ਹਾਂਜੀ, ਅੱਜ ਸਾਨ ਫਰਾਂਸਿਸਕੋ ਸ਼ਹਿਰ ਦੇ ਫਲਾਨੇ ਪਾਰਕ ਵਿੱਚ ਆਹ ਟੈਂਪਰੇਚਰ ਹੈਗਾ। ਉਹ ਤੁਹਾਨੂੰ
ਉਹਦੇ ਤੇ ਯਕੀਨ ਕਰਨਾ ਪੈਣਾ, ਕਿਉਂਕਿ ਹੋਰ ਤੁਹਾਡੇ ਕੋਲ ਕੋਈ ਚਾਰਾ ਹੈ ਨਹੀਂਗਾ। ਸੋ ਇਹ ਜਿਹੜਾ ਬਲਾਕਚੇਨ ਵਾਲੀਆਂ ਗੱਲਾਂ ਕਰ ਰਹੇ ਨੇ ਨਾ ਬੰਦੇ ਸਪਲਾਈ ਚੇਨ ਦੇ ਵਿੱਚ, ਲੌਜਿਸਟਿਕ, ਉਹਦੇ 'ਚ ਕੋਈ ਖਾਸ ਫਾਇਦਾ ਨਹੀਂ ਹੈ, ਕਿਉਂਕਿ ਅਖੀਰ ਨੂੰ ਤੁਹਾਡੀ ਪ੍ਰੋਬਲਮ ਜਿਹੜੀ ਹੈਗੀ ਹੈ ਉਹ ਟਰਸਟ ਦੀ ਹੈਗੀ ਹੈ। ਡੂ ਯੂ ਟਰਸਟ ਦੇਅਰ ਓਰੇਕਲਸ? ਓਰੇਕਲ ਕੀ ਹੋਏ, ਜਿਵੇਂ ਫੈਡੈਕਸ ਦੇ ਜਿਹੜੇ ਹੈਗੇ ਨੇ ਸਿਸਟਮ ਹੈਗਾ ਟਰਾਂਸਪੋਰਟ ਦਾ, ਲੌਜਿਸਟਿਕ ਸਿਸਟਮ ਹੈਗਾ, ਜਿਹਦੇ ਵਿੱਚ ਸਮਾਨ ਡੱਬੇ ਇੱਕ ਥਾਂ ਤੋਂ ਚੱਕ ਕੇ ਪੈਕੇਜਸ, ਡੱਬੇ, ਚਿੱਠੀਆਂ ਭੇਜ ਦੇਣਗੇ ਦੂਜੀ ਥਾਂ ਤੇ। ਰਾਹ ਦੇ ਵਿੱਚ ਬੜੀ ਥਾਈਂ ਸਕੈਨ ਹੁੰਦੇ ਨੇ, ਦੈਟਸ ਦੇਅਰ ਓਰੇਕਲਸ। ਉਹ ਫੈਡੈਕਸ ਦੇ ਆਪਣੇ ਇੰਟਰਨਲ ਟਰਸਟਡ ਓਰੇਕਲਸ ਹੈਗੇ ਨੇਗੇ। ਉਹਨਾਂ ਦਾ ਬੰਦਿਆਂ ਦੇ ਉੱਤੇ ਵੀ ਯਕੀਨ ਹੈਗਾ ਕਿ ਜੀ ਕੈਮਰੇ ਲੱਗੇ ਹੋਏ ਨੇ ਤੇ ਉਹਦੇ ਮੁਤਾਬਕ ਜੇ ਕੋਈ ਡੱਬਾ ਖੋਲ ਕੇ ਦੀ ਚੀਜ਼ ਵਸਤ ਚੋਰੀ ਕਰੂਗਾ ਫੜਿਆ ਜਾਊਗਾ, ਇਸ ਤਰ੍ਹਾਂ ਦਾ, ਠੀਕ ਹੈ ਨਾ। ਹੁਣ ਜਦੋਂ ਤੁਸੀਂ ਕਾਰਗਿਲ ਨਾਲ ਡੀਲ ਕਰਦੇ ਹੋ, ਤੁਹਾਨੂੰ ਕਾਰਗਿਲ ਦੇ ਸਿਸਟਮ ਹੀ ਟਰਸਟ ਕਰਨੇ ਪੈਣਗੇ, ਤੇ ਜੇ ਕਾਰਗਿਲ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਤਾਂ ਉਹਦੇ ਵਿੱਚ ਕਾਰਗਿਲ ਦਾ ਨੁਕਸਾਨ ਹੈ। ਸੋ ਉਹ ਹੈਗੀ ਹੈ ਗੇਮ ਥਿਊਰੀ ਤੁਹਾਡੇ ਕਾਰਗਿਲ ਲੌਜਿਸਟਿਕਸ ਦੀ, ਤੁਹਾਡੀ ਸਪਲਾਈ ਚੇਨ ਦੀ, ਠੀਕ ਹੈ ਨਾ। ਉਹਦੇ ਵਿੱਚ ਬਲਾਕ ਚੇਨ ਨੇ ਕੋਈ ਮਤਲਬ ਇਹੋ ਜਿਹੀ ਜਾਦੂਗਰੀ ਗੱਲ ਨਹੀਂ ਕਰ ਦੇਣੀ ਕਿ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣ। ਬਲਾਕ ਚੇਨ ਇਜ਼ ਐਕਚੁਅਲੀ ਜਸਟ ਵੈਰੀ ਸਲੋ ਡੇਟਾਬੇਸ, ਬਹੁਤ ਮਹਿੰਗਾ ਤੇ ਬਹੁਤ ਸਲੋ ਡੇਟਾਬੇਸ ਹੈਗਾ। ਇਹਦੇ ਵਿੱਚ ਹਰੇਕ ਚੀਜ਼ ਨਹੀਂ ਮਤਲਬ ਰਿਕਾਰਡ ਕੀਤੀ ਜਾ ਸਕਦੀ, ਨਾ ਹੀ ਕਰਨੀ ਚਾਹੀਦੀ ਹੈਗੀ ਹੈ। ਸਿੰਘ ਜੀ ਤੁਹਾਡਾ ਮਾਈਕ ਬੰਦ ਕਰੋਗੇ ਮਾੜਾ ਜਿਹਾ? ਤੇ ਨਹੀਂ, ਮੈਂ ਆਪਣੇ ਸਿੰਘ ਸਰਦਾਰ ਜੀ ਨੂੰ ਕਹਿ ਰਿਹਾ ਸੀ। ਓਕੇ, ਆਈ ਮਿਊਟਡ ਹਾਂਜੀ ਹਿਮ। ਮੈਂ ਕਰਦੀ ਹਾਂ। ਥੈਂਕ ਯੂ। ਹਾਂਜੀ ਹਾਂਜੀ ਸੋ ਹਾਂਜੀ ਬਾਈ ਜੀ, ਅਮਰਜੀਤ ਸਿੰਘ ਜੀ, ਅਮਰ ਸਿੰਘ ਜੀ, ਤੁਹਾਡਾ ਗੱਲ ਜਿਹੜੀ ਹੈਗੀ ਹੈ ਕਿ ਬਲਾਕ ਚੇਨ ਦਾ ਕੋਈ ਖਾਸ ਫਾਇਦਾ ਨਹੀਂ ਹੈ। ਬਲਾਕ ਚੇਨ ਸਿਰਫ ਉੱਥੇ ਕੰਮ ਆਉਂਦੀ ਹੈ ਜਿੱਥੇ ਟਰਸਟ ਖਤਮ ਕਰਕੇ ਤੇ ਆਪਾਂ ਸਾਰੇ ਜਿਹੜੇ ਹੈਗੇ ਨੇ ਇੱਕ ਦੂਜੇ ਨੂੰ ਬਿਨਾਂ ਟਰਸਟ ਕੀਤੇ ਲੈਣ ਦੇਣ ਕਰ ਸਕੀਏ, ਉਹਦੇ 'ਚ ਬਲਾਕ ਚੇਨ ਕੰਮ ਆਉਂਦੀ ਹੈ। ਤੇ ਬਿਟਕੋਇਨ ਸਭ ਤੋਂ ਵੱਡੀ ਉਹਦੀ ਐਪਲੀਕੇਸ਼ਨ ਹੈਗੀ। ਅਸਲ 'ਚ ਭਾਣਜੀ ਮੇਰੀ ਨੇ ਵੀ ਕੁਛ ਇਸ ਤਰ੍ਹਾਂ ਹੀ ਕਿਹਾ ਸੀ, ਪਰ ਮੈਂ ਗੱਲ ਉਹਦੀ ਗੌਲੀ ਨਹੀਂ। ਮੈਂ ਕਿਹਾ ਇਹ ਵਿਚਾਰੀ ਜਵਾਕੜੀ, ਇਹਨੂੰ ਨਹੀਂ ਪਤਾ ਹੋਣਾ। ਤੇ ਉਹ ਕਹਿੰਦੀ ਨਾ ਉੱਧਰ ਨਾ ਕਰ ਕੁਝ, ਉਹ ਕਹਿੰਦੀ ਮੈਨੂੰ ਦੇ ਦੇ ਪੈਸੇ, ਕਹਿੰਦੀ ਮੈਂ ਇੱਧਰ। ਤੇ ਉਹਨੂੰ ਘਰਦਿਆਂ ਨੇ ਲਾਇਆ ਸੀ ਸਕੂਲ ਪੜ੍ਹਨ, ਤੇ ਹਟ ਗਈ। ਤੇ ਕਹਿੰਦੀ ਜਿਹੜੀ ਕਾਲਜ ਦੀ ਫੀਸ ਦੇਣੀ ਹੈ ਤੇ ਪਤਾ ਨਹੀਂ ਕ੍ਰਿਪਟੋ 'ਚ ਕਰੀ ਜਾਂਦੀ ਆ, ਉਹ ਨੋਟ ਕੁੱਟਦੀ ਆ ਹੁਣ ਘਰੇ ਬੈਠੀ। ਮੈਂ ਉਹਦੇ ਨਾਲ ਰਿਲੇਟ ਕਰ ਸਕਦੀ ਹਾਂ, ਬਿਕੋਜ਼ ਮੈਨੂੰ ਵੀ ਇਹੀ ਰਿਐਕਸ਼ਨ ਮਿਲਦਾ ਹੈ ਮੇਰੀ ਫੈਮਿਲੀ ਤੋਂ। ਮੈਂ ਆਪਣੇ ਚਾਚੇ ਤਾਏ ਮਾਮਿਆਂ ਕੋਲ ਜਾਂਦੀ ਹਾਂ, ਮੈਂ ਕਹਿੰਦੀ ਹਾਂ ਬਿਟਕੋਇਨ ਲਓ, ਬਿਟਕੋਇਨ ਲਓ, ਤੇ ਉਹ ਸਾਰੇ ਮੇਰੇ ਪਿੱਛੇ, ਉਹ ਕਹਿੰਦੇ ਇਹਨੂੰ ਕੀ ਆਫਤ ਆ ਗਈ। ਮੈਨੂੰ ਵੀ ਉਹੀ ਪਹਿਲਾਂ ਤਾਂ ਉਹਨੂੰ ਕੋਈ ਸੀਰੀਅਸਲੀ ਨਹੀਂ ਲੈਂਦਾ, ਤੇ ਬਾਅਦ ਚ ਹੁਣ ਜਦ ਡਾਬਰਮੈਨ ਦੇ ਕੰਨਾਂ ਵਰਗੇ ਹੱਥ ਤੇ ਰੱਖਦੀ ਆ, ਫੇਰ ਹੁਣ ਝਾਕਦੇ ਉਹਦੇ ਵੱਲ ਨੂੰ ਵੀ ਸ਼ਾਇਦ ਇਹਨੂੰ ਪਤਾ ਕੀ ਕਰ ਰਹੀ ਆ। ਜਦੋਂ ਬਿਟਕੋਇਨ ਦਾ ਪ੍ਰਾਈਸ ਉੱਤੇ ਜਾਂਦਾ ਹੈ। ਤੁਸੀਂ ਨਾ ਆਪਣੀ ਭਾਂਜੀ ਨੂੰ ਮੇਰੇ ਨਾਲ ਕਨੈਕਟ ਕਰੋ, ਬਿਕੋਜ਼ ਮੈਂ ਇੰਨੀ ਬੀਬੀਆਂ ਨੂੰ ਨਹੀਂ ਜਾਣਦੀ ਜਿਹੜੇ ਬਿਟਕੋਇਨ 'ਚ ਹੈਗੀਆਂ ਨੇ। ਸੋ ਜਿਹੜੀਆਂ ਹੈਗੀਆਂ ਉਹ ਠੀਕ ਹੈ ਬਹੁਤ ਜੀ, ਸਪੈਸ਼ਲ ਨੇ। ਦੱਸ ਦਿੰਦਾ ਹਾਂਜੀ, ਉਹਨੂੰ, ਬਿਲਕੁਲ ਠੀਕ। ਮੈਂ ਤੁਹਾਡੇ ਨਾਲ ਇੱਕ ਕੁਐਸਚਨ ਪੁੱਛਣਾ ਸੀ ਅਮਰ ਜੀ, ਕਿ ਤੁਹਾਡਾ ਇਹ ਜਿਹੜਾ ਤੁਹਾਡੇ ਲੌਜਿਸਟਿਕਸ ਵਗੈਰਾ ਜਿਹੜੇ ਇਹ ਹੁੰਦਾ ਹੈ, ਇਹ ਕੈਲੀਫੋਰਨੀਆ ਵਿੱਚ ਹੀ ਹੈ ਜਾਂ ਮਤਲਬ ਇੰਟਰਨੈਸ਼ਨਲ ਜਾਂਦਾ ਹੈ? ਨਹੀਂ, ਅਸੀਂ ਸੋ ਇੱਥੇ ਕਰਦੇ, ਅਸੀਂ ਜੀਰੀ ਲਾਉਂਦੇ ਆ ਤੇ ਕਣਕ ਕੈਲੀਫੋਰਨੀਆ 'ਚ, ਤੇ ਬਾਕੀ ਜਿਹੜੀ ਥੋੜੀ ਜ਼ਮੀਨ ਅੱਗੇ ਕਿਰਾਏ ਤੇ ਚਾੜੀ ਆ ਜੀ, ਉਹ ਨਬਰਾਸਕਾ, ਉੱਥੇ ਮੱਕੀ ਹੁੰਦੀ ਆ। ਇੱਥੇ ਜ਼ਿਆਦਾਤਰ ਮੇਨ ਖੇਤੀ ਮੈਂ ਤੇ ਮੇਰੀ ਵਾਈਫ ਕਰਦੇ ਆ ਇਹਦੀ ਬਦਾਮ, ਵਾਲਨਟ ਤੇ ਪੀਚ। ਤੇ ਇੱਥੋਂ ਅੱਛਾ ਉਹ ਫਿਰ ਅੱਗੇ ਜਿਵੇਂ ਬਲੂ ਡਾਇਮੰਡ ਇੱਕ ਕੋਆਪ ਆ, ਉਹ ਖਰੀਦਦੇ ਆ, ਉਹੀ ਸਫਾਈ ਕਰਦੇ ਆ। ਸਫਾਈ ਕਰਕੇ ਫਿਰ ਅੱਗੇ ਕੋਈ ਬਾਹਰਲੇ ਦੇਸ਼ ਜਾਂਦੀ ਆ, ਜਾਂ ਫਿਰ ਅੱਗੇ ਇਹਦਾ ਕੋਈ ਦੁੱਧ ਬਣਾ ਲੈਂਦਾ, ਕੋਈ ਅੱਗੇ ਫੂਡ ਪ੍ਰੋਸੈਸਡ ਪ੍ਰੋਡਕਟ ਬਣ ਜਾਂਦੇ ਆ। ਹਾਂਜੀ। ਸੋ ਤੇ ਅਸੀਂ ਤਾਂ ਹਾਂਜੀ। ਨਹੀਂ ਸੌਰੀ, ਮੈਂ ਬਸ ਇਹ ਕਹਿਣਾ ਸੀ ਕਿ ਤੁਸੀਂ ਜਿਹੜਾ ਉਹਦਾ ਟ੍ਰਾਂਸਫਰ ਕਰਦੇ ਹੋ, ਤੁਹਾਡੇ ਆਪਣੇ ਟਰੱਕ ਲੱਗਦੇ ਨੇ ਜਾਂ ਤੁਸੀਂ ਉਹ ਕੋਈ ਹੋਰ ਸਰਵਿਸ ਉਹਦਾ ਟ੍ਰਾਂਸਫਰ ਕਰਦੇ ਨੇ ਲੌਜਿਸਟਿਕਸ ਵਾਈਜ਼? ਹੈਗੇ ਕਿਰਾਏ ਤੇ ਮਿਲ ਜਾਂਦੇ ਆ ਜੀ। ਜਦੋਂ ਵਾਢੀ ਦਾ ਟਾਈਮ ਹੁੰਦਾ ਜਾਂ ਹਾਰਵੈਸਟ ਦਾ ਟਾਈਮ, ਹੁਣ ਅਸੀਂ ਅਕਤੂਬਰ 'ਚ ਕਰਨੀ ਆ, 12-15 ਤੋਂ ਲੈ ਕੇ 28 ਤਾਈਂ ਇੱਥੇ ਕੈਲੀਫੋਰਨੀਆ ਨਾਰਥ ਹਿੱਸੇ 'ਚ। ਹਾਂਜੀ ਤੇ ਉਦੋਂ ਕਿਰਾਏ ਤੇ ਹੁੰਦੇ ਆ ਟਰੱਕ ਵੀ, ਲੇਬਰ ਵੀ ਮਿਲ ਜਾਂਦੀ ਆ। ਪਰ ਹਾਂਜੀ ਉਸ ਅਸਲ 'ਚ ਹੇਰਾ ਫੇਰੀ ਤਾਂ ਨਹੀਂ ਹੁੰਦੀ। ਅਸਲ 'ਚ ਕੰਮ ਬਿਜ਼ੀ ਆ ਨਾ ਹੁੰਦਾ, ਬੰਦੇ ਭੁੱਲ ਜਾਂਦੇ ਆ। ਹਿਊਮਨ ਐਰਰ ਕਹਿ ਲਓ, ਜਾਂ ਕਈ ਵਾਰੀ ਫੈਟ ਫਿੰਗਰ ਕਹਿ ਲਓ, ਮੋਟੀ ਲੱਗ ਜਾਂਦੀ ਤੇ ਨਹੀਂ ਪਤਾ ਲੱਗਦਾ ਨਾ, ਜੈਨੂਅਨ ਗਲਤੀ ਹੋ ਜਾਂਦੀ ਆ। ਹਾਂਜੀ ਸੋ ਤੇ ਉਹ ਕਾਰਗਿਲ ਵਾਲੇ ਰੈਪ ਤੇ ਹੋਰ ਹੀ ਕੁਝ ਗੱਲ ਕਰਦੇ ਸੀ, ਤੇ ਹੁਣ ਕਾਫੀ ਖਰੀਦੋ ਫਰੋਤ ਉਹਨਾਂ ਦੀ ਕਾਫੀ ਆ, ਤੇ ਤਾਂ ਕਰਕੇ ਉਹਨਾਂ ਨੂੰ ਥੋੜਾ ਜਿਹਾ ਸੀਰੀਅਸਲੀ ਲੈਣਾ ਪੈਂਦਾ। ਪਰ ਹਾਂਜੀ ਗੱਲ ਵੈਸੇ ਬਾਈ ਨੇ ਸਮਝਾਈ ਵੀ ਕੱਢਣ ਪਾਉਣ ਨੂੰ ਲੱਗਦਾ ਨਹੀਂ ਇਹਦੇ ਵਿੱਚ ਕੁਝ ਹੈ ਖਾਸ। ਹਾਂਜੀ, ਨਹੀਂ ਮੈਂ ਇਹ ਕਹਿਣਾ ਸੀ ਕਿ ਜਦੋਂ ਇਹੋ ਜਿਹਾ ਹੁੰਦਾ ਨਾ, ਯੂਜਲੀ ਲੋਕੀ ਫਿਰ ਦੇ ਲੁੱਕ ਐਟ ਲਾਈਕ ਐਸੈਟ ਟਰੈਕਿੰਗ ਲਈ ਫਲੀਟ ਮੈਨੇਜਮੈਂਟ ਦੇ ਸਿਸਟਮਸ ਵਗੈਰਾ ਵੀ ਵਹਿੰਦੇ ਨੇ, ਤੇ ਉਹ ਬੜੇ ਐਡਵਾਂਸਡ ਹੋ ਗਏ ਨੇ ਹੁਣ, ਜਿਹਦੇ ਵਿੱਚ ਇਹ ਵੀ ਵੇਖ ਸਕਦੇ ਹੋ ਕਿ ਟਰੱਕ ਦਾ ਕਿੰਨਾ ਵੇਟ ਸੀਗਾ ਜਦੋਂ ਉਹ ਤੁਹਾਡੇ ਲੋਕੇਸ਼ਨ ਤੋਂ ਨਿਕਲਿਆ,
ਤੇ ਜਦੋਂ ਇੱਥੇ ਦੂਜੀ ਲੋਕੇਸ਼ਨ ਤੇ ਪਹੁੰਚਿਆ ਤੇ ਉਦੋਂ ਟਰੱਕ ਦਾ weight ਜਾਂ goods ਦਾ ਕੋਈ ਚੇਂਜ ਤੇ ਨਹੀਂ ਹੋਇਆ। ਸੋ ਬਹੁਤ ਸਾਰੀਆਂ ਚੀਜ਼ਾਂ ਦਾ ਟਰੈਕ ਹੁੰਦੀਆਂ ਨੇ ਵਿਦ ਐਸਟ ਮੈਨੇਜਮੈਂਟ। ਪਰ ਜੇ ਤੁਹਾਡੇ ਆਪਣੇ ਟਰੱਕਸ ਨਹੀਂ ਹੈਗੇ ਦੈਨ ਇਟਸ ਅ ਲਿਟਲ ਬਿਟ ਹਾਰਡ ਕਿ ਤੁਸੀਂ ਉਹਦੇ ਉੱਤੇ ਫਲੀਟ ਮੈਨੇਜਮੈਂਟ ਦੇ ਡਿਵਾਈਸਿਸ ਲਾ ਦਿਓ। ਬਟ ਇਹ ਵੀ ਇੱਕ ਪੋਪੂਲਰ ਹੁੰਦੀ ਹੈ ਕਿ ਜੇ ਤੁਸੀਂ ਲੌਜਿਸਟਿਕਸ ਲਈ ਟਰੈਕਿੰਗ ਕਰਨ ਲਈ ਤੁਸੀਂ ਫਲੀਟ ਮੈਨੇਜਮੈਂਟ ਦੇ ਸਿਸਟਮਸ ਵੀ ਵੇਖ ਸਕਦੇ ਹੋ ਟਰੱਕਸ ਵਗੈਰਾ ਲਈ। ਠੀਕ ਹੈ ਠੀਕ ਹੈ। ਹਾਂਜੀ ਹਾਂਜੀ ਰੁਪਿੰਦਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਅਹ ਤੁਹਾਡਾ ਕੋਈ ਕੁਐਸਚਨ ਕਮੈਂਟ ਜੀ? ਹਾਂਜੀ ਹਾਂਜੀ, ਮੇਰਾ ਨਾ ਜਿਹੜਾ ਹੁਣੇ ਵੈਸੇ ਆਈਡੀਆ ਕਾਈਂਡ ਗਾਟ ਸ਼ਟ ਡਾਊਨ, ਪਰ ਮੇਰਾ ਨਾ ਅਸੀਂ ਯੂਨੀਵਰਸਿਟੀ 'ਚ ਪ੍ਰੋਜੈਕਟ ਕੀਤਾ ਸੀਗਾ। ਸਟਾਰਬਕਸ ਵਾਸਤੇ ਅਸੀਂ ਕੰਮ ਕਰਦੇ ਪਏ ਸੀ ਉਦੋਂ ਨਾ, ਤੇ ਅਸੀਂ ਇਹ ਇਹਨਾਂ ਨੂੰ ਨਾ ਐਜ਼ ਅ ਕੀ ਕਹਿੰਦੇ ਆ ਆਪਣਾ ਰეკਮੈਂਡ ਕੀਤਾ ਸੀਗਾ ਵੀ ਯੂ ਕੈਨ ਯੂਜ਼ ਬਲੌਕਚੇਨ ਫॉर ਯੂਅਰ ਵੀ ਸਾਰਾ ਕੁਝ ਟਰਾਂਸਪੇਰੈਂਸੀ ਵਾਸਤੇ, ਵੀ ਕਾਫੀ ਦੀ ਵਾਸਤੇ ਨਾ ਵੀ ਪ੍ਰੋਡਕਸ਼ਨ ਕਿੱਥੋਂ ਦੀ, ਕਿਉਂਕਿ ਕਾਫੀ ਦੀ ਮਾਰਕੀਟ 'ਚ ਕੀ ਚੱਲਦਾ ਆ ਵੀ ਪੀਪਲ ਆਰ ਵੈਰੀ ਅਵੇਅਰ ਕਿ ਸਾਨੂੰ ਨਾ ਇਹ ਪਤਾ ਹੋਣਾ ਚਾਹੀਦਾ ਵੀ ਕਾਫੀ ਆ ਕਿੱਥੋਂ ਰਹੀ ਹੈ ਨਾ, ਫੇਅਰ ਟ੍ਰੇਡ ਕਾਫੀ ਦਾ ਜਿਹੜਾ ਕਨਸੈਪਟ ਆ। ਹਾਂਜੀ ਤੇ ਹਾਂਜੀ ਉਹਦੇ 'ਚ ਇਦਾਂ ਹੁੰਦਾ ਵੀ ਜਿਹੜੇ ਪ੍ਰੋਡਿਊਸਰ ਆ, ਜਿਹੜਾ ਫਾਰਮਰ ਆ, ਹੈ ਨਾ, ਉਹਨੂੰ ਵੈਲਿਊ ਪੂਰੀ ਮਿਲੇ। ਤੇ ਜਿਹੜੇ ਸਟੈਟਸ ਸੀਗੇ ਉਹ ਸੀਗੇ ਵੀ ਅਰਾਊਂਡ ਜੇ ਕੋਈ ਕਾਫੀ ਪ੍ਰੋਡਿਊਸ ਕਰਦਾ ਹੈ ਨਾ, ਜਿੰਨੀ ਦੀ ਵਿਕਦੀ ਆ ਐਟ ਦ ਐਂਡ ਤੇ ਜਦ ਆਪਣੇ ਹੱਥ 'ਚ ਆਉਂਦੀ ਆ ਕਾਫੀ, the farmers only get like 5% of the value, ਤੇ ਹਾਂਜੀ ਉਹਨਾਂ ਨੂੰ ਬਹੁਤ ਘੱਟ ਵੈਲਿਊ ਮਿਲਦੀ ਹੈ। ਤਾਂ ਫਿਰ ਇਹਦੇ ਵਾਸਤੇ ਸੀਗਾ ਸੀ ਬਲੌਕਚੇਨ ਤੁਸੀਂ ਯੂਜ਼ ਕਰ ਸਕਦੇ ਹੋ। ਇਹਦੇ ਵਿੱਚ ਨਾ ਉਦੋਂ IBM ਤੇ ਮਾਈਕਰੋਸਾਫਟ ਪਤਾ ਨਹੀਂ ਕੰਮ ਕਰ ਰਹੀਆਂ ਸੀਗੀਆਂ, ਤੇ ਉਹਦੇ 'ਚ ਇਦਾਂ ਸੀਗਾ ਵੀ ਹਰ ਇੱਕ ਪੁਆਇੰਟ ਆਫ ਟ੍ਰਾਂਜੈਕਸ਼ਨ ਤੇ, ਜਿੱਦਾਂ ਫਾਰਮਰ ਨੇ ਪ੍ਰੋਡਿਊਸ ਕੀਤੀ ਅੱਗੇ ਮਿੱਲ 'ਚ ਗਈ ਹੈ ਨਾ, ਮਿੱਲ ਦਾ ਇੱਕ ਪੁਆਇੰਟ ਆਫ ਟ੍ਰਾਂਜੈਕਸ਼ਨ ਹੋ ਗਿਆ, ਬ੍ਰੋਕਰ ਦਾ ਹੋ ਗਿਆ ਅੱਗੇ, ਤੇ ਹਰ ਇੱਕ ਟ੍ਰਾਂਜੈਕਸ਼ਨ ਤੇ ਕਿੰਨੀ ਕਿੰਨੀ ਫੀਸ ਹੋ ਰਹੀ ਹੈ, ਐਕਸਟਰੈਕਟ ਹੋ ਰਹੀ ਹੈ ਨਾ, ਵੀ ਜਿਹੜੀ ਕਾਫੀ ਦੀ ਵੈਲਿਊ 'ਚ ਐਡ ਹੋ ਰਹੀ ਹੈ ਐਂਡ, ਹੈ ਨਾ, ਜਿੰਨੇ ਦੀ ਐਂਡ 'ਚ ਫਿਰ ਆਪਾਂ ਨੂੰ ਜਾ ਕੇ ਮਿਲਦੀ ਆ। ਤਾਂ ਫਿਰ ਇਹਦੇ 'ਚ ਇਹ ਕਨਸੈਪਟ ਸੀ ਵੀ ਹਰ ਇੱਕ ਜੇ ਬਲੌਕਚੇਨ ਆਪਾਂ ਯੂਜ਼ ਕਰਾਂਗੇ ਨਾ ਟੈਕਨੋਲੋਜੀ, ਉਹਦੇ 'ਚ ਇਦਾਂ ਹੋਊਗਾ ਵੀ ਇਟ ਵਿਲ ਬੀ ਮੋਰ ਟਰਾਂਸਪੇਰੈਂਟ। ਤੇ ਜਿਹੜਾ ਹਾਂਜੀ ਕਾਫੀ ਜਿਹੜਾ ਸੈਲਰ ਹੋਊਗਾ, ਹੀ ਵਿਲ ਬੀ ਫੋਰਸਡ ਟੂ ਸੈਲ ਦ ਕਾਫੀ ਐਟ ਦ ਰਾਈਟ ਪ੍ਰਾਈਸ। ਤੇ ਜਿੰਨਾ ਫਿਰ ਕੀ ਕਹਿੰਦੇ ਆਪਣਾ ਫਾਰਮਰ ਨੂੰ ਵੀ ਵੈਲਿਊ ਪੂਰੀ ਮਿਲੂਗੀ। ਜੇ ਲੋਕੀ ਦੇਖਣਗੇ ਵੀ ਫਾਰਮਰ ਨੂੰ ਵੈਲਿਊ ਨਹੀਂ ਮਿਲ ਰਹੀ, ਪੀਪਲ ਵਿਲ ਸਟਾਪ ਗੋਇੰਗ ਟੂ ਦੈਟ ਸ਼ਾਪ, ਹੈ ਨਾ। ਤੇ ਹਾਂਜੀ ਇਹੀ ਚੀਜ਼ ਮੈਂ ਸੋਚਦਾ ਪਿਆ ਸੀ, ਮੈਂ ਕਿਹਾ ਵੀ ਆਪਾਂ ਫਾਰਮਿੰਗ 'ਚ ਵੀ ਯੂਜ਼ ਕਰ ਸਕਦੇ ਹਾਂ ਇਹ ਚੀਜ਼। ਤੇ ਆਈ ਹੈ ਥਿੰਕ ਨਾ। ਇਹ ਜਿਹੜਾ ਕਨਸੈਪਟ ਹੈ ਇਟ ਹੈਜ਼ ਐਕਚੁਅਲੀ ਆਈ ਥਿੰਕ ਦੇਰ ਆਰ ਸਮ ਕੰਪਨੀਜ਼, ਕਿਉਂਕਿ ਇਹ ਜਿਹੜਾ ਕਾਫੀ ਦਾ ਤੁਸੀਂ ਐਗਜ਼ਾਮਪਲ ਦਿੱਤਾ ਨਾ, ਕਾਫੀ ਸਪਲਾਈ ਚੇਨ, ਇਟਸ ਆਈ ਥਿੰਕ ਵੈਰੀ ਪੋਪੂਲਰ ਐਗਜ਼ਾਮਪਲ। ਤੇ ਇਹਦੇ ਉੱਤੇ ਬਹੁਤ ਲੋਕਾਂ ਨੇ, ਇਨਫੈਕਟ ਆਈ ਨੋ ਕਿ ਮੈਂ ਲਾਸਟ 2 ਮਹੀਨੇ ਪਹਿਲਾਂ ਹੀ ਮੈਂ ਇੱਕ ਕ੍ਰਿਪਟੋ ਬਿਟਕੋਇਨ ਮੀਟਅਪ ਤੇ ਗਈ ਸੀ ਇੱਥੇ ਸਿਡਨੀ ਦੇ ਵਿੱਚ। ਤੇ ਇੱਕ ਕੰਪਨੀ ਇੱਥੇ ਹੈਗੀ ਹੈ ਲੋਕਲ, ਜਿਨ੍ਹਾਂ ਨੇ ਆਲਰੇਡੀ ਇਹ ਪ੍ਰੋਡਕਟ ਬਣਾਤਾ ਹੈ। ਤੇ ਉਹਨਾਂ ਨੇ ਕੀ ਕੀਤਾ ਹੈ ਕਿ ਕਾਫੀ ਕੋਈ ਇਥੀਓਪੀਆ ਵਿੱਚ ਉਹਨਾਂ ਨੇ ਕੀਤਾ ਹੈ, ਕੋਈ ਇਥੀਓਪੀਆ ਵਿਲੇਜ ਦੇ ਵਿੱਚ ਜਿੱਥੇ ਕਾਫੀ ਗਰੋਵਰਸ ਹੈਗੇ ਨੇ, ਉਹਨਾਂ ਲਈ ਉਹਨਾਂ ਨੇ ਸਪਲਾਈ ਚੇਨ ਦਾ ਇੱਕ ਪੂਰਾ ਬਲੌਕਚੇਨ ਦੇ ਉੱਤੇ ਕਨਸੈਪਟ ਬਣਾਇਆ। ਤੇ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੂੰ ਪ੍ਰੋਬਲਮ ਆ ਰਹੀ ਸੀ ਲੋਕਾਂ ਨੂੰ ਸਮਝਾਉਣ ਲਈ ਕਿ ਕਿਵੇਂ ਇਹਨੂੰ ਅਸੀਂ ਔਨਬੋਰਡ ਕਰੀਏ ਲੋਕਾਂ ਨੂੰ, ਕਿ ਲੋਕੀ ਇਸ ਸਿਸਟਮ ਦੇ ਵਿੱਚ ਯੂਜ਼ ਕਰਨ ਤੇ ਇਹਨਾਂ ਨੂੰ ਦੇ ਲੌਗ ਆਲ ਦ ਰਾਈਟ ਥਿੰਗਸ। ਤੇ ਲੋਕੀ ਨਹੀਂ ਸੁਣ ਰਹੇ ਸੀ ਉਹਨਾਂ ਦੀ, ਦੇ ਡਿਡਨਟ ਕੇਅਰ ਕਿ ਉਹਨਾਂ ਨੂੰ ਕੀ ਸੀ ਬਲੌਕਚੇਨ who cares, ਹਾਂਜੀ that was their thinking। ਫਿਰ ਇਹਨਾਂ ਨੇ ਬੜਾ ਜੀਨੀਅਸ ਆਈਡੀਆ ਲਿਆਏ, ਇਹ ਵਾਪਸ ਗਏ, ਦੇ ਵੈਂਟ ਬੈਕ ਟੂ ਦ ਡਰਾਇੰਗ ਬੋਰਡ। ਉਹਨਾਂ ਨੇ ਕਿਹਾ ਅਸੀਂ ਨਾ ਮੋਬਾਈਲ ਫੋਨਸ ਡਿਵੈਲਪ ਕਰਨੇ ਆ ਤੇ ਲੋਕਾਂ ਨੂੰ ਫ੍ਰੀ ਮੋਬਾਈਲ ਫੋਨਸ ਦਿੰਨੇ ਆ ਜਿਹਦੇ ਵਿੱਚ ਇਹ ਟੈਕਨੋਲੋਜੀ ਹੈ। ਜੇ ਫ੍ਰੀ ਮੋਬਾਈਲ ਫੋਨਸ ਦੇਵਾਂਗੇ ਫਿਰ ਉਹ ਯੂਜ਼ ਕਰਨਗੇ। ਫਿਰ ਉਹਨਾਂ ਨੇ ਜਾ ਕੇ ਵਾਪਸ ਫ੍ਰੀ ਮੋਬਾਈਲ ਫੋਨਸ ਦਿੱਤੇ ਜੋ ਮੋਬਾਈਲ ਫੋਨਸ ਵਾਂਗੂ ਆਪਰੇਟ ਨਹੀਂ ਕਰਦੇ, ਉਹਦੇ ਵਿੱਚ ਸਿਰਫ ਇੱਕ ਐਪ ਹੈ ਜੋ ਇਹਦੇ ਕਾਫੀ ਸਪਲਾਈ ਚੇਨ ਦੇ ਲਈ ਸੀ। ਤੇ ਉਹਨਾਂ ਨੇ ਜਾ ਕੇ ਵਾਪਸ ਉਹਨਾਂ ਨੂੰ ਫੋਨ ਵੰਡੇ ਤੇ ਲੋਕੀ ਬੜੇ ਐਕਸਾਈਟਿਡ ਹੋ ਗਏ। ਤੇ ਹੁਣ ਉਹ ਪ੍ਰੋਜੈਕਟ ਚੱਲ ਰਿਹਾ ਉਹਨਾਂ ਕੋਲ, ਹੁਣ 140 ਜਾਂ 50 ਕਾਫੀ ਗਰੋਰਸ ਹੈਗੇ ਨੇ, ਕਿਉਂਕਿ ਇਹ ਸਪਲਾਈ ਚੇਨ ਇਟਸ ਬੜੀ ਕੰਪਲੈਕਸ ਹੈਗੀ ਹੈ ਕਾਫੀ ਦੀ। ਇਹਦੇ ਵਿੱਚ ਫਾਰਮਰਸ ਵੀ ਨੇ, ਮਿਲ ਵੀ ਹੈਗੀ ਹੈ, ਇੰਪੋਰਟਰਸ, ਐਕਸਪੋਰਟਰਸ, ਟਰਾਂਸਪੋਰਟਰਸ, ਬ੍ਰੋਕਰਸ, ਰੋਸਟਰਸ, ਪੈਕੇਜਰਸ। ਰੋਸਟਰਸ ਆ ਗਏ ਹਨ। ਹਾਂਜੀ, ਬਟ ਰਜਿੰਦਰ ਜੀ, what is your thoughts on this? ਸੋ ਇਹ ਜਿਹੜੀ ਗੱਲ ਹੈਗੀ ਨਾ ਬਲੌਕਚੇਨ ਦੇ ਵਿੱਚ ਯੂ ਕੈਨ ਹੈਵ ਅ ਪ੍ਰਾਈਵੇਟ ਬਲੌਕਚੇਨ। ਤੁਸੀਂ ਆਪਣਾ ਪ੍ਰਾਈਵੇਟ ਪਰਮਿਸ਼ਨ ਬਲੌਕਚੇਨ ਬਣਾ ਸਕਦੇ ਹੈਗੇ ਹੋ, ਠੀਕ ਹੈ ਨਾ, ਜਿਹਦੇ ਵਿੱਚ ਸਾਰੇ ਫਾਰਮਰਸ ਨੂੰ, ਸਾਰੀਆਂ ਜਿਹੜੇ ਹੈਗੇ ਨੇ ਵਿਚਾਲੇ ਦਲਾਲ ਹੈਗੇ ਨੇ, ਤੇ ਸਾਰੇ ਐਂਡ ਯੂਜ਼ਰ ਕਸਟਮਰ ਜਿਵੇਂ ਸਟਾਰਬਕਸ ਹੋਏ, ਉਹ ਹਰ ਕੋਈ ਬਲੌਕਚੇਨ ਦੀ ਕਾਪੀ ਰੱਖ ਸਕਦਾ ਹੈਗਾ। ਉਹ ਤੁਹਾਡੀ ਪ੍ਰਾਈਵੇਟ ਬਲੌਕਚੇਨ ਹੋਏਗੀ। ਉਹ ਇੰਨੀ ਡੀਸੈਂਟਰਲਾਈਜ਼ਡ ਨਹੀਂ ਹੋਏਗੀ ਕਿਉਂਕਿ ਉਹਨੂੰ ਅਪਡੇਟ ਕਰਨ ਵਾਲਾ ਫਿਰ ਵੀ ਕੋਈ ਨਾ ਕੋਈ ਟਰਸਟਡ ਸਿਸਟਮ ਹੈਗਾ, ਠੀਕ ਹੈ ਨਾ। ਮੇਨ ਜਿਹੜਾ ਫਰਕ ਹੈਗਾ ਉਹ ਇਹ ਹੈ ਕਿ ਜਦੋਂ ਤੁਹਾਡੀ ਬਲੌਕਚੇਨ ਹੈਗੀ ਆ ਆਪਣੇ ਬਿਜ਼ਨਸ ਖਾਤਰ, ਜਿਵੇਂ ਕਾਫੀ ਬਿਜ਼ਨਸ ਹੋਇਆ, ਜਾਂ ਅਮਰ ਸਿੰਘ ਬਾਈ ਜੀ ਕਹਿ ਰਹੇ ਸੀਗੇ ਉਹਨਾਂ ਦਾ ਬਦਾਮਾਂ ਦਾ ਬਿਜ਼ਨਸ ਹੋਇਆ, ਜਾਂ ਇਸ ਤਰ੍ਹਾਂ,
ਉਹਦੇ ਵਿੱਚ ਤੁਹਾਡਾ ਜਿਹੜਾ ਰਿਸਕ ਹੈਗਾ ਉਹ ਸਿਰਫ ਉਸ ਚੀਜ਼ ਤੇ ਹੈਗਾ ਜਿਹੜੀ ਇਸ ਵੇਲੇ ਪ੍ਰੋਡਕਸ਼ਨ ਸਪਲਾਈ ਚੇਨ ਦੇ ਵਿੱਚ ਚੱਲ ਰਹੀ ਹੈਗੀ ਹੈ, ਠੀਕ ਹੈ ਨਾ। ਜਿਹੜਾ ਤੁਸੀਂ ਪਹਿਲਾਂ ਕਈ ਸਾਲਾਂ ਤੋਂ ਕਮਾ ਕੇ ਮੁਨਾਫਾ ਰੱਖਿਆ ਹੋਇਆ ਹੈ ਜਾਂ ਕੋਈ ਕਰਜ਼ਾ ਦਿੱਤਾ ਹੋਇਆ ਕਿਸੇ ਨੇ, ਉਹਦੇ ਨੂੰ ਉਸ ਨੂੰ ਕੋਈ ਉਹਦਾ ਖਤਰਾ ਨਹੀਂ ਹੈਗਾ। ਸੋ ਤੁਹਾਡਾ ਰਿਸਕ ਜਿਹੜਾ ਹੈਗਾ ਉਹ ਇਹੀ ਹੈਗਾ ਕਿ ਆਪਣਾ ਜਿਹੜੀ ਸਪਲਾਈ ਚੇਨ ਦੇ ਵਿੱਚ ਮਟੀਰੀਅਲ ਹੈਗਾ ਉਹਦੇ ਵਿੱਚ ਘਪਲਾ ਹੋ ਸਕਦਾ ਹੈਗਾ, ਠੀਕ ਹੈ ਨਾ। ਤੇ ਮੇਨਲੀ ਟਰਾਂਸਪੇਰੈਂਸੀ ਵਧਾਉਣ ਦਾ ਇਹੀ ਫਾਇਦਾ ਹੈਗਾ ਕਿ ਤੁਹਾਨੂੰ ਇੱਕ ਚੀਜ਼ ਘਟ ਜਾਂਦੀ ਹੈਗੀ ਹੈ, ਜਿਹੜੀ ਇਹ ਹੁੰਦੀ ਹੈ ਕਿ ਤੁਸੀਂ ਸੈਂਟਰਲਾਈਜ਼ਡ ਡੇਟਾਬੇਸ ਨੂੰ ਸਵਾਲ ਪੁੱਛੋ ਕਿ ਜੀ ਫਲਾਨੀ ਚੀਜ਼ ਕਿੱਥੇ ਹੈਗੀ ਹੈ, ਕਿੰਨੀ ਮਾਤਰਾ ਦੇ ਵਿੱਚ ਹੈਗੀ ਹੈ, ਪਰ ਉਹਦੇ ਵਿੱਚ ਫਿਰ ਵੀ ਤੁਹਾਨੂੰ ਟਰਸਟਡ ਸਿਸਟਮ ਜਿਹੜਾ ਹੈਗਾ ਵਰਤਣਾ ਪੈਣਾ, ਚਾਹੇ ਤੁਸੀਂ ਬਲਾਕ ਚੇਨ ਵਰਤ ਲਓ। ਲਾਈਕ ਆਈ ਸੈਡ, ਓਰੇਕਲ ਪ੍ਰੋਬਲਮ ਇਹਦਾ ਕੋਈ ਹੱਲ ਨਹੀਂ ਹੈਗਾ। ਜਿੱਥੇ ਵੀ ਕਿਤੇ ਤੁਹਾਡਾ ਸਮਾਨ ਪਹੁੰਚਿਆ ਹੋਇਆ ਉੱਥੇ ਉਹਨਾਂ ਨੇ ਗਿਣਨਾ ਮਿਣਨਾ ਹੈਗਾ, ਤੋਲਣਾ ਹੈਗਾ, ਤੇ ਉਸੇ ਨੂੰ ਤੁਸੀਂ ਉਸੇ ਤੇ ਯਕੀਨ ਕਰੋਗੇ। ਸੋ ਯੂ ਆਰ ਟਰਸਟਿੰਗ ਫਿਜ਼ੀਕਲ ਸਿਸਟਮ ਦੇਅਰ, ਉਹਨੂੰ ਕਹਿੰਦੇ ਓਰੇਕਲ। ਸੋ ਓਰੇਕਲ ਪ੍ਰੋਬਲਮ ਜਿਹੜੀ ਹੈਗੀ ਆ ਉਹ ਫਿਕਸ ਨਹੀਂ ਕੀਤੀ ਜਾ ਸਕਦੀ, ਉਹਦਾ ਕੋਈ ਹੱਲ ਨਹੀਂ ਹੈਗਾ। ਸੋ ਪ੍ਰਾਈਵੇਟ ਬਲਾਕ ਚੇਨ ਜਿਹੜੀਆਂ ਹੈਗੀਆਂ ਥੋੜੀ ਮੋਟੀ ਟਰਾਂਸਪੇਰੈਂਸੀ ਵਧਾ ਸਕਦੀਆਂ, ਪਰ ਉਹ ਜਿਹੜੀ ਪੂਰੀ ਟਰਸਟਲੈਸਨੈਸ ਹੈਗੀ ਹੈ ਉਹ ਨਹੀਂ ਲਿਆ ਸਕਦੀਆਂ। ਬਿਟਕੋਇਨ ਦੇ ਸਿਸਟਮ ਦੇ ਵਿੱਚ ਟਰਸਟਲੈਸਨੈਸ ਕਿਸ ਕਰਕੇ ਹੈਗੀ ਹੈ? ਕਿਉਂਕਿ ਇਹ ਸਾਰੇ ਦਾ ਸਾਰਾ ਹੀ ਨਾਨ ਫਿਜ਼ੀਕਲ ਸਿਸਟਮ ਹੈਗਾ। ਇਹ ਸਿਰਫ ਕ੍ਰਿਪਟੋਗ੍ਰਾਫਿਕਲੀ ਪ੍ਰਾਈਵੇਟ ਕੀਜ਼ ਨਾਲ ਮੈਨੇਜ ਕੀਤੀਆਂ UTXOs, ਅਨਸਪੈਂਟ ਟ੍ਰਾਂਜੈਕਸ਼ਨ ਆਊਟਪੁੱਟਸ, ਦੈਟਸ ਐਕਚੁਅਲ ਬਿਟਕੋਇਨ ਮਨੀ, ਉਹ ਜਿਹੜਾ ਹੈਗਾ ਉਹਨੂੰ ਮੈਨੇਜ ਕਰਨ ਲਈ ਸ਼ੁਰੂ ਤੋਂ ਜਿਹੜਾ ਚੱਲਿਆ ਹੋਇਆ ਤੇ ਜਿਹੜੇ ਨਵੇਂ ਬਿਟਕੋਇਨ ਆ ਰਹੇ ਨੇਗੇ, ਹਰੇਕ ਟ੍ਰਾਂਜੈਕਸ਼ਨ ਤੁਸੀਂ ਵੈਰੀਫਾਈ ਕਰ ਸਕਦੇ ਹੋ, ਤੇ ਉਹਦੇ ਨਾਲ ਤੁਸੀਂ ਬਿਨਾਂ ਕਿਸੇ ਥਰਡ ਪਾਰਟੀ ਤੇ ਭਰੋਸਾ ਕੀਤੇ, ਬਿਨਾਂ ਕਿਸੇ ਉਸ ਤਰ੍ਹਾਂ ਦੀ ਯਕੀਨ ਦੀ ਲੋੜ ਦੇ ਤੁਸੀਂ ਸਾਰਾ ਕੁਝ ਆਪਦਾ ਮੇਨਟੇਨ ਕਰ ਸਕਦੇ ਹੋ, ਮੋਨੀਟਰੀ ਸਿਸਟਮ ਜਿਹੜਾ ਹੈਗਾ ਬਿਟਕੋਇਨ ਦਾ। ਤੇ ਇਹ ਸਭ ਤੋਂ ਵੱਡਾ ਫਰਕ ਹੈਗਾ। ਸੋ ਇਹਦੀ ਖਾਤਰ ਜਿਹੜਾ ਪ੍ਰੂਫ ਆਫ ਵਰਕ, ਨਵੇਂ ਬਲਾਕ ਬਣਦੇ ਨੇਗੇ ਪ੍ਰੂਫ ਆਫ ਵਰਕ ਨਾਲ, ਤੇ ਹਰ ਕਿਸੇ ਕੋਲੇ ਕਾਪੀ ਹੁੰਦੀ ਹੈਗੀ ਹੈ ਬਲਾਕ ਚੇਨ ਦੀ, ਹਰੇਕ ਟ੍ਰਾਂਜੈਕਸ਼ਨ ਨੂੰ ਹਰੇਕ ਨੋਡ ਵੈਰੀਫਾਈ ਕਰਦਾ ਹੈਗਾ, ਹਰੇਕ ਨਵੇਂ ਬਲਾਕ ਨੂੰ ਵੀ ਵੈਰੀਫਾਈ ਕਰਦੇ ਨੇਗੇ। ਉਹਦੀ ਲੋੜ ਜਿਹੜੀ ਹੈਗੀ ਹੈ, ਉਹਦੀ ਜਿਹੜੀ ਅਸਲ ਐਪਲੀਕੇਸ਼ਨ ਹੈਗੀ ਹੈ ਬਿਟਕੋਇਨ ਸਿਸਟਮ ਵਿੱਚ ਹੀ ਹੈਗੀ ਹੈ। ਨਹੀਂ ਤੇ ਬਾਕੀ ਦੀਆਂ ਜਿਹੜੀਆਂ ਬਲਾਕ ਚੇਨ ਐਪਲੀਕੇਸ਼ਨਸ ਨੇ ਨਾ, ਜ਼ਿਆਦਾਤਰ ਖਾਸ ਕਰਕੇ ਸਪਲਾਈ ਚੇਨ ਲੌਜਿਸਟਿਕਸ ਵਗੈਰਾ ਵਾਲੀਆਂ, ਉਹਦੇ ਵਿੱਚ ਤੁਹਾਨੂੰ ਓਰੇਕਲਸ ਵੀ ਆ ਜਾਂਦੇ ਨੇਗੇ। ਓਰੇਕਲ ਨੂੰ ਆਪਣਾ ਵਰਤ ਕੇ ਤੇ ਉਹਦੇ ਤੇ ਯਕੀਨ ਕਰਨਾ ਉਹਦੇ ਲਈ ਜ਼ਰੂਰੀ ਹੈਗਾ। ਤੇ ਜਿੱਥੇ ਵੀ ਕਿਤੇ ਕੋਈ ਧੋਖੇਬਾਜ਼ੀ ਕਰਦਾ, ਕੋਈ ਹੇਰਾਫੇਰੀ ਕਰਦਾ ਹੈਗਾ, ਉਹਦਾ ਰਿਸਕ ਹੈਗਾ। ਪਰ ਗੇਮ ਥਿਊਰੀ ਬਿਜ਼ਨਸ ਦੀ, ਸਪਲਾਈ ਚੇਨ ਦੀ ਵੀ ਇਹੋ ਹੈਗੀ ਹੈ ਕਿ ਜੇ ਕਿਸੇ ਨੇ ਹੇਰਾਫੇਰੀ ਕੀਤੀ ਤਾਂ ਉਹਨਾਂ ਦੇ ਜਿਹੜਾ ਹੈਗਾ ਰੈਪੂਟੇਸ਼ਨ ਖਰਾਬ ਹੋ ਜਾਣੀ ਹੈਗੀ ਹੈ ਤੇ ਉਹਨਾਂ ਦਾ ਬਿਜ਼ਨਸ ਢੰਗ ਨਾਲ ਨਹੀਂ ਚੱਲਣਾ। ਸੋ ਦੇਰ ਇਜ਼ ਰੂਮ ਫॉर ਬਲਾਕ ਚੇਨ ਇਨ ਦੀਜ਼ ਐਪਲੀਕੇਸ਼ਨਸ, ਬਟ ਇਹ ਬਿਟਕੋਇਨ ਵਗੈਰਾ ਵਾਲੇ ਮੋਨੀਟਰੀ ਸਿਸਟਮ ਦੀ ਕੰਪਲੀਟ ਟਰਸਟਲੈਸਨੈਸ ਵਾਲੀ ਜਿਹੜੀ ਬਲਾਕ ਚੇਨ ਹੈਗੀ ਹੈ ਉਹ ਨਹੀਂ ਹੋ ਸਕਦੀ। ਹਾਂਜੀ, ਇਹ ਗੱਲ ਤੁਹਾਡੀ ਸਹੀ ਹੈ ਵੀ ਉਹਦੇ ਚ ਮੈਂ ਮੰਨਿਆ, ਇਹ ਤੁਹਾਡੀ ਗੱਲ ਸਹੀ ਹੈ ਵੀ ਓਰੇਕਲ ਵਾਲੀ ਜਿਹੜੀ ਪ੍ਰੋਬਲਮ ਹੈ ਹਨਾ, ਵੀ ਫਿਜ਼ੀਕਲ ਤੇ ਕੰਪਿਊਟਰ ਸਿਸਟਮ ਜਿੱਥੇ ਮੀਟ ਹੁੰਦੇ ਆ ਉੱਥੇ ਘਪਲਾ ਹੋ ਸਕਦਾ। ਪਰ ਜੇ ਕੰਸੀਡਰ ਕੀਤਾ ਜਾਵੇ ਵੀ ਹੁਣ ਐਜ਼ ਆਫ ਰਾਈਟ ਨਾਓ ਹੁਣ ਕੋਈ ਇਦਾਂ ਦਾ ਸਿਸਟਮ ਐਗਜ਼ਿਸਟ ਹੀ ਨਹੀਂ ਕਰਦਾ ਹੈ ਨਾ, ਉਹ ਚੀਜ਼ ਨੂੰ ਦੇਖੀਏ ਤਾਂ ਇਹਦੇ ਵਿੱਚ ਕਾਫੀ ਮੇਰੇ ਹਿਸਾਬ ਨਾਲ ਵੀ ਹੈਗਾ ਰੂਮ ਵੀ ਇੱਥੇ ਹੈ ਨਾ ਨਵੀਂ ਇਨੋਵੇਸ਼ਨ ਹੋ ਸਕਦੀ ਆ, ਕਿਉਂਕਿ ਫਾਰਮਰਸ ਆਰ ਦ ਮੇਨ ਪੀਪਲ ਹੂ ਆਰ ਗੈਟਿੰਗ ਹੈ ਨਾ ਸਕਰੂਡ, ਤੇ ਜੇ ਉਹਨਾਂ ਵਾਸਤੇ ਇਹ ਸਿਸਟਮ ਮੇਰੇ ਹਿਸਾਬ ਨਾਲ ਆ ਜਾਵੇ ਕਾਈਂਡ ਆਫ ਇਟ ਵਿਲ ਹੈਲਪ them a lot। ਆਈ ਤੇ ਥਿੰਕ ਰੁਪਿੰਦਰ ਜੀ, ਮੈਂ ਨਾ ਇਹਦੇ ਉੱਤੇ ਮੈਂ ਥੋੜਾ ਰਿਸਰਚ ਕੀਤਾ ਸੀ। ਆਈ ਥਿੰਕ ਵਨ ਯੂਜ਼ ਕੇਸ, ਐਂਡ ਰਜਵਿੰਦਰ ਜੀ ਯੂ ਕੈਨ, ਐਂਡ ਤਰੁਣ ਜੀ ਯੂ ਹੇਅਰ ਐਜ਼ ਵੈਲ, ਯੂ ਕੈਨ ਕਰੈਕਟ ਮੀ ਇਫ ਆਈ ਐਮ ਰੋਂਗ, ਬਟ ਇੱਕ ਜਿਹੜਾ ਮੈਂ ਯੂਜ਼ ਕੇਸ ਦਾ ਥੋੜਾ ਰਿਸਰਚ ਕੀਤਾ ਸੀ ਬਲੌਕਚੇਨ ਲਈ, ਪੰਜਾਬ ਦੇ ਫਾਰਮਰਸ ਲਈ, ਉਹ ਸੀਗਾ ਸਪਲਾਈ ਐਂਡ ਡਿਮਾਂਡ ਦਾ ਜਿਹੜਾ ਪ੍ਰੋਬਲਮ ਹੈਗਾ ਹੈ ਕਿ ਉਹਨਾਂ ਨੂੰ ਇਹ ਨਹੀਂ, ਮਤਲਬ ਓਬਵੀਅਸਲੀ ਬਿਕੋਜ਼ ਕੋਈ ਡੇਟਾਬੇਸ ਨਹੀਂ ਹੈਗਾ ਕਿ ਕਿਹੜੀ ਮੰਡੀ ਤੇ ਕਿੰਨੀ ਸਪਲਾਈ ਹੈ ਤੇ ਕਿੰਨੀ ਡਿਮਾਂਡ ਹੈ, ਤੇ ਉਹਦੇ ਕਾਰਨ ਕਿੰਨੀਆਂ ਫਸਲਾਂ ਜਿਹੜੀਆਂ ਉਹ ਨਾਟ ਓਨਲੀ ਲੋਸਟ ਹੋ ਜਾਂਦੀਆਂ ਨੇ, ਖਰਾਬ ਹੋ ਜਾਂਦੀਆਂ ਨੇ, ਵੇਸਟ ਹੋ ਜਾਂਦੀਆਂ ਨੇ, ਬਟ ਆਲਸੋ ਫਿਰ ਪ੍ਰਾਈਸ ਜਿਹੜੀ ਨੈਗੋਸ਼ੀਏਸ਼ਨ ਪਾਵਰ ਹੈ ਉਹ ਵੀ ਨਹੀਂ ਰਹਿੰਦੀ, ਬਿਕੋਜ਼ ਇੱਕ ਮੰਡੀ ਤੇ ਜਿਸ ਸੇਮ ਆਫ ਦ ਸਬਜ਼ੀਆਂ ਸੈਚੂਰੇਟ ਹੋ ਕੇ ਸੇਮ ਸੈਚੂਰੇਸ਼ਨ ਹੋ ਗਈ, ਤੇ ਫਿਰ ਉਹ ਨੈਗੋਸ਼ੀਏਸ਼ਨ ਪਾਵਰ ਵੀ ਨਹੀਂ ਰਹਿੰਦੀ ਉਹਨਾਂ ਕੋਲ, ਫਿਰ ਉਹ ਵੀ ਸਸਤਾ ਵੇਚਣਾ ਪੈਂਦਾ ਹੈ। ਸੋ ਉਹ ਜਿਹੜਾ ਸਪਲਾਈ ਐਂਡ ਡਿਮਾਂਡ ਦਾ ਹੈ, ਉਹ ਆਈ ਵਾਸ ਥਿੰਕਿੰਗ that could be managed by blockchain, but what do you guys think? ਪਹਿਲਾਂ ਹੀ ਗੁੱਡ ਮਾਰਨਿੰਗ। ਇੱਥੇ ਮੇਰੇ ਥੋੜਾ ਜਿਹਾ ਅਰਲੀ ਹੋ ਗਿਆ, ਕੱਲ ਮੈਂ ਰਾਤੀ ਲੇਟ ਸੋਇਆ। ਰਾਜਵਿੰਦਰ ਜੀ ਦੀ ਗੱਲ ਤੇ ਜੋ ਪਹਿਲਾਂ ਦੱਸ ਰਹੇ ਸੀਗੇ ਬਿਲਕੁਲ ਦਰੁਸਤ ਹੈ ਕਿ ਜਿਹੜੀ ਆਪਣਾ
ਟ੍ਰੇਸੇਬਿਲਟੀ ਹੈਗਾ ਪ੍ਰੋਡਕਟ। ਮੈਂ ਐਕਚੁਅਲੀ ਸਪਲਾਈ ਚੇਨ 'ਚ ਵੀ ਕੰਮ ਕੀਤਾ ਪਹਿਲਾਂ। ਤੇ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਵੇਂ ਆ ਵੱਡੇ ਸਿਸਟਮਸ ਹੈ, SAP ਹੈਗਾ, ਵੱਡੇ ਵੱਡੇ ਸਿਸਟਮਸ ਡਿਪਲੋਏ ਹੋਏ ਹੈ ਕੰਪਨੀਆਂ 'ਚ। ਆਪਣੀ ਭਾਜੀ ਦੀ ਗੱਲ ਬਿਲਕੁਲ ਸਹੀ ਹੈ ਕਿ ਟਰਸਟ ਕਰਨਾ ਪੈਂਦਾ ਤੁਹਾਨੂੰ। ਜਦ ਤੁਸੀਂ ਗੱਲ ਆਉਂਦੀ ਹੈ, ਤੁਸੀਂ ਪ੍ਰੋਟੋਟਾਈਪ ਤਾਂ ਬਣਾ ਸਕਦੇ ਹੋ ਸਿਸਟਮ ਕਿ ਹਾਂ ਵੀ ਤੁਸੀਂ ਇੱਕ ਤਰ੍ਹਾਂ ਨਾਲ ਟਰੇਸ ਕਰ ਰਹੇ ਹੋ ਕਿ ਕਿੱਥੇ ਤੁਹਾਡਾ ਗੁੱਡਸ ਡੈਸਟੀਨੇਸ਼ਨ ਮਤਲਬ ਸੋਰਸ ਕਿੱਥੋਂ ਹੋ ਰਿਹਾ ਹੈ, ਫੂਡ ਜਾਂ ਕੋਈ ਵੀ ਆਈਟਮ। ਪਰ ਪ੍ਰੋਬਲਮ ਤਦ ਆਉਂਦੀ ਹੈ ਕਿ ਜਦ ਐਂਟਰ ਕਰ ਰਿਹਾ ਕੋਈ ਡੇਟਾਬੇਸ, ਰਾਈਟ, ਤੁਸੀਂ ਪੂਰੇ ਯੂ ਹੈਵ ਟੂ ਸਪਲਾਈ ਚੇਨ ਦਾ ਮਤਲਬ ਹੈ ਕਿ ਤੁਹਾਨੂੰ ਸਾਰੀ ਸਪਲਾਈ ਚੇਨ 'ਚ ਸਾਰਿਆਂ ਉੱਤੇ ਟਰਸਟ ਕਰਨਾ ਪੈਂਦਾ। ਜਿਵੇਂ ਸਪੋਜ਼ ਤੁਸੀਂ ਮੈਨੂਫੈਕਚਰਿੰਗ 'ਚ ਕਿੰਨੇ ਸਾਰੇ ਕੰਪੋਨੈਂਟ ਹੁੰਦੇ, ਜਿਵੇਂ ਐਪਲ ਦੇ ਆਈਫੋਨ ਹੈਗਾ ਤੇ ਬਹੁਤ ਸਾਰੇ ਉਹਦੇ ਸਪਲਾਇਰ ਹੁੰਦੇ ਆ। ਤੇ ਪਹਿਲਾਂ ਤਾਂ ਸਪਲਾਇਰਾਂ ਐਂਟਰ ਡੇਟਾ ਕਰੈਕਟ ਕਰਨਗੇ ਤਾਂ ਫਿਰ ਅੱਗੇ ਅੱਗੇ ਟਰੇਸ ਹੋਏਗਾ। ਸਪੋਜ਼ ਕੋਈ ਲਾਅ ਹੋ ਜੇ, ਕੋਈ ਸਟੈਂਡਰਡ ਹੋ ਜੇ ਕਿ ਬਈ ਅਸੀਂ ਐਂਟਰ ਕਰਤਾ ਡੇਟਾ ਸਹੀ, ਫਿਰ ਅੱਗੇ ਪ੍ਰੋਬਲਮ ਮੈਂ ਇਸ ਹਿਸਾਬ ਨਾਲ ਸੋਚਦਾ ਕਿ ਆ ਵੱਡੀ ਵੱਡੀ ਕੰਪਨੀਆਂ ਜਿਵੇਂ ਵਾਲਮਾਰਟ ਵੀ ਕਰ ਰਹੀ ਹੈ ਪ੍ਰੋਗਰਾਮ, ਇੱਕ ਅੱਧੀ ਕੰਪਨੀਆਂ ਕਰ ਰਹੀਆਂ। ਪਹਿਲਾਂ ਤਾਂ ਪ੍ਰੋਬਲਮ ਇਹ ਹੈ ਕਿ ਵੱਡੀ ਕੰਪਨੀਆਂ 'ਚ ਜਿਹੜਾ ਡੇਟਾਬੇਸ ਆ ਸੈਂਟਰਲਾਈਜ਼ਡ ਹੁੰਦਾ ਹੈ ਯੂਜਲੀ, ਕਿਉਂਕਿ ਉਹ ਫਾਸਟਰ ਹੁੰਦਾ ਜ਼ਿਆਦਾ। ਤੇ ਸਪੋਜ਼ ਭਾਵੇਂ ਕਹਿ ਦੋ ਕਿ ਵੀ ਫਿਊਚਰ 'ਚ ਸਾਰੇ ਇਕੱਠੇ ਹੋ ਕੇ ਡਿਸਾਈਡ ਕਰ ਲਿਆ ਉਹਨਾਂ ਨੇ ਵੀ ਬਲੌਕਚੇਨ 'ਚ ਆ ਗਏ ਅਸੀਂ, ਅੱਛਾ ਚਲੋ ਠੀਕ ਹੈ। ਪਰ ਹੁਣ ਪ੍ਰੋਬਲਮ ਇਹ ਹੈ ਕਿ ਵੀ ਤੁਸੀਂ ਬਲੌਕਚੇਨ ਵੀ ਇਹ ਸੋਲੂਸ਼ਨ ਹੈ ਜ਼ਰੂਰੀ ਕਿ ਨਹੀਂ, ਲਾਈਕ ਐਂਡ ਯੂਜ਼ਰ ਕੀ ਚਾਹੁੰਦਾ। ਲਾਈਕ ਜੇ ਤਾਂ ਮੈਂ ਕਹਿਣਾ ਕਿ ਯਾਰ ਮੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਫੂਡ ਆਈਟਮ ਕਿੱਥੋਂ ਆਈ, ਸੋਰਸ 'ਚ, ਚਲੋ ਠੀਕ ਹੈ, that's one use case। ਪਰ ਮੈਂ ਆਈ ਡੋਂਟ ਨੋ, ਅਮਰੀਕਨ ਕੰਜ਼ਿਊਮਰ ਥੋੜਾ ਮੰਗਦੇ ਆ, ਡਿਮਾਂਡ ਕਰਦੇ ਆ ਇਹੋ ਜਿਹਾ ਯੂਜ਼ ਕੇਸ, ਪਰ ਹੋਰ ਕਿਹੜੇ ਕੰਜ਼ਿਊਮਰਸ ਵਾਂਟ ਟੂ ਨੋ। ਵੈਲ ਮੋਸਟਲੀ ਜਦ ਜਿਵੇਂ ਸਪੋਜ਼ ਇਸ਼ੂ ਹੁੰਦਾ ਮਿਲਕ ਪ੍ਰੋਡਕਟਸ 'ਚ ਜਾਂ ਕੋਈ ਫੋਇਲੇਜ ਜਾਂ ਕੁਛ ਜਿਵੇਂ ਆਊਟਬ੍ਰੇਕ ਹੋ ਜਾਂਦੀ ਹੈ, that might be a good way to trace it back ਕਿ ਭਈ ਇੱਥੇ ਹੋਇਆ। ਪਰ ਉਹ ਆਲਰੇਡੀ SAP systems are quite efficient in doing ਮਤਲਬ ਇਹ ਸੇਮ ਚੀਜ਼ਾਂ, ਮਤਲਬ ਸਾਰਾ ਬਿਲਡ ਆਫ ਮਟੀਰੀਅਲ ਕਹਿੰਦੇ ਉਹਨੂੰ, BOM, ਉਹ ਸਾਰਾ ਮਟੀਰੀਅਲ ਆਲਰੇਡੀ ਉਹਨਾਂ ਦੇ ਸੈਂਟਰਲਾਈਜ਼ ਸਿਸਟਮ 'ਚ ਐਂਟਰ ਹੋਇਆ ਹੁੰਦਾ। ਸੋ ਪਲੱਸ ਇਹਦੇ ਨਾਲ ਟੋਕਨਾਈਜੇਸ਼ਨ ਮੇਨਟੇਨ ਕਰਨਾ, ਆਈ ਮੀਨ ਕੰਪਲੈਕਸਿਟੀ ਬਹੁਤ ਜ਼ਿਆਦਾ ਹੈ। ਮੈਂ ਤਾਂ ਕਹਿੰਦਾ, ਮੈਂ ਕੰਪਨੀਆਂ 'ਚ ਕੰਮ ਕੀਤਾ, ਉੱਥੇ SAP ਇੰਪਲੀਮੈਂਟ ਕਰਦੇ ਕਰਦੇ ਹੀ ਲੋਕਾਂ ਦੀ ਬੱਸ ਹੋ ਜਾਂਦੀ ਹੈ। ਕਹਿੰਦੇ ਯਾਰ 2 ਸਾਲ, ਮਤਲਬ 2 ਸਾਲ ਲੱਗ ਜਾਂਦੇ ਉਹਨਾਂ ਨੂੰ ਉਹੀ ਇੰਪਲੀਮੈਂਟ ਕਰਦੇ ਤੇ ਲੋਕਾਂ ਨੂੰ ਟ੍ਰੇਨ ਕਰਦੇ ਉਹਦੇ ਉੱਤੇ। ਤੇ ਇਹੋ ਜਿਹੀ ਚੀਜ਼ ਜੇ ਤੁਸੀਂ ਇੰਪਲੀਮੈਂਟ ਕਰੋ ਕੰਪਨੀ ਵਾਈਡ, ਇਟਸ ਵੈਰੀ ਡਿਫਿਕਲਟ। ਹਾਂਜੀ, ਤੇ ਆਈ ਥਿੰਕ ਔਨ ਦੈਟ ਨੋਟ ਜੇ ਮੇਬੀ ਅਸੀਂ ਹੁਣ ਵੀ ਕੈਨ ਗੋ ਟੂ ਦ ਨੋਟਸ। ਜੇ ਤੁਹਾਡੇ ਕੁਐਸਚਨਸ ਨਹੀਂ ਹੈਗੇ ਰੁਪਿੰਦਰ ਜੀ, ਤਰੁਣ ਜੀ, ਕਮੈਂਟਸ। ਹਾਂਜੀ, ਮੇਰਾ ਨੋਟਸ ਦੇ ਰਿਲੇਟਡ ਸੀਗਾ, ਬਟ ਆਈ ਥਿੰਕ ਆਪਾਂ ਕਵਰ ਹੀ ਕਰਨਾ। ਚਲੋ ਹਾਂਜੀ ਨਹੀਂ ਪੁੱਛ ਲਓ, ਹਾਂਜੀ ਚਲੋ ਨੋਟ ਬਾਰੇ ਵੀਲ ਕਵਰ। ਹਾਂਜੀ, ਮੈਂ ਇਹ ਪੁੱਛਣਾ ਸੀ ਜਿੱਦਾਂ ਨਾ ਜਿਵੇਂ ਹੁਣ ਇਹ ਨੋਡਸ ਜਿਹੜੇ ਇੱਕ ਤਰ੍ਹਾਂ ਕੰਪਿਊਟਰ ਨੇ ਹਨਾ, ਹੂ ਆਰ ਡੂਇੰਗ ਦ ਟ੍ਰਾਂਜੈਕਸ਼ਨਸ ਤੇ ਵੈਰੀਫਾਈ ਕਰਦੇ ਪਏ ਨੇ ਹਨਾ। ਤੇ ਇਹਦੇ ਚ ਜਿੱਦਾਂ ਜਿੱਦਾਂ ਨਵੇਂ ਨੋਡਸ ਆਈ ਜਾਣਗੇ ਹੌਲੀ ਹੌਲੀ ਹਨਾ, ਇਹ ਬਲੌਕਚੇਨ ਸਲੋ ਨਹੀਂ ਹੋਈ ਜਾਊਗੀ ਹੋਰ ਕਿਉਂਕਿ ਉਹਨਾਂ ਦੀ। ਹਾਂਜੀ। ਸੋ ਨੋਡ ਦੇ ਵਿੱਚ ਮੇਨ ਕੀ ਚੀਜ਼ ਹੁੰਦੀ ਹੈ, ਨੋਡ ਕੋਲੇ, ਹਰੇਕ ਨੋਡ ਦੇ ਵਿੱਚ ਕੰਪਿਊਟਰ ਦੇ ਕੋਲੇ ਤੁਹਾਡੇ ਕੋਲ ਬਲੌਕਚੇਨ ਦੀ ਕਾਪੀ ਹੁੰਦੀ ਹੈ। ਕਈਆਂ ਕੋਲੇ ਪੂਰੀ ਦੀ ਪੂਰੀ ਕਾਪੀ ਹੁੰਦੀ ਹੈ। ਉਹਦਾ ਸਾਈਜ਼ ਇਸ ਵੇਲੇ ਹੈਗਾ ਇਕੱਲੀ ਬਲੌਕਚੇਨ ਦਾ ਤਕਰੀਬਨ 405 ਗੀਗਾਬਾਈਟ। ਤੇ ਦੂਜੀ ਚੀਜ਼ ਹੁੰਦੀ ਹੈਗੀ ਹੈ ਨੈਟਵਰਕ ਕਨੈਕਸ਼ਨ, ਤਾਂ ਕਿ ਉਹ ਦੂਜੇ ਨੋਡਸ ਨਾਲ ਗੱਲਬਾਤ ਕਰ ਸਕਣ, ਟ੍ਰਾਂਜੈਕਸ਼ਨ ਵਗੈਰਾ ਰਿਲੇ ਕਰ ਸਕਣ ਇੱਕ ਦੂਜੇ ਨੂੰ, ਬਲਾਕਸ ਵਗੈਰਾ ਇੱਕ ਦੂਜੇ ਨੂੰ ਦੇ ਸਕਣ, ਠੀਕ ਹੈ, ਜਾਂ ਮੰਗ ਸਕਣ। ਜੇ ਤੁਹਾਡੇ ਕੋਲ ਬਲਾਕ ਦੀ ਲੋੜ ਹੈਗੀ ਹੈ ਜਾਂ ਨਵਾਂ ਬਲਾਕ ਆਉਂਦਾ ਹੈਗਾ, ਉਹ ਕਿਵੇਂ ਸਾਰੇ ਨੈਟਵਰਕ ਵਿੱਚ ਵੰਡਿਆ ਜਾਂਦਾ ਹੈਗਾ। ਸੋ ਉਹ ਜਿਹੜਾ ਬਲੌਕਚੇਨ ਦਾ ਸਾਈਜ਼ ਹੈਗਾ ਉਹ ਹੌਲੀ ਹੌਲੀ ਸਾਰਿਆਂ ਦਾ ਵੱਧ ਰਿਹਾ ਹੈਗਾ, ਪਰ ਉਹਦਾ ਸਾਈਜ਼ ਵਧਣ ਦਾ ਰੇਟ ਐਡਾ ਖਰਾਬ ਨਹੀਂ ਹੈਗਾ ਕਿ ਤੁਹਾਨੂੰ ਕੋਈ ਇਹੋ ਜਿਹੀ ਪ੍ਰੋਬਲਮ ਆਵੇ ਕਿ ਜੀ
6 ਮਹੀਨਿਆਂ ਨੂੰ ਜਾਂ ਸਾਲ ਨੂੰ ਜਾਂ 2 ਸਾਲ ਨੂੰ ਤੁਹਾਡੇ ਤੋਂ ਮੈਨੇਜ ਨਾ ਹੋ ਸਕੇ। ਬਿਟਕੋਇਨ ਬਲੌਕਚੇਨ ਜਿਹੜੀ ਹੈਗੀ ਹੈ, ਜੇ ਤੁਹਾਡੇ ਕੋਲ ਇਸ ਵੇਲੇ 1 ਟੈਰਾਬਾਈਟ ਦੀ ਸੋਲਿਡ ਸਟੇਟ ਡਰਾਈਵ ਹੈਗੀ ਹੈ ਜਿਹੜੀ $100 ਦੀ ਆਉਂਦੀ ਹੈਗੀ ਹੈ, ਉਹਦੇ ਨਾਲ ਤੁਹਾਡਾ ਅਗਲੇ ਘੱਟੋ ਘੱਟ 4-5 ਸਾਲ ਦੀ ਤਾਂ ਗਰੰਟੀ ਹੈਗੀ ਹੈ ਕਿ ਉਸ ਸੋਲਿਡ ਸਟੇਟ ਡਰਾਈਵ ਨਾਲ 1 ਟੈਰਾਬਾਈਟ ਸਟੋਰੇਜ ਨਾਲ ਤੁਹਾਡਾ ਕੰਮ ਚੱਲਦਾ ਰਹੇਗਾ ਨੋਡ ਦਾ, ਠੀਕ ਹੈ। ਉਸ ਤੋਂ ਬਾਅਦ ਅਪਗ੍ਰੇਡ ਕਰ ਲਿਓ। ਦੂਜੀ ਗੱਲ ਰਹੀ ਕਿ ਕਿਸ ਤਰ੍ਹਾਂ ਦਾ ਕੰਪਿਊਟਰ ਚਾਹੀਦਾ ਹੈਗਾ। ਬਿਟਕੋਇਨ ਫੁੱਲ ਨੋਡ ਲਈ ਤੁਹਾਡੇ ਕੋਲੇ ਜੇ ਕੋਈ 7-8 ਸਾਲ ਪੁਰਾਣਾ ਲੈਪਟਾਪ ਡੈਸਕਟਾਪ ਕੰਪਿਊਟਰ ਵੀ ਹੈਗਾ ਨਾ, ਉਹ ਵਧੀਆ ਕੰਮ ਕਰਦਾ ਹੈਗਾ। ਸੋ ਮੈਂ ਖੁਦ ਨੋਟਸ ਜਿਹੜੇ ਬਣਾਉਣਾ ਹੈਗਾ ਬਿਲਡ ਕਰਦਾ ਹੈਗਾ, ਤੇ ਉਹਦੇ 'ਚ $100 ਦਾ ਕੰਪਿਊਟਰ ਤੇ ਬਿਨਾ ਸਟੋਰੇਜ ਤੋਂ, ਤੇ $100 ਦੀ ਜਿਹੜੀ ਹੈਗੀ ਹੈ 1 ਟੈਰਾਬਾਈਟ ਦੀ SSD। ਉਹਦੇ ਨਾਲ ਤੁਹਾਡੇ ਅਗਲੇ 5 ਸਾਲਾਂ ਦਾ, ਘੱਟੋ ਘੱਟ 5 ਸਾਲਾਂ ਦਾ ਗਰੰਟੀ ਸ਼ੁਦਾ ਕੰਮ ਹੈਗਾ ਕਿ ਜੀ ਤੁਹਾਡਾ ਨੋਡ ਵਧੀਆ ਠੀਕ ਚੱਲਦਾ ਰਹੇਗਾ। ਸਾਫਟਵੇਅਰ ਅਪਗ੍ਰੇਡ ਜੋ ਵੀ ਹੋਣੀ ਆ ਉਹਦੇ 'ਚ ਕੋਈ ਖਾਸ ਮਤਲਬ ਕੰਪਿਊਟਰ ਦੀ ਵੱਧ ਸਮਰੱਥਾ ਦੀ ਲੋੜ ਨਹੀਂ ਪੈਂਦੀ ਹੈਗੀ। ਸਾਮਾ 8-9 ਸਾਲ ਪੁਰਾਣਾ ਲੈਪਟਾਪ ਵੀ ਵਧੀਆ ਚੱਲਦਾ ਹੈਗਾ। ਔਰ ਇਹ ਐਕਚੁਅਲੀ ਬਹੁਤ ਜ਼ਰੂਰੀ ਪੁਆਇੰਟ ਹੈਗਾ ਕਿ ਤੁਹਾਡਾ $200 ਦੇ ਵਿੱਚ, $200 ਮਤਲਬ 15,000 ਰੁਪਏ, ਰਾਈਟ, ਉਹਦੇ ਨਾਲ ਤੁਹਾਡਾ ਕੰਪਿਊਟਰ ਚੱਲ ਪਵੇ, ਨੋਡ ਤੁਹਾਡੇ ਕੋਲੇ ਬਣ ਜਾਵੇ ਜਿਹਨੂੰ ਤੁਸੀਂ ਫਿਰ ਮੇਨਟੇਨ ਕਰ ਸਕਦੇ ਹੋ। ਮੇਨਟੇਨ ਕਰਨ ਦਾ ਮਤਲਬ ਹੈਗਾ ਕਿ ਸਿਰਫ ਨੈਟਵਰਕ ਕਨੈਕਸ਼ਨ ਹੋਣਾ ਚਾਹੀਦਾ ਤੇ ਬਿਜਲੀ ਹੋਣੀ ਚਾਹੀਦੀ ਹੈ ਕੰਪਿਊਟਰ ਚਲਾਉਣ ਨੂੰ, ਹੋਰ ਤੀਜੀ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ। ਸੋ ਉਹਦਾ ਫਾਇਦਾ ਇਹ ਹੈਗਾ ਕਿ ਜੇ ਤੁਹਾਡੇ ਕੋਲੇ ਸਸਤਾ ਹਾਰਡਵੇਅਰ ਵਰਤ ਕੇ ਸਸਤਾ ਇਨਫਰਾਸਟ੍ਰਕਚਰ ਬਣਾ ਸਕਦੇ ਹੈਗੇ ਹੋ ਤੁਸੀਂ, ਤਾਂ ਦੁਨੀਆ ਦੇ ਵਿੱਚ ਬਹੁਤ ਬੰਦੇ ਨੋਡ ਸੈਟਅਪ ਕਰ ਸਕਦੇ ਨੇਗੇ, ਠੀਕ ਹੈ ਨਾ। ਤੇ ਉਹ ਨੋਡ ਸੈਟਅਪ ਕਰਨ ਦਾ ਫਾਇਦਾ ਇਹ ਹੈਗਾ ਕਿ ਉਹਦੇ ਨਾਲ ਡੀਸੈਂਟਰਲਾਈਜੇਸ਼ਨ ਬਣੀ ਰਹਿੰਦੀ ਹੈਗੀ, ਨੈਟਵਰਕ ਤਕੜਾ ਰਹਿੰਦਾ ਹੈਗਾ। ਹੁਣ ਇਕੱਲੇ ਇੱਕ ਨੋਡ ਨੂੰ ਕੋਈ ਫਾਇਦਾ ਨਹੀਂ ਹੈਗਾ ਬੰਦੇ ਨੂੰ ਨੋਡ ਸੈਟਅਪ ਕਰਨ ਦਾ, ਸਿਵਾਏ ਇਸ ਦੇ ਕਿ ਤੁਸੀਂ ਨੈਟਵਰਕ ਦੇ ਵਿੱਚ ਨੋਡਸ ਦੀ ਗਿਣਤੀ ਵਧਾ ਰਹੇ ਹੈਗੇ ਹੋ ਤੇ ਖੁਦ ਆਪਣੀਆਂ ਸਾਰੀਆਂ ਚੀਜ਼ਾਂ ਵੈਰੀਫਾਈ ਕਰ ਸਕਦੇ ਹੋ ਜੇ ਤੁਹਾਡੇ ਕੋਲੇ ਫੁੱਲ ਬਲੌਕਚੇਨ ਦੀ ਕਾਪੀ ਹੈਗੀ ਹੈ। ਜੇ ਕਿਸੇ ਕੋਲੇ ਨਹੀਂ ਵੀ ਹੈਗਾ ਨਾ, ਐਕਚੁਅਲੀ ਤੁਸੀਂ ਆਪਣੇ ਪਰਸਨਲ ਲੈਪਟਾਪ ਤੇ ਜਿੰਨਾ ਚਿਰ ਤੁਹਾਡੇ ਕੋਲੇ 5-6 ਗੀਗਾਬਾਈਟ ਦੀ ਸਟੋਰੇਜ ਸਪੇਸ ਹੈਗੀ ਹੈ, ਤੁਸੀਂ ਬਿਟਕੋਇਨ ਕੋਰ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਸਾਫਟਵੇਅਰ, ਉਹਨੂੰ ਕਹਿੰਦੇ ਕਲਾਇੰਟ ਜਾਂ ਫਰੰਟ ਐਂਡ, ਉਹ ਕਲਾਇੰਟ ਡਾਊਨਲੋਡ ਕਰਕੇ ਵਰਤ ਲਓ। ਤੇ ਸ਼ੁਰੂ ਦੇ ਵਿੱਚ ਜਦੋਂ 405 ਗੀਗਾਬਾਈਟ ਦੀ ਬਲੌਕਚੇਨ ਡਾਊਨਲੋਡ ਕਰੇਗਾ ਉਦੋਂ ਤੁਹਾਡੇ ਨੈਟਵਰਕ ਤੇ ਲੋਡ ਪਵੇਗਾ, ਪਰ ਇੱਕ ਵਾਰੀ ਜਦੋਂ ਸਾਰੀ ਬਲੌਕਚੇਨ ਡਾਊਨਲੋਡ ਕਰ ਲਈ ਫਿਰ ਕਦੇ ਵੀ ਨੈਟਵਰਕ ਬੈਂਡਵਿਡਥ ਦੀ ਜਾਂ ਆਪਣੇ CPU ਪਰਸੈਂਟੇਜ ਦੀ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਖੜੀ ਕਰੇਗਾ ਉਹ। ਸੋ ਐਵਰੀਵਨ ਸ਼ੁੱਡ ਰਨ ਅ ਫੁੱਲ ਪ੍ਰੂਨਡ ਨੋਡ। ਪ੍ਰੂਨਡ ਨੋਡ ਹੁੰਦਾ ਕਿ ਪੂਰੀ 405 ਗੀਗਾਬਾਈਟ ਦੀ ਸਟੋਰੇਜ ਕਰਨ ਦੀ ਬਜਾਏ ਤੁਸੀਂ 4-5 ਗੀਗਾਬਾਈਟ ਦੀ ਰੱਖੀ, ਤੇ ਉਹਦੇ ਨਾਲ ਤੁਹਾਡਾ ਫ੍ਰੀ ਤੁਹਾਨੂੰ ਵਾਲਟਸ ਮਿਲ ਜਾਣਗੇ ਜਿੰਨੇ ਚਾਹੋ ਤੁਹਾਡੇ ਆਪਣੇ ਕੰਪਿਊਟਰ ਦੇ ਉੱਤੇ, ਬਟ ਦੋਜ਼ ਆਰ ਹਾਟ ਵਾਲਟਸ, ਬੀ ਕੇਅਰਫੁਲ। ਤੇ ਆਪਣਾ ਤੁਹਾਡੇ ਕੋਲੇ ਸਾਰੀ ਜਿਹੜੀ ਨੈਟਵਰਕ ਦੀ ਨੋਡ ਦੀ ਪੂਰੀ ਪਾਵਰ ਹੈਗੀ ਹੈ ਉਹ ਤੁਹਾਡੇ ਆਪਣੇ ਲੈਪਟਾਪ ਜਾਂ ਡੈਸਕਟਾਪ ਕੰਪਿਊਟਰ ਦੇ ਵਿੱਚ 4-5 ਗੀਗਾਬਾਈਟ ਦੀ ਸਟੋਰੇਜ ਰਿਕੁਆਇਰਮੈਂਟ ਦੇ ਨਾਲ ਤੁਹਾਨੂੰ ਮਿਲ ਜਾਵੇਗੀ। ਸੋ ਟਰਾਈ ਕਰੋ ਉਹ ਬਿਟਕੋਇਨ ਕੋਰ ਜਾਂ ਕੋਈ ਇਸ ਤਰ੍ਹਾਂ ਦਾ ਹੋਰ ਕਲਾਇੰਟ ਡਾਊਨਲੋਡ ਕਰਕੇ ਸੈੱਟ ਕਰਕੇ ਦੇਖੋ। ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਡਿਲੀਟ ਕਰ ਦਿਓ, ਪਰ ਜੇ ਠੀਕ ਲੱਗਦਾ ਹੈਗਾ ਤਾਂ ਜਦੋਂ ਤੁਹਾਡਾ ਜੀ ਕਰੇ ਉਹਨੂੰ ਸਟਾਰਟ ਕਰਕੇ ਸਿੰਕਰੋਨਾਈਜ਼ ਕਰ ਲਿਆ ਤਾਂ ਕਿ ਜਿਹੜੇ ਬਲੌਕਸ ਨਵੇਂ ਬਣ ਰਹੇ ਹੈਗੇ ਨੇ ਉਹ ਡਾਊਨਲੋਡ ਹੋ ਜਾਣਗੇ। ਤੇ ਇਟਸ ਰੀਲੀ ਗੁੱਡ ਥਿੰਗ, ਜ਼ਰੂਰ ਟਰਾਈ ਕਰੋ, ਵਰਤ ਕੇ ਦੇਖੋ। ਇੱਕ ਭਾਜੀ ਦੀ ਰਜਿੰਦਰ ਭਾਜੀ ਦੀ ਹੋਰ ਚੀਜ਼ 'ਚ ਮੈਂ ਐਡ ਕਰਨਾ ਸੀ ਕਿ ਰੁਪਿੰਦਰ ਤੁਸੀਂ ਜਿਹੜਾ ਸਪੀਡ ਦੀ ਗੱਲ ਕਰ ਰਹੇ ਹੋ ਨਾ, ਉਹ ਸਪੀਡ ਵੈਸੇ ਵੀ ਤੁਸੀਂ ਬਲੌਕ ਕਨਫਰਮੇਸ਼ਨ ਟਾਈਮ ਹੀ ਐਵਰੇਜ 10 ਮਿੰਟ ਹੈ, ਤੇ ਸਪੀਡ ਦਾ ਇੱਥੇ ਕੋਈ ਲੈਣਾ ਦੇਣਾ ਨਹੀਂ ਹੈ। ਇਸ ਮੋਰ ਅਬਾਊਟ ਕਿ ਕਿੰਨੇ ਤੁਸੀਂ ਡਿਸਟ੍ਰੀਬਿਊਟਡ ਹੈ, ਕਿੰਨੇ ਨੋਡ ਚੱਲ ਰਹੇ ਹੈ, ਕਿ ਕਨਫਰਮੇਸ਼ਨ ਕਿੱਥੋਂ ਹੋ ਰਹੀ ਹੈ, that sort of thing is more important ਇੱਥੇ। ਤੇ ਜਦੋਂ ਤੁਸੀਂ ਪ੍ਰੂਨਡ ਨੋਡ ਆਪਣਾ ਚਲਾਉਂਦੇ ਹੋ, ਯੂ ਆਰ ਪਾਰਟ ਆਫ ਦ ਨੈਟਵਰਕ, ਤੁਸੀਂ ਆਪਣੀ ਸਿਕਿਉਰਿਟੀ ਪ੍ਰੋਪਰਟੀਜ਼ ਪਾ ਰਹੇ ਹੋ ਉਹਦੇ 'ਚ ਬਿਟਕੋਇਨ 'ਚ, ਤਾਂ ਇਟ ਸਟਰੈਂਥਨਸ ਦੀ ਨੈਟਵਰਕ ਇੱਕ ਤਰ੍ਹਾਂ ਨਾਲ। ਤੇ ਇਹ ਕੰਪਿਊਟਿੰਗ ਪੈਰਾਡਾਈਮ ਵੀ ਥੋੜਾ ਡਿਫਰੈਂਟ ਹੈ ਕੰਪੇਅਰ ਟੂ ਇਹ ਡਿਸਟ੍ਰੀਬਿਊਟਡ ਕੰਪਿਊਟਿੰਗ ਹੈਗਾ। ਸੋ ਇਸ 'ਚ ਤੁਸੀਂ ਯੂ ਕਾਂਟ ਸੇ ਕਿ ਮਤਲਬ ਇਹਦੀ ਸਲੋ, ਬਿਕੋਜ਼ ਇਹ ਸਿੰਕਰਨਾਈਜ਼ਡ ਕਰ ਰਹੇ ਨਾ, ਪੂਰੇ ਸਾਰੇ ਬਲੌਕ ਸਿੰਕਰਨਾਈਜ਼ ਹੋ ਰਹੇ ਹੈ। ਤੁਸੀਂ ਜਿਵੇਂ ਭਾਜੀ ਨੇ ਕਿਹਾ ਕਿ ਇੱਕ ਵਾਰੀ ਤੁਸੀਂ ਜਦ ਫਸਟ ਟਾਈਮ ਰਨ ਕਰਦੇ ਹੋ ਉਹ ਸਿੰਕ ਕਰਨ 'ਚ ਟਾਈਮ ਲੱਗਦਾ ਹੈ ਤਕਰੀਬਨ, ਲਾਈਕ ਇਟ ਟੇਕਸ ਓਵਰ ਮੋਰ ਦੈਨ 24 hours ਸਮਟਾਈਮਸ। ਤੇ ਉਸ ਤੋਂ ਬਾਅਦ ਤੁਹਾਡੇ ਕੋਲ ਬਲੌਕਸ ਹੈਗੇ ਐਂਡ ਯੂਰ ਸਿਸਟਮ ਇਜ਼ ਔਨ, ਦੈਨ ਇਟ is not much of a problem।
ਪਰ ਸ਼ੁਰੂ 'ਚ ਥੋੜ੍ਹਾ ਜਿਹਾ ਪ੍ਰੋਬਲਮ ਹੁੰਦੀ ਹੈ। ਹਾਂਜੀ, ਇਹਦੇ 'ਚ ਨਾ ਇੱਕ ਚੀਜ਼ ਜਿਹੜੀ ਮੈਂ ਮੇਨ ਇਸ ਕਰਕੇ ਪੁੱਛਿਆ ਸੀ, ਸਕੇਲੇਬਿਲਿਟੀ ਦਾ ਇਸ਼ੂ ਮੈਂ ਇਹ ਤਾਂ ਮੇਰੇ ਦਿਮਾਗ 'ਚ ਸੀਗਾ ਵੀ ਜਿੱਦਾਂ ਹੁਣ ਇੱਕ ਟ੍ਰਾਂਜੈਕਸ਼ਨ ਜਦੋਂ ਵੈਰੀਫਾਈ ਹੁੰਦੀ ਹੈ ਨਾ, ਹੈ ਨਾ, ਉਹ ਸਾਰੀ ਨੋਡਸ ਤੇ ਉਦੋਂ ਵੈਰੀਫਾਈ ਸਮਝੀ ਜਾਂਦੀ ਹੈ ਜਦੋਂ ਸਾਰੀ ਨੋਡਸ ਨੇ ਰਿਪਲਾਈ ਕਰਤਾ ਵੀ ਹਾਂ ਇਹ ਸਾਡੇ ਕੋਲ ਡੇਟਾ ਹੈਗਾ, ਹੈ ਨਾ। ਤੇ ਇਹ ਫਿਰ ਇਹ ਗੱਲ ਉੱਥੇ ਆਉਂਦੀ ਹੈ ਵੀ ਜਦੋਂ ਮਿਲੀਅਨਸ ਆਫ ਨੋਡਸ ਹੋ ਗਈਆਂ, ਹੈ ਨਾ, ਤੇ ਜਦੋਂ ਕੀ ਕਹਿੰਦੇ ਆ ਇੱਕ ਟ੍ਰਾਂਜੈਕਸ਼ਨ ਇੱਕ ਨੋਡ ਤੇ ਪਹਿਲਾਂ ਹੋ ਗਈ ਤੇ ਉਹ ਫਿਰ ਮਿਲੀਅਨ ਨੋਡਸ ਤੇ ਕਾਪੀ ਹੋਣੀ ਹੈ ਨਾ ਉਦੋਂ, ਤੇ ਉਹ ਉਦੋਂ ਜਾ ਕੇ ਵੈਰੀਫਾਈ ਹੋਗੀ ਜਦੋਂ ਸਭ ਨੇ ਫਿਰ ਵੈਰੀਫਾਈ ਕਰਤੀ ਵੀ ਹਾਂ ਸਾਡੇ ਕੋਲ ਡੇਟਾ ਹੈਗਾ। ਤੇ ਉਹ ਚੀਜ਼ 'ਚ ਰੀਡ ਐਂਡ ਰਾਈਟ ਵਿੱਚ ਉਦੋਂ ਜੇ ਡਿਲੇ ਆਊਗਾ ਤੇ ਉਦੋਂ ਫਿਰ ਇਸ਼ੂ ਜੇ ਆਉਂਦਾ ਫਿਰ ਤਾਂ ਕਰਕੇ ਤਾਂ ਬਲੌਕ ਚੇਨ ਖਰਾਬ ਹੋ ਜੂਗੀ ਕਿ ਨਹੀਂ? ਨਹੀਂ ਸੋ ਰੁਪਿੰਦਰ ਮੇਬੀ ਆਮ ਗੈਟਿੰਗ ਇਟ ਰੋਂਗ। ਯਾ ਰਾਜ ਬਾਈ ਜੀ ਹੋਰ ਥੋੜਾ ਡਿਟੇਲ 'ਚ ਜਾਣਗੇ, ਮੈਂ ਥੋੜਾ ਜਿਹਾ ਜਰਾ ਜਿਹਾ ਕਮੈਂਟ ਮਾਰਦਾ ਇੱਥੇ ਕਿ ਜਿਵੇਂ ਯਾਰ ਇਹ ਨਾ ਲੋਕੀ ਕੰਪੇਅਰ ਕਰਦੇ ਆ ਕਿ ਯਾਰ ਟ੍ਰਾਂਜੈਕਸ਼ਨ ਔਰ ਜਿਹੜੀ ਸਕੇਲਿੰਗ ਹੈਗੀ ਉਹ ਪ੍ਰੋਬਲਮ ਹੈਗੀ, ਪਰ ਤੁਸੀਂ ਦੇਖੋ ਜਿਵੇਂ ਨਾਰਮਲ ਬੈਂਕ ਹੈਗੇ ਤੁਹਾਡੇ, ਜੇ ਤੁਸੀਂ ਸੈਟਲਮੈਂਟ ਕਰਦੇ ਹੋ ਵੀ ਮੈਂ ਕਿਸੇ ਨੂੰ ਪੇ ਕਰਤਾ ਰਾਈਟ, ਫਲਾਣੇ ਢਿਮਕੇ ਕਿਸੇ ਨੂੰ ਵੀ ਪੇ ਕੀਤਾ, ਤੇ ਵਾਟ ਹੈਪਨਸ ਇਜ਼ ਕਿ ਜਿਵੇਂ ਵੀਜ਼ਾ ਹੈਗੀ, ਵੀਜ਼ਾ ਤੁਸੀਂ ਸੋਚ ਸਕਦੇ ਹੋ ਇਜ਼ ਅ ਲੇਅਰ 2 ਸੋਲਿਊਸ਼ਨ ਇੱਕ ਤਰ੍ਹਾਂ ਨਾਲ, ਕਿਉਂਕਿ ਵੀਜ਼ਾ ਦੇ ਨਾਲ ਸੈਟਲਮੈਂਟ ਵੀਜ਼ਾ ਦੇ ਨਾਲ ਹੁੰਦੀ ਹੈ ਜਾਂ ਪੇਪਾਲ ਕਹਿ ਲਓ, ਠੀਕ ਹੈ, ਕੰਪਨੀ ਉਹ ਸੈਟਲਮੈਂਟ ਕਰ ਰਹੀ ਹੈ, ਪਰ ਜਿਹੜੀ ਐਕਚੁਅਲ ਸੈਟਲਮੈਂਟ ਬੈਂਕਾਂ ਦੇ ਵਿੱਚ ਹੁੰਦੀ ਹੈ ਉਹ ਤਾਂ 2 ਦਿਨ ਲੱਗ ਜਾਂਦੇ ਆ, 1 ਦਿਨ 2 ਦਿਨ ਫਾਈਨਲ ਸੈਟਲਮੈਂਟ ਹੋਣ ਲਈ। ਤੇ ਪਰ ਜੇ ਬਿਟਕੋਇਨ 'ਚ ਹੈ ਇੱਕ ਵਾਰੀ ਸੈਟਲਮੈਂਟ ਹੋ ਗਈ, ਉਹ ਔਨ ਚੇਨ ਸੈਟਲਮੈਂਟ ਹੈ, ਐਂਡ ਇਟ ਇਜ਼ what some people call it ਕਿ ਹਾਰਡ ਸੈਟਲਮੈਂਟ ਹੈ, ਕਿ ਤੁਸੀਂ ਰਿਵਰਸ ਨਹੀਂ ਕਰ ਸਕਦੇ, ਵੇਅਰਐਜ਼ ਬੈਂਕ ਵਾਲੇ ਤਾਂ ਆਪਣੇ ਡੇਟਾਬੇਸ 'ਚ ਕਦੋਂ ਵੀ ਰਿਵਰਸ ਕਰ ਜਾਣ। ਸੋ ਜਦੋਂ ਇਹ ਆਰਗੂਮੈਂਟ ਆਉਂਦੀ ਹੈ, ਆਈ ਥਿੰਕ ਇਟਸ ਫੇਅਰ ਟੂ ਕੰਪੇਅਰ ਜਿਹੜੀ ਲੇਅਰ 2 ਹੈਗਾ, ਹੁਣ ਲਾਈਟਨਿੰਗ ਹੈ ਜਿਵੇਂ ਬਿਟਕੋਇਨ ਲਈ, ਠੀਕ ਹੈ, ਉਹ ਜਿੰਨਾ ਮਰਜ਼ੀ ਤੁਸੀਂ ਉਸ 'ਚ ਸਕੇਲ ਕਰੋ ਅਜੇ ਮਾਈਕਰੋ ਪੇਮੈਂਟ ਸੈਂਡ ਕਰਨ ਲਈ ਐਂਡ ਆਲ ਦੈਟ, ਤੇ ਲੇਅਰ 2 ਨੂੰ ਕੰਪੇਅਰ ਕਰੋ ਨਾ ਪੇਪਾਲ ਨਾਲ ਜਾਂ ਵੀਜ਼ਾ ਨਾਲ, ਸੋ ਕੰਪੈਰੀਜ਼ਨ ਉਹ ਥੋੜਾ ਗਲਤ ਹੈ ਇੱਥੇ ਮੇਰੇ ਹਿਸਾਬ ਨਾਲ, ਬਾਈ ਜੀ ਥੋੜਾ ਹੋਰ ਐਡ ਕਰ ਦੇਣਗੇ ਉਹਨਾਂ ਹਾਂਜੀ ਨੂੰ ਜ਼ਿਆਦਾ। ਨਹੀਂ ਮੈਂ ਸਮਝ ਗਿਆ ਰੁਪਿੰਦਰ ਬਾਈ ਜੀ ਦੀ ਗੱਲ। ਪਹਿਲੀ ਗੱਲ ਤੇ ਇਹ ਕਿ ਨਾ ਟ੍ਰਾਂਜੈਕਸ਼ਨ ਰਿਲੇ ਹੋਣ ਤੇ ਕੁਝ ਹੀ ਸੈਕਿੰਡ ਲੱਗਦੇ ਨੇ ਸਾਰੇ ਨੈਟਵਰਕ ਨੂੰ, ਕਿਉਂਕਿ ਜਦੋਂ ਇੱਕ ਨੋਡ ਨੇ ਟ੍ਰਾਂਜੈਕਸ਼ਨ ਜਿਹੜੀ ਹੈਗੀ ਹੈ ਚਲਾ ਦਿੱਤੀ, ਬ੍ਰੌਡਕਾਸਟ ਕਰ ਦਿੱਤੀ, ਉਹ ਅੱਗੇ 10-12 ਨੂੰ ਜਾਂਦੀ ਹੈ, ਉਹ 10-12 ਤੋਂ ਅੱਗੇ 1000 ਨੂੰ ਜਾਂਦੀ ਹੈਗੀ ਹੈ। ਇਸ ਤਰ੍ਹਾਂ ਬਹੁਤ ਜਲਦੀ ਹੀ ਕੁਝ ਸਕਿੰਟਾਂ ਵਿੱਚ ਹੀ ਟ੍ਰਾਂਜੈਕਸ਼ਨ ਸਾਰੇ ਨੈਟਵਰਕ ਵਿੱਚ ਪਹੁੰਚ ਜਾਂਦੀ ਹੈ। ਪਹਿਲੀ ਗੱਲ ਤਾਂ ਇਹ। ਦੂਜੀ ਗੱਲ ਇਹ ਕਿ ਇਹਦੇ 'ਚ ਕੋਈ ਰਿਕੁਆਇਰਮੈਂਟ ਨਹੀਂ ਹੈਗੀ, ਕੋਈ ਬੰਦਿਸ਼ ਨਹੀਂ ਹੈਗੀ ਕਿ ਜੀ ਹਰੇਕ ਨੋਡ ਕੋਲ ਹਰੇਕ ਟ੍ਰਾਂਜੈਕਸ਼ਨ ਦੀ ਕਾਪੀ ਹੋਵੇ ਤੇ ਉਦੋਂ ਬਾਅਦ ਹੀ ਮਾਈਨਿੰਗ ਸ਼ੁਰੂ ਹੋ ਸਕਦੀ ਹੈ। ਕਈ ਵਾਰੀ ਤੁਹਾਡੇ ਕੋਲ ਨਵਾਂ ਮਾਈਨ ਕੀਤਾ ਹੋਇਆ ਬਲਾਕ ਆ ਜਾਂਦਾ ਜਿਹਦੇ ਵਿੱਚ ਉਹ ਟ੍ਰਾਂਜੈਕਸ਼ਨ ਹੈਗੀਆਂ ਜਿਹੜੀਆਂ ਤੁਹਾਡੇ ਕੋਲ ਅਜੇ ਪਹੁੰਚੀਆਂ ਵੀ ਨਹੀਂ ਹਨ ਤੇ ਹੁਣ ਤੁਹਾਨੂੰ ਬਲਾਕ ਦੇ ਰਾਹੀਂ ਮਿਲ ਰਹੀਆਂ ਨੇਗੀਆਂ, ਠੀਕ ਹੈ ਨਾ। ਸੋ ਯੂ ਕੈਨ ਵੇਟ ਟੂ ਵੈਰੀਫਾਈ ਦੈਟ। ਇਹ ਇੰਨੀ ਕੁ ਰੋਬਸਟਨੈਸ ਫਲੈਕਸੀਬਿਲਿਟੀ ਬਿਟਕੋਇਨ ਨੈਟਵਰਕ ਦੇ ਵਿੱਚ ਹੈਗੀ ਹੈ। ਸੋ ਨੋਡਸ ਜਿਹੜੇ ਹੈਗੇ ਨੇ ਇੱਕ ਦੂਜੇ ਨੂੰ ਟ੍ਰਾਂਜੈਕਸ਼ਨਸ ਭੇਜਦੇ ਰਹਿੰਦੇ ਨੇ, ਇੱਕ ਦੂਜੇ ਨੂੰ ਬਲਾਕਸ ਰਿਲੇ ਕਰਦੇ ਰਹਿੰਦੇ ਨੇਗੇ, ਤੇ ਜਿਹੜੀ ਆਪਦੀ ਲੋਕਲ ਬਲਾਕ ਚੇਨ ਦੀ ਕਾਪੀ ਹੈਗੀ ਹੈ ਉਹਨੂੰ ਸਾਂਭ ਕੇ ਰੱਖਦੇ ਨੇ ਤਾਂ ਕਿ ਕੋਈ ਵੀ ਚੀਜ਼ ਕਿਸੇ ਵੇਲੇ ਵੀ ਉਹਨਾਂ ਨੂੰ ਵੈਰੀਫਾਈ ਕਰਨੀ ਪਵੇ ਉਹ ਖੁਦ ਕਰ ਸਕਣ ਬਿਨਾਂ ਹੋਰ ਤੋਂ ਬਲਾਕ ਮੰਗੇ। ਜਿਹੜਾ ਪ੍ਰੂਨਡ ਨੋਡ ਹੈਗਾ ਉਹਨਾਂ ਨੂੰ ਬਲਾਕ ਲੈਣ ਦੀ ਆਪਣੇ ਹੋਰ ਜਿਹੜੇ ਪੀਅਰ ਨੋਡਸ ਹੈਗੇ ਨੇ, ਦੂਜੇ ਨੋਡਸ ਹੈਗੇ ਨੇ ਗੁਆਂਢੀ, ਉਹਨਾਂ ਤੋਂ ਲੋੜ ਪੈ ਸਕਦੀ ਹੈਗੀ ਹੈ, ਪਰ ਫੁੱਲ ਬਲਾਕ ਚੇਨ ਦੀ ਕਾਪੀ ਜਿਹੜੀ ਹੈਗੀ ਹੈ ਤੁਹਾਨੂੰ ਉਹਦੀ ਲੋੜ ਨਹੀਂ ਪੈਂਦੀ। ਤੇ ਜਦੋਂ ਹੀ ਤੁਹਾਡੇ ਕੋਲ ਨਵੀਂ ਟ੍ਰਾਂਜੈਕਸ਼ਨ ਆਉਂਦੀ ਹੈ ਉਹ ਤੁਹਾਡੇ ਲੋਕਲ ਮੈਮ ਪੂਲ ਦੇ ਵਿੱਚ ਜਮ੍ਹਾਂ ਹੋ ਜਾਂਦੀ ਹੈਗੀ ਹੈ। ਜਦੋਂ ਕੋਈ ਨਵਾਂ ਬਲਾਕ ਆਉਂਦਾ ਜਿਹੜੇ ਵਿੱਚ ਉਹ ਟ੍ਰਾਂਜੈਕਸ਼ਨਸ ਜਿਹੜੀਆਂ ਹੈਗੀਆਂ ਨੇਗੀਆਂ ਸ਼ਾਮਲ ਨੇਗੀਆਂ, ਉਹਨਾਂ ਨੂੰ ਤੁਸੀਂ ਮੈਮ ਪੂਲ 'ਚੋਂ ਕੱਢ ਕੇ ਤੇ ਬਲਾਕ ਜਿਹੜਾ ਹੈਗਾ ਨਵਾਂ ਐਕਸੈਪਟ ਕਰ ਲਓ ਜੇ ਵੈਲਿਡ ਹੈਗਾ, ਤੇ ਇਸ ਤਰ੍ਹਾਂ ਇਹ 'ਚ ਕੰਮ ਚੱਲਦਾ। ਸੋ ਇਹਦੇ ਵਿੱਚ ਫਲੈਕਸੀਬਿਲਿਟੀ ਹੈਗੀ ਹੈ, ਇਹਦੇ 'ਚ ਕੋਈ ਹਾਰਡ ਰਿਕੁਆਇਰਮੈਂਟ ਨਹੀਂ ਹੈ ਕਿ ਦੁਨੀਆ ਦੇ ਹਰੇਕ ਨੋਡ ਕੋਲੇ ਹਰੇਕ ਟ੍ਰਾਂਜੈਕਸ਼ਨ ਦੀ ਕਾਪੀ ਜਾਵੇ ਤੇ ਫੇਰ ਹੀ ਉਸ ਟ੍ਰਾਂਜੈਕਸ਼ਨ ਨੂੰ ਮਾਈਨ ਕੀਤਾ ਜਾ। ਤੇ ਮੈਂ ਕੁਇਕਲੀ ਰੂਮ ਰੀਸੈਟ ਕਰ ਦਾਂਗੀ ਐਂਡ ਫਿਰ ਅਸੀਂ ਇੱਕ ਨੋਟਸ ਦਾ ਨਾ ਸਿੰਪਲ ਡੈਫੀਨੇਸ਼ਨ ਵੀ ਕਰ ਦਿੰਦੇ ਹਾਂ ਤਾਂ ਕਿ ਜਿਹੜੇ ਸਾਡੇ ਨਾਲ ਜੁੜੇ ਨੇ ਜਿਨ੍ਹਾਂ ਦੇ ਨਾਲ ਹੁਣ ਅਸੀਂ ਜਿਹੜੇ ਨਹੀਂ ਜਾਣਦੇ ਕਿ ਨੋਡਸ ਕੀ ਹੁੰਦੇ ਨੇ ਬਿਟਕੋਇਨ ਦੇ ਪ੍ਰੋਟੋਕਾਲ ਵਿੱਚ, ਬਿਟਕੋਇਨ ਦੇ ਨੈਟਵਰਕ ਦੇ ਵਿੱਚ। ਸੋ ਗਾਇਜ਼ ਅਸੀਂ ਵੀਕਲੀ ਰੂਮ ਰਨ ਕਰਨੇ ਆ ਕਲੱਬ ਹਾਊਸ 'ਤੇ, ਅਤੇ ਅਸੀਂ ਬਿਟਕੋਇਨ ਜਾਂ ਬਲੋਕਚੇਨ ਦੇ ਰਿਲੇਟਿਡ ਟੋਪਿਕਸ ਦੇ ਵਿੱਚ ਡੀਪ ਡਾਈਵ ਕਰਨੇ ਆ ਪੰਜਾਬੀ ਦੇ ਵਿੱਚ। ਅਤੇ
ਅੱਜ ਦਾ ਜਿਹੜਾ ਟੌਪਿਕ ਹੈ ਇਟ ਇਜ਼ ਬਿਟਕੋਇਨ ਦਾ ਨੈਟਵਰਕ, ਉਹਦਾ ਸਿਸਟਮ, ਉਹਦਾ ਪ੍ਰੋਟੋਕੋਲ, ਉਹ ਕਿਵੇਂ ਚੱਲਦਾ ਹੈ ਪੂਰਾ ਇੰਜਨ, ਤੇ ਉਹਦੇ ਜਿਹੜੇ ਡਿਫਰੈਂਟ ਪਾਰਟਸ ਨੇ ਉਹ ਕੀ ਹੁੰਦੇ ਨੇ। ਤੇ ਵਨ ਵੀ ਟਾਕ ਅਬਾਊਟ ਨੋਡਸ ਜਿਹੜੇ ਹੁੰਦੇ ਨੇ ਉਹ ਦੇ ਸਪੋਰਟ ਦੀ ਇੰਟਾਇਰ ਬਿਟਕੋਇਨ ਸਿਸਟਮ, ਉਹ ਸਿਕਿਉਰਿਟੀ ਪ੍ਰੋਵਾਈਡ ਕਰਦੇ ਨੇ ਤੇ ਇਹ ਟ੍ਰਾਂਜੈਕਸ਼ਨਸ ਵੀ ਵੈਰੀਫਾਈ ਕਰਦੇ ਨੇ। ਤੇ ਰਜਵਿੰਦਰ ਜੀ, ਮੈਂ ਇਹ ਵੀ ਸੁਣਿਆ ਹੈ, ਬਿਕੋਜ਼ ਆਈ ਐਮ ਨਾਟ ਅ ਪ੍ਰੋ ਐਕਸਪਰਟ ਨੋਡਸ ਦੇ ਉੱਤੇ, ਆਲਦੋ ਮੈਂ ਤੁਹਾਡੇ ਨਾਲ ਇਹਦੇ ਉੱਤੇ ਪਹਿਲੀ ਗੱਲ ਕੀਤੀ ਹੋਈ ਹੈ ਕਿ ਮੈਂ ਵੀ ਆਪਣਾ ਨੋਡ ਸੈਟਅਪ ਕਰਨਾ ਚਾਹੁੰਦੀ ਹਾਂ ਵਿਦ ਗੈਟ ਅੰਬਰੈਲ, ਤੇ ਤੁਸੀਂ ਮੈਨੂੰ ਗਾਈਡੈਂਸ ਉਹਦੇ ਉੱਤੇ ਚੰਗੀ ਦਿੱਤੀ ਹੈ। ਪਰ ਮੈਂ ਇਹ ਵੀ ਸੁਣਿਆ ਕਿ ਮੇਬੀ ਆਈ ਥਿੰਕ ਦੇयर इज ਡਿਫਰੈਂਟ ਟਾਈਪ ਆਫ ਨੋਡਸ, ਜਿਵੇਂ ਬਿਟਕੋਇਨ ਨੋਡਸ ਹੋ ਗਿਆ, ਫੁੱਲ ਨੋਡ ਹੋ ਗਏ, ਲਿਸਨਿੰਗ ਨੋਡਸ ਹੋ ਗਏ, ਜਿਹਨੂੰ ਸੁਪਰ ਨੋਡਸ ਵੀ ਕਹੀਦਾ ਹੈ। ਸੋ ਕੈਨ ਯੂ ਪਰਹੈਪਸ ਟੈਲ ਅਸ ਕਿ ਸਿੰਪਲ ਵਰਡਸ ਦੇ ਵਿੱਚ ਨੋਡਸ ਕੀ ਹੁੰਦੇ ਨੇ, ਤੇ ਜਿਹੜੇ ਡਿਫਰੈਂਟ ਤਰ੍ਹਾਂ ਦੇ ਨੋਡਸ ਹੁੰਦੇ ਨੇ ਉਹਨਾਂ ਦੇ ਵਿੱਚ ਇਫ ਦੇयर इज ਅ ਬਿਗ ਡਿਫਰੈਂਸ, ਉਹ ਕੀ ਡਿਫਰੈਂਸ ਹੈਗਾ? ਹਾਂਜੀ, ਸੋ ਨੋਡ ਜਿਹੜਾ ਹੈਗਾ, ਨੋਡ ਨੂੰ ਤੁਸੀਂ ਇਹ ਸਮਝੋ ਕਿ ਇਹ ਇੱਕ ਕੰਪਿਊਟਰ ਹੈਗਾ ਜਿਹਦੇ ਕੋਲੇ ਬਲਾਕ ਚੇਨ ਦੀ ਪੂਰੀ ਕਾਪੀ ਹੈਗੀ ਹੈ, ਤੇ ਜਿਹੜਾ ਹਰ ਵੇਲੇ ਜਾਂ ਜਦੋਂ ਵੀ ਇਹਨੂੰ ਲੋੜ ਪਵੇ ਬਿਟਕੋਇਨ ਨੈਟਵਰਕ ਦੇ ਨਾਲ ਕਨੈਕਟਡ ਹੁੰਦਾ ਹੈਗਾ, ਠੀਕ ਹੈ, ਤਾਂ ਕਿ ਉੱਥੇ ਨਵੇਂ ਬਲਾਕਸ ਹਾਸਲ ਕਰ ਸਕੇ, ਜਿਨ੍ਹਾਂ ਨੂੰ ਬਲਾਕਸ ਚਾਹੀਦੇ ਨੇਗੇ ਉਹਨਾਂ ਨੂੰ ਬਲਾਕ ਕਾਪੀ ਦੇ ਸਕੇ ਆਪਦੇ ਕੋਲੋਂ, ਆਪਦੀ ਫੁੱਲ ਬਲਾਕ ਚੇਨ ਕਾਪੀ ਤੋਂ। ਤੇ ਜਿਹੜੇ ਲੈਣ ਦੇਣ ਚੱਲ ਰਿਹਾ, ਟ੍ਰਾਂਜੈਕਸ਼ਨ ਚੱਲ ਰਹੀਆਂ ਨੇ ਜਿਹੜੀਆਂ ਬਿਟਕੋਇਨ ਦੀਆਂ, ਲੋਕ ਬਿਟਕੋਇਨ ਖਰਚ ਰਹੇ ਨੇ ਤੇ ਨਵੇਂ ਆਪਣੇ ਜਿਹੜੇ ਡੈਸਟੀਨੇਸ਼ਨ ਐਡਰੈਸ ਹੈਗੇ ਨੇਗੇ, ਜਾਂ ਜਿਨ੍ਹਾਂ ਨੂੰ, ਜਿਵੇਂ ਮੈਂ ਆਪਣਾ ਬਿਟਕੋਇਨ ਖਰਚਾਂ ਤੇ ਤਰਨ ਨੂੰ ਦੇਵਾਂ, ਤੇ ਉਹਦੀ ਰਿਕਾਰਡਿੰਗ ਜਿਹੜੀ ਹੈਗੀ, ਉਹ ਟ੍ਰਾਂਜੈਕਸ਼ਨ ਜਿਹੜੀ ਹੈਗੀ ਹੈ, ਉਹਨਾਂ ਨੂੰ ਵੈਰੀਫਾਈ ਕਰਨਾ, ਚੈੱਕ ਕਰਨਾ ਕਿ ਜੀ ਇਹ ਠੀਕ ਠਾਕ ਹੈਗੀ ਹੈ, ਇਹ ਸੱਚੀ ਮੁੱਚੀ ਰਾਜਵਿੰਦਰ ਕੋਲੇ ਇਹ ਬਿਟਕੋਇਨ ਹੈਗਾ ਸੀਗਾ ਜਿਹੜੇ ਨੂੰ ਇਹ ਖਰਚ ਕਰਨ ਦੀ ਕੋਸ਼ਿਸ਼ ਕਰ ਰਿਹਾ। ਤੇ ਆਪਣਾ ਹੋਰ ਜਿਹੜੇ ਬਾਕੀ ਦੇ ਗੁਆਂਢੀ ਆਂਢੀ ਗੁਆਂਢੀ ਨੋਡਸ ਹੈਗੇ ਨੇਗੇ ਉਹਨਾਂ ਨੂੰ ਸਾਵੀਂ ਚੀਜ਼ ਭੇਜਣਾ, ਇਹ ਸਾਰਾ ਸਿਸਟਮ ਜਿਹੜਾ ਹੈਗਾ, ਹਰੇਕ ਨੋਡ ਜਿਹੜਾ, ਹਰੇਕ ਕੰਪਿਊਟਰ ਜਿਹੜਾ ਹੈਗਾ ਬਰਾਬਰ ਦਾ ਉਹਦੇ ਵਿੱਚ ਹਿੱਸੇਦਾਰ ਹੈਗਾ। ਇਹ ਸਭ ਤੋਂ ਵੱਧ ਸਮਝਣ ਵਾਲੀ ਗੱਲ ਜ਼ਰੂਰੀ ਹੈਗੀ ਹੈ ਕਿ ਕੋਈ ਵੀ ਇੱਕ ਨੋਡ ਨਹੀਂ ਹੈਗਾ ਬਿਟਕੋਇਨ ਸਿਸਟਮ ਵਿੱਚ ਜਿਹੜਾ ਸਾਰਿਆਂ ਤੋਂ ਉੱਤੇ ਹੋਵੇ, ਇਹ ਸਾਰੇ ਬਰਾਬਰ ਹੈਗੇ ਨੇਗੇ। ਇਸੇ ਕਰਕੇ ਇਹ ਡੀਸੈਂਟਰਲਾਈਜ਼ਡ ਡਿਸਟਰੀਬਿਊਟਡ ਨੈਟਵਰਕ ਹੈਗਾ। ਤੇ ਪ੍ਰੂਫ ਆਫ ਵਰਕ ਨਾਲ ਜਿਹੜਾ ਬਲਾਕ ਚੇਨ ਦੇ ਵਿੱਚ ਨਵੇਂ ਬਲਾਕ ਬਣਦੇ ਨੇ, ਉਹਦੇ ਨਾਲ ਯਕੀਨ ਤੋਂ ਬਿਨਾਂ, ਮਤਲਬ ਤੁਸੀਂ ਕਿਸੇ ਚੀਜ਼ ਤੇ, ਕਿਸੇ ਥਰਡ ਪਾਰਟੀ ਤੇ ਯਕੀਨ ਕਰਨ ਦੀ ਲੋੜ ਤੋਂ ਬਿਨਾਂ ਇਹ ਵਹੀ ਜਿਹੜੀ ਹੈਗੀ ਹੈ ਬਿਟਕੋਇਨ ਦੀ ਲੈਜਰ ਜਿਹੜੀ ਹੈਗੀ ਹੈ ਉਹਨੂੰ ਮੇਨਟੇਨ ਕਰ ਸਕਦੇ ਹੈਗੇ ਹੋ। ਇਹ ਨੋਡ ਦਾ ਮੇਨ ਕੰਮ ਹੁੰਦਾ ਹੈਗਾ ਕਿ ਜਿਹੜੇ ਨਾਕਾਮੋਟੋ ਕੰਸੈਂਸਸ ਜਿਹੜੀ ਹੈਗੀ ਹੈ ਕਿ ਜੀ 21 ਮਿਲੀਅਨ ਤੋਂ ਵੱਧ ਬਿਟਕੋਇਨ ਨਹੀਂ ਹੋ ਸਕਦੇ, ਉਹਨਾਂ ਦਾ ਪ੍ਰੋਡਕਸ਼ਨ ਰੇਟ ਜਿਹੜਾ ਇਸ ਵੇਲੇ ਹੈਗਾ ਪਰ ਬਲਾਕ 6.25 ਬਿਟਕੋਇਨ ਬਣਦੇ ਨੇਗੇ, ਠੀਕ ਹੈ। ਉਹ ਸਾਰੀਆਂ ਚੀਜ਼ਾਂ ਚੈੱਕ ਕਰਨਾ, ਬਿਟਕੋਇਨ ਨੈਟਵਰਕ ਦੇ ਜਿਹੜੇ ਆਪਣੇ ਨਿਯਮ ਹੈਗੇ ਨੇਗੇ, ਰੂਲਸ ਹੈਗੇ ਨੇਗੇ, ਉਹਨਾਂ ਨੂੰ ਲਾਗੂ ਰੱਖਣਾ, ਤੇ ਜਿਹੜੀਆਂ ਚੀਜ਼ਾਂ ਉਹਦੀਆਂ ਉਲੰਘਣਾ ਕਰ ਰਹੀਆਂ ਉਹਨਾਂ ਨੂੰ ਨਾ ਮਨਜ਼ੂਰ ਕਰਨਾ, ਤੇ ਜਿਹੜੀਆਂ ਸਹੀ ਨਹੀਂ ਗੀਆਂ ਉਹਨਾਂ ਨੂੰ ਹੀ ਮਨਜ਼ੂਰ ਕਰਨਾ, ਤਾਂ ਕਿ ਜਿਹੜਾ ਬਿਟਕੋਇਨ ਦਾ ਮੋਨੀਟਰੀ ਨੈਟਵਰਕ ਹੈਗਾ, ਮੋਨੀਟਰੀ ਲੈਜਰ ਹੈਗੀ ਹੈ ਤੇ ਨੈਟਵਰਕ ਹੈਗਾ, ਉਹ ਠੀਕ ਠਾਕ ਚੱਲਦਾ ਰਹੇ। ਇਹ ਕੰਮ ਹੁੰਦਾ ਹੈ ਨੋਡ ਦਾ। ਤੇ ਨੋਡ, ਜੇ ਤੁਸੀਂ ਸੋਚੋ, ਕੋਈ ਵੀ ਕੰਪਿਊਟਰ ਹੋ ਸਕਦਾ ਜਿਹੜਾ ਇਹ ਕੰਮ ਕਰ ਸਕੇ। ਮੈਂ ਤੁਹਾਨੂੰ ਉਦਾਹਰਨ ਦਿੱਤੀ ਸੀ ਕਿ 7 ਸਾਲ ਪੁਰਾਣਾ ਲੈਨੋਵੋ ਥਿੰਕਪੈਡ ਲੈਪਟਾਪ ਲਾ ਕੇ ਮੈਂ ਨੋਡ ਬਣਾਇਆ ਹੋਇਆ ਹੈਗਾ, ਠੀਕ ਹੈ ਨਾ। ਤੇ ਉਹਦੇ 'ਚ ਦੇਖਣ ਨੂੰ ਤਾਂ ਆਮ ਲੈਪਟਾਪ ਵਰਗੇ ਲੱਗਦਾ, ਪਰ ਉਹਦੇ 'ਚ ਸੌਫਟਵੇਅਰ ਚੱਲ ਰਿਹਾ ਹੈਗਾ, ਲਿਨਕਸ ਆਪਰੇਟਿੰਗ ਸਿਸਟਮ ਹੈ, ਉਹਦੇ ਉੱਤੇ ਬਿਟਕੋਇਨ ਕੋਰ ਸੌਫਟਵੇਅਰ ਚੱਲ ਰਿਹਾ ਹੈਗਾ, 1 ਟੈਰਾਬਾਈਟ ਦੀ ਸੋਲਿਡ ਸਟੇਟ ਡਰਾਈਵ ਹੈਗੀ ਹੈ। ਅਗਲੇ 6-7 ਸਾਲ ਚੁੱਪ ਕੀਤੇ ਚੱਲੀ ਜਾਊਗਾ, ਮਾੜਾ ਮੋਟਾ ਜੇ ਕਲਾਇੰਟ ਸੌਫਟਵੇਅਰ ਜਿਹੜਾ ਹੈਗਾ ਉਹਨੂੰ ਅਪਡੇਟ ਕਰੀ ਜਾਓ ਜਿਉਂ-ਜਿਉਂ ਨਵੀਆਂ ਰਿਲੀਜ਼ ਆਉਂਦੀਆਂ। ਜਿਵੇਂ ਹੁਣ ਆਪਣਾ ਸ਼ਨੌਰ ਸਿਗਨੇਚਰ ਵਾਲਾ ਨਵੰਬਰ ਦੇ ਵਿੱਚ ਨਵਾਂ ਸਿਸਟਮ ਲਾਗੂ ਹੋਣਾ ਹੈਗਾ, ਠੀਕ ਹੈ ਨਾ, ਉਹ ਪਾਸ ਹੋ ਗਿਆ, ਤੇ ਉਸ ਦੇ ਵਿੱਚ ਸੌਫਟਵੇਅਰ ਅਪਡੇਟ ਕਰਕੇ ਉਹ ਵੀ ਠੀਕ ਹੋ ਜਾਏਗਾ, ਜ਼ਿਆਦਾ ਉਹਦੇ 'ਚ ਮੱਥਾ ਮਾਰਨ ਦੀ ਲੋੜ ਨਹੀਂ ਪੈਂਦੀ ਹੈਗੀ। ਸੋ ਇਹ ਹੁੰਦੇ ਕਿ ਨੋਡਸ, ਇਹਨਾਂ ਦਾ ਕੰਮ ਹੈਗਾ ਬਿਟਕੋਇਨ ਸਿਸਟਮ ਨੂੰ ਚਾਲੂ ਰੱਖਣਾ, ਉਹਦੇ ਵਿੱਚ ਸਾਰੇ ਬਰਾਬਰ ਦੇ ਇਹ ਹਿੱਸੇਦਾਰ ਹੈਗੇ ਨੇਗੇ, ਤੇ ਸਾਰਾ ਕੁਝ ਚੈੱਕ ਕਰਦੇ, ਇੱਕ ਦੂਜੇ 'ਤੇ ਨਜ਼ਰ ਰੱਖਦੇ ਨੇਗੇ ਤਾਂ ਕਿ ਕੋਈ ਵੀ ਖਰਾਬੀ ਨਾ ਥੈਂਕ ਯੂ ਜੀ। ਤੇ ਮੇਰਾ ਸੈਕਿੰਡ ਕੁਐਸਚਨ ਹੈ ਰਜਵਿੰਦਰ ਜੀ, ਕਿ ਜਿਵੇਂ ਅਸੀਂ ਲਾਸਟ ਵੀਕ ਗੱਲ ਕੀਤੀ ਸੀ ਬਿਟਕੋਇਨ ਮਾਈਨਿੰਗ ਦੇ ਬਾਰੇ, ਤੇ ਸਾਨੂੰ ਪਤਾ ਹੈ ਕਿ ਜਦੋਂ ਲੋਕੀ ਬਿਟਕੋਇਨ ਮਾਈਨਿੰਗ ਕਰਦੇ ਨੇ ਉਹਦੇ ਵਿੱਚ ਉਹਨਾਂ ਦੀ ਰਿਵਾਰਡਸ ਹੁੰਦੇ ਨੇ, ਦੈਟ ਦੇ ਗੈਟ ਇਨ ਦ ਫਾਰਮ ਆਫ ਬਲੌਕ ਰਿਵਾਰਡਸ। ਤੇ ਜਦੋਂ ਲੋਕੀ ਨੋਡਸ ਚਲਾ ਰਹੇ ਨੇ ਆਪਣਾ ਬਿਟਕੋਇਨ ਦੇ ਪ੍ਰੋਟੋਕੋਲ ਨੂੰ ਮੇਨਟੇਨ ਰੱਖਣ ਲਈ, ਇਹਨੂੰ ਸਿਕਿਉਰ ਰੱਖਣ ਲਈ, ਤੇ ਕੀ ਉਹਦੇ ਵਿੱਚ ਕੀ ਬੈਨੀਫਿਟ ਹੈ ਲੋਕਾਂ ਲਈ? ਲਾਈਕ ਕੀ ਇੱਥੇ ਫਾਈਨੈਂਸ਼ੀਅਲ ਰਿਵਾਰਡ ਹੈਗਾ ਹੈ, ਜਾਂ ਕਿਉਂ ਲੋਕੀ ਚਲਾਉਣ ਆਪਣਾ ਓਨ ਨੋਡ? ਹਾਂ,
ਇਹ ਬਹੁਤ ਵਧੀਆ ਸਵਾਲ ਹੈਗਾ। ਦੇਖੋ, ਜੇ ਮਾਈਨਿੰਗ ਨਹੀਂ ਕਰ ਸਕਦੇ ਨਾ ਤਾਂ ਉਹਦੇ 'ਚ ਤੁਹਾਨੂੰ ਕੋਈ ਫਾਈਨੈਂਸ਼ੀਅਲ ਰਿਵਾਰਡ ਨਹੀਂ ਮਿਲੇਗਾ। ਆਪਣਾ ਨੋਡ ਚਲਾਉਣ ਦੇ ਦੋ ਵੱਡੇ ਫਾਇਦੇ ਨੇਗੇ। ਪਹਿਲੀ ਗੱਲ ਤਾਂ ਇਹ ਕਿ ਤੁਹਾਡੇ ਕੋਲੇ ਆਪਦੇ ਕੋਲੇ ਬਲੌਕ ਚੇਨ ਦੀ ਕਾਪੀ ਹੈਗੀ ਹੈ, ਤਾਂ ਤੁਸੀਂ ਕਿਸੇ ਵੀ ਚੀਜ਼ ਨੂੰ ਵੈਰੀਫਾਈ ਕਰ ਸਕਦੇ ਹੋ। ਜੋ ਵੀ ਬਿਟਕੋਇਨ ਦੇ ਵਿੱਚ ਸ਼ੁਰੂ ਤੋਂ ਲੈ ਕੇ ਹੁਣ ਤਾਈਂ ਕੋਈ ਵੀ ਟ੍ਰਾਂਜੈਕਸ਼ਨ ਹੋਈ ਹੈ, ਤੁਸੀਂ ਉਸ ਨੂੰ ਚੈੱਕ ਕਰ ਸਕਦੇ ਹੋ ਬਿਨਾਂ ਕਿਸੇ ਨੂੰ ਪੁੱਛੇ ਗਿੱਛੇ। ਸੋ ਉਹਦੇ 'ਚ ਪ੍ਰਾਈਵੇਸੀ ਦੀ ਗੱਲ ਆ ਜਾਂਦੀ ਹੈ ਕਿ ਤੁਸੀਂ ਕਿਸੇ ਨੂੰ ਗੱਲਬਾਤ ਪੁੱਛ ਦੱਸ ਹੀ ਨਹੀਂ ਰਹੇ, ਤਾਂ ਕੋਈ ਇਹ ਅੰਦਾਜ਼ਾ ਹੀ ਨਹੀਂ ਲਾ ਸਕਦਾ ਕਿ ਤੁਸੀਂ ਕੀ ਕਰ ਰਹੇ ਹੈਗੇ ਹੋ, ਠੀਕ ਹੈ ਨਾ। ਸੋ ਜਿਵੇਂ ਤੁਹਾਡੇ ਕੋਲ ਆਪਣਾ ਆਪਦਾ ਬਿਟਕੋਇਨ ਹੈਗਾ, ਆਪਦਾ ਤੁਹਾਡੇ ਕੋਲ ਹਾਰਡਵੇਅਰ ਵਾਲਟ ਹੈਗਾ, ਉਹ ਹਾਰਡਵੇਅਰ ਵਾਲਟ ਨਾਰਮਲੀ ਜੇ ਉਹਨਾਂ ਦਾ ਸੌਫਟਵੇਅਰ ਤੁਸੀਂ ਵਰਤੋਗੇ ਤਾਂ ਉਹ ਉਸ ਕੰਪਨੀ ਦੇ ਨੋਡ ਨਾਲ ਗੱਲ ਕਰੇਗਾ ਜਿਹੜੀ ਨੇ ਤੁਹਾਨੂੰ ਵਾਲਟ ਵੇਚਿਆ ਹੋਇਆ, ਜਾਂ ਹੋਰ ਕੰਪਨੀਆਂ ਜਿਨ੍ਹਾਂ ਤੋਂ ਤੁਸੀਂ ਨੋਡ ਟਰਸਟ ਕਰ ਰਹੇ ਹੈਗੇ ਹੋ। ਸੋ ਯੂ ਆਰ ਟਰਸਟਿੰਗ ਸਮਵਨ ਐਲਸਜ਼ ਨੋਡ, ਠੀਕ ਹੈ। ਆਪਦਾ ਜੀ ਤੁਹਾਡੇ ਕੋਲ ਨੋਡ ਹੈਗਾ ਤਾਂ ਹਰੇਕ ਮੇਜਰ ਜਿਹੜਾ ਮੇਨ ਹਾਰਡਵੇਅਰ ਵਾਲਟਸ ਹੈਗੇ ਆ, ਸੌਫਟਵੇਅਰ ਵਾਲਟਸ ਹੈਗੇ ਨੇਗੇ, ਐਪਸ ਵਾਲੇ ਹੈਗੇ ਨੇਗੇ, ਉਹ ਤੁਹਾਡੇ ਨੋਡ ਨੂੰ ਵਰਤ ਕੇ ਤੇ ਜਿਹੜਾ ਹੈਗਾ ਸਾਰੀਆਂ ਚੀਜ਼ਾਂ ਵੈਰੀਫਾਈ ਕਰ ਸਕਦੇ, ਟ੍ਰਾਂਜੈਕਸ਼ਨਸ ਵਗੈਰਾ। ਸੋ ਤੁਸੀਂ ਕਿਵੇਂ ਚੈੱਕ ਕਰੋਗੇ ਕਿ ਜੀ ਤੁਹਾਡਾ ਬਿਟਕੋਇਨ, ਜੇ ਤੁਹਾਡੇ ਕੋਲੇ 0.1 ਬਿਟਕੋਇਨ ਹੈਗਾ, ਇਹ ਕੱਲ ਤੁਹਾਡੇ ਕਬਜ਼ੇ 'ਚ ਸੀਗਾ ਤੇ ਅਜੇ ਵੀ ਉਸੇ ਐਡਰੈਸ ਤੇ ਪਿਆ ਹੈਗਾ ਤੇ ਤੁਹਾਡੀ ਪ੍ਰਾਈਵੇਟ ਕੀਜ਼ ਦੇ ਨਾਲ ਹੀ ਲਿੰਕਡ ਹੈਗਾ, ਕਿਸੇ ਨੇ ਖਰਚ ਨਹੀਂ ਦਿੱਤਾ, ਠੀਕ ਹੈ ਨਾ। ਉਹ ਚੀਜ਼ਾਂ ਵੈਰੀਫਾਈ ਕਰਨ ਲਈ ਤੁਹਾਨੂੰ ਫੁੱਲ ਕਾਪੀ ਜਿਹੜੀ ਹੈਗੀ ਬਲੌਕ ਚੇਨ ਦੀ, ਉਹਦੀ ਲੋੜ ਹੈਗੀ ਹੈ। ਜਿਵੇਂ ਇਹ ਆਨਲਾਈਨ ਬਲੌਕ ਐਕਸਪਲੋਰਰਸ ਹੁੰਦੇ ਨੇ ਨਾ, ਜਿੱਥੇ ਜਾ ਕੇ ਤੁਸੀਂ ਟ੍ਰਾਂਜੈਕਸ਼ਨ ਨੰਬਰ ਜਾਂ ਐਡਰੈਸ ਪਾ ਕੇ ਚੈੱਕ ਕਰ ਸਕਦੇ ਹੋ ਕਿ ਜੀ ਉੱਥੇ ਕਿੰਨੇ ਕੁ ਬਿਟਕੋਇਨ ਹੈਗੇ ਨੇ ਤੇ ਇਹ ਅਜੇ ਵੀ ਉੱਥੇ ਹੈਗੇ ਨੇ ਕਿ ਜਾਂ ਹੋਰ ਅੱਗੇ ਖਰਚ ਹੋ ਚੁੱਕੇ ਨੇਗੇ। ਉਹ ਸਾਰੀਆਂ ਚੀਜ਼ਾਂ ਤੁਸੀਂ ਕਿਸੇ ਹੋਰ ਨੂੰ ਪੁੱਛਣ ਦੀ ਬਜਾਏ ਆਪਦੇ ਨੋਟ ਤੋਂ ਹੀ ਪੁੱਛ ਸਕਦੇ ਹੋ, ਤਾਂ ਤੁਹਾਡੀ ਗੱਲ ਘਰ ਦੀ ਘਰੇ ਹੀ ਰਹਿੰਦੀ ਹੈਗੀ ਹੈ, ਬਾਹਰ ਨਹੀਂ ਕਿਤੇ ਜਾਂਦੀ, ਤੇ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਕਿ ਜੀ ਇਹ ਫਲਾਨੀਆਂ ਟ੍ਰਾਂਜੈਕਸ਼ਨ ਬਾਰੇ ਫਿਕਰ ਕਰ ਰਹੇ ਨੇ ਇਸ ਵੇਲੇ। ਸੋ ਇਹ ਸਭ ਤੋਂ ਵੱਡਾ ਫਾਇਦਾ ਹੈਗਾ। ਦੂਜੀ ਗੱਲ ਹੋਈ ਕਿ ਇਹ ਨੋਟਸ ਜਿਹੜਾ ਹੈਗਾ ਨਾ, ਇਹ ਸਿਸਟਮ ਹੈਗਾ, ਤੇ ਇਹ ਸਾਰਾ ਢਾਂਚਾ ਬਿਟਕੋਇਨ ਦਾ ਨਾਕਾਮੋਟੋ ਕੰਸੈਂਸਸ, ਸਰਬਸੰਮਤੀ ਜਿਹੜੀ ਹੈਗੀ ਹੈ, ਸਤੋਸ਼ੀ ਨਾਕਾਮੋਟੋ ਨੇ ਡਿਜ਼ਾਈਨ ਕੀਤੀ ਸੀ ਤੇ ਉਦੋਂ ਦੀ ਲਾਗੂ ਹੋਈ ਆ ਰਹੀ ਹੈਗੀ ਹੈ। ਉਹਨੂੰ ਲਾਗੂ ਰੱਖਣ ਲਈ ਨੋਡਸ ਦੀ ਬਹੁਤ ਜ਼ਰੂਰਤ ਹੈਗੀ ਹੈ। ਜੇ ਕੋਈ ਮਾਈਨਰਸ ਆਪਸ ਦੇ ਵਿੱਚ ਰਲ ਕੇ ਮੱਲੋ ਮੱਲੀ ਕੋਈ ਨਵਾਂ ਰੂਲ ਲਾਗੂ ਕਰਨ ਦੀ ਕੋਸ਼ਿਸ਼ ਕਰਨ ਤਾਂ ਆਪਣਾ ਨੈਟਵਰਕ ਦੇ ਨੋਡਸ ਜਿਹੜੇ ਹੈਗੇ ਨੇ, ਉਹਨਾਂ ਨੂੰ ਉਸ ਵੇਲੇ ਇੱਕ ਤਰ੍ਹਾਂ ਨਾਲ ਸਮਝ ਲਓ ਕਿ ਵੋਟ ਪਾਉਣ ਦਾ ਮੌਕਾ ਮਿਲਦਾ ਕਿ ਜੀ ਇਹ ਗੱਲ ਤੁਹਾਡੀ ਗਲਤ ਹੈਗੀ ਹੈ, ਇਸ ਵਿੱਚ ਅਸੀਂ ਸਹਿਮਤ ਨਹੀਂ ਹੈਗੇ ਹਾਂ। ਜੇ ਤੁਸੀਂ ਇਹ ਗੱਲ ਕੀਤੀ ਤਾਂ ਅਸੀਂ ਤੁਹਾਨੂੰ ਨੈਟਵਰਕ ਦੇ ਵਿੱਚੋਂ ਤੋੜ ਕੇ ਤੇ ਜਿਹੜਾ ਪੁਰਾਣਾ ਢਾਂਚਾ ਹੈਗਾ ਸਰਬਸੰਮਤੀ ਵਾਲਾ, ਨਾਕਾਮੋਟੋ ਕੰਸੈਂਸਸ ਵਾਲਾ, ਉਹ ਚੱਲਦਾ ਰੱਖਣਾ ਹੈਗਾ। ਤੇ ਇਹਦੇ ਵਿੱਚ ਤੁਹਾਨੂੰ ਸਤਿ ਸ੍ਰੀ ਅਕਾਲ, ਤੇ ਅਸੀਂ ਆਪਦਾ ਨੈਟਵਰਕ ਉਵੇਂ ਚਲਾਉਂਦੇ ਰਹਾਂਗੇ ਜਿਵੇਂ ਪਹਿਲਾਂ ਚੱਲਦਾ ਰਿਹਾ। ਚਾਹੇ ਮਾਈਨਿੰਗ ਹੈਸ਼ ਰੇਟ ਕੱਟ ਕੇ ਅੱਧਾ ਹੋ ਜਾਏ, ਚਾਹੇ 10ਵਾਂ ਹਿੱਸਾ ਹੋ ਜਾਵੇ, ਚਾਹੇ 90% ਰਹਿ ਜਾਵੇ, ਉਹ ਚੀਜ਼ ਨੂੰ ਲਾਗੂ ਕਰਨ ਲਈ ਨੋਡਸ ਦਾ ਹੋਣਾ ਖਾਸ ਵੱਡੀ ਗਿਣਤੀ ਦੇ ਵਿੱਚ ਬਹੁਤ ਜ਼ਰੂਰੀ ਹੈਗਾ। ਤੇ ਉਹ ਸਿਰਫ ਉਦੋਂ ਹੀ ਹੋ ਸਕਦਾ ਜਦੋਂ ਕਾਫੀ ਸਾਰੀ ਗਿਣਤੀ ਦੇ ਵਿੱਚ ਲੋਕ ਨੋਡ ਚਲਾ ਰਹੇ ਨੇਗੇ। ਤੇ ਦੂਜੀ ਗੱਲ, ਇਹ ਸੌਫਟਵੇਅਰ ਜਿਹੜਾ ਹੈਗਾ ਉਹਨੂੰ ਟਾਈਮ ਸਿਰ ਅਪਡੇਟ ਕਰ ਰਹੇ ਨੇਗੇ, ਠੀਕ ਹੈ। ਜਿਵੇਂ 51% ਅਟੈਕ ਵੀ ਹੋ ਜਾਵੇ, ਉਹਨੂੰ ਕਹਿੰਦੇ 51% ਅਟੈਕ, ਪਰ ਕਰਨਾ ਪੈਂਦਾ ਹੈਗਾ 90, 95, 85, 80 ਤੋਂ ਵੱਧ ਕਰਕੇ ਹੈਸ਼ ਪਾਵਰ, ਠੀਕ ਹੈ ਨਾ। ਸੋ ਉਹਦੇ ਵਿੱਚ ਜੇ ਕੋਈ ਅਟੈਕ ਵੀ ਕਰਦਾ ਹੈਗਾ ਨਾ, ਤਾਂ ਤੁਸੀਂ ਉਹਨਾਂ ਦੇ ਬਲਾਕਸ ਰਿਜੈਕਟ ਕਰ ਸਕਦੇ ਹੋ, ਤੇ ਜਿਹੜੀ ਇਮਾਨਦਾਰ ਮਾਈਨਿੰਗ ਹੋ ਰਹੀ ਹੈਗੀ ਹੈ ਇਮਾਨਦਾਰੀ ਨਾਲ, ਉਹਨੂੰ ਐਕਸੈਪਟ ਕਰ ਸਕਦੇ ਹੈਗੇ। ਉਹ ਵੀ ਤੁਹਾਡਾ ਨੋਡ ਓਨਰ ਦੀ ਹੋਣ ਦੇ ਨਾਤੇ ਤੁਹਾਡੇ ਕੋਲ ਉਹ ਪਾਵਰ ਹੈਗੀ ਹੈ ਕਿ ਜੀ ਇਹ ਬਲਾਕ ਚੇਨ ਜਿਹੜੀ ਇਹਨਾਂ ਮਾਈਨਰਸ ਵੱਲੋਂ ਆ ਰਹੀ ਹੈਗੀ ਹੈ, ਇਹ ਮਾੜੀ ਹੈਗੀ ਹੈ, ਇਹ ਗਲਤ ਹੈ, ਇਹ ਘਪਲੇਬਾਜ਼ੀ ਹੋ ਰਹੀ ਹੈ, ਜਾਂ ਇਹਦੇ 'ਚ ਨਜਾਇਜ਼ ਨਵੇਂ ਰੂਲ ਬਣਾ ਕੇ ਇਹ ਬੰਦੇ ਲਾਗੂ ਕਰ ਰਹੇ ਨੇਗੇ, ਤੇ ਇਹ ਨਹੀਂ ਅਸੀਂ ਲੈਣੇ ਹਨ, ਠੀਕ ਹੈ ਨਾ। ਉਹ ਐਕਚੁਅਲੀ ਰੂਲਸ ਨਵੇਂ ਜਿਹੜੇ ਨੇ ਉਹ ਤਾਂ ਆਟੋਮੈਟਿਕਲੀ ਰਿਜੈਕਟ ਹੋ ਜਾਣਗੇ, ਕਿਉਂਕਿ ਨਵਾਂ ਰੂਲ ਅਡਾਪਟ ਕਰਨ ਲਈ ਤੁਹਾਨੂੰ ਸੌਫਟਵੇਅਰ ਅਪਡੇਟ ਕਰਨਾ ਪੈਂਦਾ। ਜੇ ਤੁਸੀਂ ਕਿਸੇ ਗੱਲ ਨਾਲ ਨਹੀਂ ਸਹਿਮਤ ਹੋਏਗੇ ਤਾਂ ਤੁਸੀਂ ਉਹ ਸੌਫਟਵੇਅਰ ਅਪਡੇਟ ਨਾ ਲਾਓ ਆਪਦੇ ਨੋਡ ਤੇ, ਤੁਹਾਡਾ ਨੋਡ ਪੁਰਾਣੇ ਰੂਲਸ ਦੇ ਮੁਤਾਬਿਕ ਚੱਲਦਾ ਰਹੇਗਾ। ਸੋ ਨਾਕਾਮੋਟੋ ਕੰਸੈਂਸਸ ਨੂੰ ਜਾਰੀ ਰੱਖਣ ਲਈ, ਚਾਲੂ ਰੱਖਣ ਲਈ, ਕਾਇਮ ਰੱਖਣ ਲਈ ਨੋਡਸ ਦਾ ਹੋਣਾ ਬਹੁਤ ਜ਼ਰੂਰੀ ਹੈਗਾ, ਠੀਕ ਹੈ ਨਾ। ਜੇ ਦੋ ਨੋਡਸ ਹੈਗੇ ਨੈਟਵਰਕ ਵਿੱਚ, ਉਹ ਤੇ ਡੀਸੈਂਟਰਲਾਈਜ਼ਡ ਨਹੀਂ ਹੈਗਾ, 5 ਵਾਲਾ ਵੀ ਨਹੀਂ ਹੈਗਾ, 10 ਵਾਲਾ ਵੀ ਨਹੀਂ ਹੈਗਾ, ਠੀਕ ਹੈ ਨਾ। 50 ਵਾਲਾ ਡੀਸੈਂਟਰਲਾਈਜ਼ਡ ਹੈ, ਮੇਬੀ ਨਾਟ, ਪਰ 5000 ਨੋਡਸ ਵਾਲਾ ਨੈਟਵਰਕ ਕਾਫੀ ਡੀਸੈਂਟਰਲਾਈਜ਼ਡ ਹੈਗਾ, ਠੀਕ ਹੈ। ਸੋ ਇਸ ਕਰਕੇ ਜਿੰਨੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਬੰਦੇ ਨੋਡ ਲਗਾ ਸਕਣ, ਚਲਾ ਸਕਣ, ਮੇਨਟੇਨ ਕਰ ਸਕਣ, ਉਹ ਵਧੀਆ ਗੱਲ ਹੈਗੀ ਹੈ, ਤਾਂ ਕਿ ਥੋੜ੍ਹਾ ਮੋਟਾ ਨੈਟਵਰਕ ਦੀ ਪਾਵਰ ਜਿਹੜੀ ਹੈਗੀ ਹੈ ਬਣੀ ਰਹੇ, ਤੇ ਡੀਸੈਂਟਰਲਾਈਜੇਸ਼ਨ ਜਿਹੜੀ ਹੈਗੀ ਹੈ ਉਹ ਤਕੜਾ ਹਿੱਸਾ ਰਹੇ ਨੈਟਵਰਕ ਦਾ, ਨਾ ਕਿ ਕਮਜ਼ੋਰ ਹੋ ਜਾਵੇ ਤੇ ਥੋੜ੍ਹੇ ਜਿਹੇ ਨੋਡਸ ਹੀ ਰਹਿ ਜਾਣ ਜਿਨ੍ਹਾਂ ਉੱਤੇ ਸਾਰਿਆਂ ਨੂੰ ਯਕੀਨ ਕਰਨਾ।
ਹਾਂਜੀ ਬਿਲਕੁਲ। ਤੇ ਗਾਇਜ਼ ਜਸਟ ਤਾਂ ਕਿ ਸਭ ਨੂੰ ਇੱਥੇ ਪਤਾ ਹੈ, ਰਜਵਿੰਦਰ ਜੀ ਇਜ਼ ਵਨ ਆਫ ਦ ਅਰਲੀ ਫਾਊਂਡਿੰਗ ਮੈਂਬਰਸ ਆਫ ਪਲੈਬਨੈਟ ਕਮਿਊਨਿਟੀ, ਜਿਹੜੀ ਇੱਕ ਨੋਡਸ ਦੀ ਕਮਿਊਨਿਟੀ ਹੈਗੀ ਹੈ। ਐਂਡ ਆਈ ਥਿੰਕ ਹੁਣ ਤੁਹਾਡੇ 270 ਨੋਡਸ ਹੈਗੇ ਨੇ ਉਹਦੇ ਵਿੱਚ, ਰਜਵਿੰਦਰ ਜੀ, ਤੁਹਾਡੀ ਕਮਿਊਨਿਟੀ ਦੇ। ਹਾਂ, ਉਹ ਲੇਅਰ 2 ਦੇ ਲਾਈਟਨਿੰਗ ਨੈਟਵਰਕ ਨੋਡਸ ਹੈਗੇ ਨੇ, ਪੇਮੈਂਟ ਰਾਊਟਿੰਗ ਨੋਡਸ, ਤੇ ਇਸ ਵੇਲੇ ਐਕਚੁਅਲੀ ਮੈਨੂੰ ਲੱਗਦਾ 6-650 ਹੈਗੇ ਨੇਗੇ ਉਸ ਕਮਿਊਨਿਟੀ ਦੇ ਵਿੱਚ। ਹਾਂਜੀ, ਦੈਟਸ ਐਂਡ ਦੈਟ ਇਜ਼ ਅਮੇਜ਼ਿੰਗ। ਸੋ ਗਾਇਜ਼ ਆਲਸੋ, ਜੇ ਤੁਸੀਂ ਆਪ ਆਪਣਾ ਨੋਡ ਸੈਟਅਪ ਕਰਨਾ ਚਾਹੁੰਦੇ ਹੋ ਤੇ ਉਹਦੀ ਇੱਕ ਵੈਬਸਾਈਟ, ਇੱਕ ਪਲੇਟਫਾਰਮ ਹੈਗਾ ਗੈਟ ਅੰਬਰੇਲ, GET ਗੈਟ ਅੰਬਰੇਲ, UMBREL, getumbrel.com ਆਈ ਥਿੰਕ। ਤੇ ਉਹ ਨੋਡਸ ਦੇ ਨਾਲ ਉਹ ਵੀ ਇਕਵਿਪਮੈਂਟ ਵਗੈਰਾ ਉਹ ਵੇਚ ਰਹੇ ਨੇ। ਸੋ ਦੈਟਸ, ਮੈਂ ਵੀ ਆਪਣਾ ਨੋਟ ਸੈਟਅਪ ਕਰਾਂਗੀ ਤੇ ਮੈਨੂੰ ਇੰਸਟਰਕਸ਼ਨਸ ਆ ਗਏ ਨੇ ਰਜਵਿੰਦਰ ਜੀ ਤੋਂ। ਬਸ ਮੇਰੇ ਕੋਲ ਪੁਰਾਣਾ ਲੈਪਟਾਪ ਨਹੀਂ ਹੈਗਾ ਕੋਈ, ਸੋ ਸ਼ਾਇਦ ਮੈਨੂੰ ਇੱਕ ਨਵਾਂ ਲੈਪਟਾਪ ਲੈਣਾ ਪਏ ਤਾਂ ਕਿ ਜਿਹੜਾ ਮੇਰਾ ਹੁਣ ਵਾਲਾ ਲੈਪਟਾਪ ਹੈ ਉਹਨੂੰ ਮੈਂ ਪੁਰਾਣਾ ਲੈਪਟਾਪ ਬਣਾਉਣਾ। ਲੈਟਸ ਸੀ। ਬਟ ਮੈਂ ਇੰਟਰਸਟਿਡ ਹੈਗੀ ਹਾਂ ਆਪਣੇ ਜਿਹੜੇ ਮੇਰੇ ਟ੍ਰਾਂਜੈਕਸ਼ਨਸ ਨੇ ਬਿਟਕੋਇਨ ਦੇ, ਉਹਨੂੰ ਆਪ ਸੈਲਫ ਵੈਰੀਫਾਈ, ਸੈਲਫ ਵੈਲੀਡੇਟ ਕਰਨ ਦੇ ਵਿੱਚ। ਸੋ ਸੋ ਜੇ ਤੁਹਾਡੇ ਵੀ ਕੁਐਸਚਨਸ ਹੈਗੇ ਨੇ ਨੋਟਸ ਦੇ ਉੱਤੇ, ਜੇ ਤੁਸੀਂ ਜਾ ਕੇ ਬਾਅਦ ਦੇ ਵਿੱਚ ਸੈਟਅਪ ਕਰਨਾ ਚਾਹੁੰਦੇ ਹੋ, ਦੈਨ ਯੂ ਕੈਨ ਪਲੀਜ਼ ਮੈਸੇਜ ਮੀ। ਤੇ ਰਜਵਿੰਦਰ ਜੀ ਨੂੰ ਵੀ ਮੈਸੇਜ ਕਰ ਸਕਦੇ ਹੋ। ਆਮ ਸ਼ੋਰ ਜਦੋਂ ਉਹਨਾਂ ਨੂੰ ਟਾਈਮ ਮਿਲੇਗਾ ਹੀ ਵਿਲ ਰਿਸਪੌਂਡ ਟੂ ਯੂ ਐਜ਼ ਵੈਲ। ਹਾਂਜੀ ਹਾਂਜੀ। ਤੇ ਹਾਂਜੀ, ਤੇ ਆਡੀਅנס ਦੇ ਵਿੱਚ ਜੇ ਤੁਹਾਡੇ ਕੋਈ ਕੁਐਸਚਨਸ ਹੈਗੇ ਨੋਟਸ ਦੇ ਉੱਤੇ, ਜਾਂ ਸਾਡੇ ਪੈਨਲ ਤੇ ਵੀ ਹੁਣੇ ਹੈਗੇ ਨੇ ਰੁਪਿੰਦਰ ਜੀ, ਤਰੁਣ ਜੀ, ਜਬਰਜੰਗ ਜੀ। ਚਲੋ ਤਰੁਣ ਜੀ ਤਾਂ ਹੈ ਹੀ ਪ੍ਰੋ ਇਹਦੇ ਵਿੱਚ। ਬਟ ਇਫ ਐਨੀਵਨ ਹੈਜ਼ ਕੁਐਸਚਨਸ, ਤੁਸੀਂ ਆਪਣਾ ਹੈਂਡ ਰੇਜ਼ ਕਰਕੇ ਹੁਣੇ ਉੱਤੇ ਆ ਸਕਦੇ ਹੋ, ਐਂਡ ਵੀ ਕੈਨ ਟੇਕ ਕੁਐਸਚਨਸ ਔਨ ਦ ਨੋਡਸ ਸਪੈਸੀਫਿਕਲੀ। ਬਾਏ ਦ ਵੇ ਰਵਨੀਤ ਜੀ, ਮੈਂ ਰਜਵਿੰਦਰ ਭਾਜੀ ਸਾਹਮਣੇ ਬਿਲਕੁਲ ਪ੍ਰੋ ਨਹੀਂ ਆ, ਤਾਂ ਹੀ ਮੈਂ ਜ਼ਿਆਦਾ ਬੋਲਦਾ ਨਹੀਂ ਜਦ ਸਟੇਜ ਤੇ। ਨਹੀਂ, ਤੇ ਇਹ ਗੱਲ ਥੈਂਕ ਯੂ ਦੋ ਕਿ ਯਾਰ, ਪਰ ਇੰਨਾ ਪ੍ਰੋ ਨਹੀਂ ਆ ਜੀ ਮੈਂ, ਜਸਟ ਟੂ। ਨਹੀਂ ਤਰ੍ਹਾਂ ਵੈਰੀ ਹੰਬਲ। ਮੈਨੂੰ ਸਿਰਫ ਬਿਟਕੋਇਨ ਬਾਰੇ ਖਬਰ ਸਾਰਾ ਮਾੜੀ ਮੋਟੀ, ਤਰਨ ਨੂੰ ਸਾਰਾ ਜਿਹੜਾ ਕ੍ਰਿਪਟੋ ਕਰੰਸੀ ਦਾ ਹੋਰ ਹਜ਼ਾਰਾਂ ਗੱਲਾਂ ਚੱਲ ਰਹੀਆਂ ਨੇ ਉਹਨਾਂ ਦਾ ਵੀ ਮਾਹਰ ਬੰਦਾ ਹੈਗਾ। ਸੋ ਬਾਈ ਇੰਨਾ ਤੁਸੀਂ ਆਪਦੇ ਆਪ ਨੂੰ ਇਹ ਨਾ ਆਖੋ ਕਿ ਲੋਕਾਂ ਨੂੰ ਗਲਤਫਹਿਮੀ ਹੋ ਜਾਵੇ ਕਿ ਤੁਹਾਨੂੰ ਇੰਨਾ ਪਤਾ ਨਹੀਂ ਹੈ। ਐਕਚੁਅਲੀ ਮੇਰੇ ਨਾਲੋਂ ਵੱਧ ਪਤਾ ਹੈਗਾ ਕਾਫੀ। ਨਹੀਂ ਭਾਜੀ, ਉਹ ਬਾਕੀ ਸਾਰੀ ਨੋਇਜ਼ ਹੈਗੀ, ਸਹੀ ਗੱਲਾਂ ਦਾ ਤਾਂ ਜ਼ਿਆਦਾ ਪਤਾ ਤੁਹਾਨੂੰ, ਉਹ ਤਾਂ ਐਸੀ ਕੰਮ ਹੈ ਸਾਈਡ 'ਚ। ਨਹੀਂ, ਬਟ ਇਟ ਰੀਅਲੀ ਪੇਜ਼ ਟੂ ਜੇ ਤੁਸੀਂ ਜਿੰਨੀ ਇਨਫੋਰਮੇਸ਼ਨ ਰੱਖ ਰਹੇ ਹੋ, ਬਿਕੋਜ਼ ਲਾਈਕ ਬਿਟਕੋਇਨ ਦੇ ਵਿੱਚ ਦੇਰ ਸੋ ਮੈਨੀ ਮੂਵਿੰਗ ਪੀਸਿਸ ਇਸ ਇੰਡਸਟਰੀ ਦੇ ਵਿੱਚ। ਰੋਜ਼ ਕੋਈ ਨਵੀਂ ਖਬਰ ਆ ਜਾਂਦੀ ਹੈ, ਐਂਡ ਇਹ ਇੰਡਸਟਰੀ ਇੰਨੀ ਫਾਸਟ ਮੂਵ ਹੋ ਰਹੀ ਹੈ ਕਿ ਜੇ ਜਦੋਂ ਤੱਕ ਸਾਨੂੰ ਬੇਸਿਕਸ ਨਹੀਂ ਨਾ ਪਤਾ ਬਿਟਕੋਇਨ ਦੇ ਪ੍ਰੋਟੋਕਾਲ ਦੇ ਬਾਰੇ, ਇਹਦੇ ਸਿਸਟਮ ਦੇ ਬਾਰੇ, ਬਲੌਕਚੇਨ ਦੇ ਬਾਰੇ, ਮਾਈਨਿੰਗ ਦੇ ਬਾਰੇ, ਨੋਡਸ ਦੇ ਬਾਰੇ, ਤੇ ਇਟਸ ਲਾਈਕ ਯੂ ਕੈਨ ਗੈਟ ਲੈਫਟ ਬਿਹਾਈਂਡ, ਕਿਉਂਕਿ ਇਹ ਇੰਡਸਟਰੀ ਬਹੁਤ ਛੇਤੀ ਮੂਵ ਹੋ ਰਹੀ ਹੈ। ਸੋ ਇਟਸ ਵੈਰੀ ਇੰਪੋਰਟੈਂਟ ਕਿ ਤੁਸੀਂ ਪਹਿਲਾਂ ਇਹ ਸਾਰੇ ਇਸ ਸਿਸਟਮ ਨੂੰ ਸਮਝੋ, ਉਹਦੇ ਬਾਅਦ ਦੈਨ ਗੈਟ ਅਪ ਟੂ ਸਪੀਡ ਵਿਦ ਕੀ ਹੋ ਰਿਹਾ ਦੁਨੀਆ ਦੇ ਵਿੱਚ ਇਹਦੇ ਬਾਰੇ। ਐਂਡ ਦੈਨ ਯੂ ਵਿਲ ਸੀ ਕਿ ਕਿੰਨਾ ਫਾਸਟ ਬਿਟਕੋਇਨ ਦਾ ਸਿਸਟਮ ਜਿਹੜਾ ਹੈ ਪੂਰੀ ਦੁਨੀਆ ਵਿੱਚ ਇੰਪਲੀਮੈਂਟ ਹੋ ਰਿਹਾ ਕੰਪੇਅਰ ਟੂ ਅਦਰ ਜਿਹੜੀਆਂ ਕਰੰਸੀਜ਼ ਪ੍ਰੀਵੀਅਸਲੀ ਆਈਆਂ ਨੇ। ਹਾਂਜੀ ਤਰੁਣ ਜੀ। ਉਹ ਨਹੀਂ, ਮੈਂ ਫਿਰ ਕਲੈਪ ਕਰ ਰਿਹਾ ਸੀ, ਇਹਦੇ 'ਚ ਹੈ ਹੀ ਨਹੀਂ ਆਈਕਨ। ਮੈਂ ਹਮੇਸ਼ਾ ਕਨਫਿਊਜ਼ ਹੁੰਦੀ ਹਾਂ ਤੁਹਾਡੇ ਕਲੈਪਿੰਗ ਦੇ ਨਾਲ। ਸੌਰੀ ਬਿਕੋਜ਼ ਟਵਿੱਟਰ ਸਪੇਸਿਸ, no worries, ਕਿਉਂਕਿ ਟਵਿੱਟਰ ਸਪੇਸਿਸ ਤੇ ਯੂ ਕੈਨ ਡੂ ਦ ਇਮੋਟੀਕॉन्स। ਤੇ ਜਬਰਜੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਥੋੜੀ ਦੇਰ ਤੋਂ ਇੱਥੇ ਹੈਗੇ ਹੋ, ਤੁਹਾਡੇ ਕੋਈ ਕੁਐਸਚਨਸ ਜਾਂ ਕਮੈਂਟਸ? ਜਬਰਜੰਗ ਜੀ, ਤੁਹਾਡੀ ਆਡੀਓ ਐਕਚੁਅਲ 'ਚ ਰਿਸੈਪਸ਼ਨ ਨਹੀਂ ਠੀਕ ਸ਼ਾਇਦ। ਫਿਰ ਤੋਂ ਤੁਸੀਂ ਕੋਸ਼ਿਸ਼ ਕਰਿਓ, ਜਬਰਜੰਗ ਜੀ। ਜੀ ਹੁਣ ਆ ਗਈ ਮੇਰੀ ਆਵਾਜ਼। ਨਹੀਂ, ਮੈਨੂੰ ਲੱਗਦਾ ਹੈ ਬੜਾ ਨਾ ਰੁਕ ਕੇ ਬ੍ਰੇਕ ਹੋ ਕੇ ਆ ਰਹੀ ਹੈ। ਸ਼ਾਇਦ ਜੇ ਤੁਸੀਂ ਫਿਰ ਤੋਂ ਮੇਬੀ ਕਮਰਾ ਜੁਆਇਨ ਕਰਨਾ ਚਾਹੁੰਦੇ ਹੋ ਤੇ ਫਿਰ ਮੈਂ ਤੁਹਾਨੂੰ ਆਲ ਪੁੱਲ ਯੂ ਅਪ। ਇੱਕ ਵਾਰੀ ਬਾਹਰ ਜਾ ਕੇ ਫਿਰ ਵਾਪਸ ਆ ਜਾਓ, ਹੋ ਸਕਦਾ ਉਹਦੇ ਨਾਲ ਥੋੜਾ ਫਾਇਦਾ। ਤੇ ਯਾ ਸੋ ਇਨ ਦੈਟ ਸੈਂਸ ਤੇ ਹਾਂਜੀ ਜਬਰਜੰਗ ਜੀ, ਫਿਰ ਤੋਂ ਟਰਾਈ ਕਰਨੇ ਆ। ਇਹ ਦੋ ਸਵਾਲ ਸੀ, ਦੋ ਕੁਐਸਚਨਸ ਤੋਂ ਤੁਸੀਂ ਪੁੱਛੇ ਬਾਅਦ ਭਾਈ ਤੁਹਾਡਾ ਕਨੈਕਸ਼ਨ ਖਰਾਬ ਹੈ ਜੀ।
ਤੁਸੀਂ ਮੈਨੂੰ ਜਾਂ ਤੇ ਟੈਕਸਟ ਕਰ ਦਿਓ ਤੁਹਾਡੇ ਕੁਐਸਚਨ ਜਬਰਜੰਗ ਜੀ, ਜਾਂ ਤੁਸੀਂ ਨਾ ਫਿਰ ਤੋਂ ਜਾਂ ਕਿਤੇ ਜਿੱਥੇ ਤੁਹਾਡਾ ਰਿਸੈਪਸ਼ਨ ਸ਼ਾਇਦ ਥੋੜੀ ਹੈਗੀ ਆ, ਮੇਬੀ ਜੇ ਤੁਸੀਂ ਜਾ ਸਕਦੇ ਹੋ ਉੱਥੇ, that would be easier ਬਿਕੋਜ਼ ਸੱਚੀ ਕੁਝ ਸਮਝ ਨਹੀਂ ਆ ਰਿਹਾ। ਓਕੇ, ਮੈਨੂੰ ਮੈਸੇਜ ਆ ਗਿਆ ਜਬਰਜੰਗ ਸਿੰਘ ਜੀ ਤੋਂ, ਕੰਟੀਨਿਊ ਕਰੋ। ਜਬਰਜੰਗ ਸਿੰਘ ਦਾ ਇੱਕ ਹੋਰ ਮੈਨੂੰ ਮੈਸੇਜ ਆਇਆ ਹੈ ਕਿ ਉਹ ਹਰ ਕਿਸੇ ਨੂੰ ਅੱਜ 1 ਬਿਟਕੋਇਨ ਦੇ ਰਹੇ ਨੇ ਜੋ ਵੀ ਇਸ ਕਮਰੇ ਵਿੱਚ ਹੈਗੇ ਨੇ। ਓ ਮਾਈ ਗॉड ਜਬਰਜੰਗ ਜੀ, that's so nice of you। ਸਾਰੇ ਆਪਣੇ ਵਾਲਟ ਸਾਰੇ ਤੁਸੀਂ ਆਪਣੇ ਵਾਲਟ ਤੁਸੀਂ ਐਡਰੈਸਸ ਭੇਜ ਦਿਓ ਤੁਸੀਂ ਜਬਰਜੰਗ ਨੂੰ। ਤੁਸੀਂ ਆਪ ਦੇ ਜਿਹੜੇ ਜਬਰਜੰਗ ਜੀ ਤੁਹਾਨੂੰ ਇੱਕ ਇੱਕ ਬਿਟਕੋਇਨ ਦੇ ਰਹੇ ਨੇ ਨਾ, ਉਹ ਤੁਸੀਂ ਮੈਨੂੰ ਭੇਜੋ ਤੇ ਮੈਂ ਤੁਹਾਨੂੰ ਵਾਪਸ ਦੋ ਭੇਜ। ਤੁਸੀਂ ਮਾਈਨਿੰਗ ਰਨ ਕਰ ਰਹੇ ਹੋ, ਤੁਸੀਂ ਫਿਕਸਡ ਇਨਕਮ ਦੇ ਸਕਦੇ ਹੋ ਸਾਨੂੰ ਹਰ ਵੀਕ। ਤੁਸੀਂ ਅੰਬ ਖਾਣੇ ਨੇ ਕਿ ਦਰਖਤ ਗਿਣਨੇ ਨੇਗੇ ਹੈ? ਨਹੀਂ, ਗੁੱਡ ਪੁਆਇੰਟ। ਚਲੋ ਜੋ ਵੀ ਫਿਰ ਫ੍ਰੀ ਬਿਟਕੋਇਨ ਚਾਹੁੰਦੇ ਨੇ ਜਬਰਜੰਗ ਜੀ ਨੂੰ ਮੈਸੇਜ ਕਰ ਦਿਓ। ਜਬਰਜੰਗ ਜੀ ਨੂੰ ਮੈਂ ਚੰਗਾ ਪਾਤਾ ਸਪੌਟ ਤੇ। ਉਹਨਾਂ ਦਾ ਨੈਟਵਰਕ ਵੀ ਨਹੀਂ ਚੱਲ ਰਿਹਾ ਹੋਣਾ, ਆਈ ਡੋਂਟ ਥਿੰਕ ਉਹ ਮੈਨੂੰ ਸੁਣ ਸਕਦੇ ਨੇ। ਸੋ ਓਕੇ, ਨੋਟਸ ਤੋਂ ਜੇ ਹੁਣ ਕੋਈ ਕੁਐਸਚਨ ਨਹੀਂ ਹੈਗੇ ਨੋਟਸ ਤੇ, ਦੈਨ ਵੀ ਕੈਨ ਮੂਵ ਔਨ ਟੂ ਦ ਨੈਕਸਟ ਜਿਹੜਾ ਸੋਰਟ ਆਫ ਟੌਪਿਕ ਹੈਗਾ, ਐਂਡ ਆਈ ਥਿੰਕ ਦਿਸ ਮਾਈਟ ਬੀ ਦ ਲਾਸਟ ਵਨ। ਇਹ ਹੈਗਾ ਟ੍ਰਾਂਜੈਕਸ਼ਨਸ, ਕਿ ਬਿਟਕੋਇਨ ਦੇ ਜਿਹੜੇ ਸਿਸਟਮ ਤੇ ਟ੍ਰਾਂਜੈਕਸ਼ਨਸ ਕਿਵੇਂ ਹੁੰਦੀਆਂ ਨੇ। ਹੁਣ ਜਿਵੇਂ ਤੁਸੀਂ ਜਾਣਦੇ ਹੋ ਕਿ ਓਬਵੀਅਸਲੀ ਬਿਟਕੋਇਨ ਇੱਕ ਪੀਅਰ ਟੂ ਪੀਅਰ ਪੇਮੈਂਟ ਸਿਸਟਮ ਹੈਗਾ, ਸਟੋਰੇਜ ਆਫ ਵੈਲਿਊ ਹੈਗਾ। ਤੇ ਜਿਹੜੇ ਬਿਟਕੋਇਨ ਦੇ ਟ੍ਰਾਂਜੈਕਸ਼ਨਸ ਹੁੰਦੇ ਨੇ, ਜਦੋਂ ਤੁਸੀਂ ਬੈਂਕ ਦੇ ਵਿੱਚ ਜਾਓ ਤੇ ਉਹ ਜਿਹੜੇ ਟ੍ਰਾਂਜੈਕਸ਼ਨਸ ਨੇ ਉਹ ਤੁਹਾਡਾ ਬੈਂਕ ਤੁਹਾਡੇ ਲਈ ਕਰੇਗਾ। ਜੇ ਤੁਸੀਂ ਓਵਰਸੀਜ਼ ਕਿਸੇ ਨੂੰ ਪੈਸੇ ਭੇਜ ਰਹੇ ਹੋ ਜਾਂ ਤੁਸੀਂ ਕਿਸੇ ਹੋਰ ਨੂੰ ਹੀ ਭੇਜ ਰਹੇ ਹੋ, ਇੰਡੀਆ ਵਿੱਚ ਤਾਂ ਵੈਸੇ ਹੀ ਬਹੁਤ ਸਾਰੇ ਸਿਸਟਮ ਨੇ ਜਿਹੜੇ ਇੰਸਟੈਂਟਲੀ ਵੀ ਪੈਸਾ ਟ੍ਰਾਂਸਫਰ ਕਰ ਦਿੰਦੇ ਨੇ, ਬਟ ਟ੍ਰੈਡੀਸ਼ਨਲੀ 2-3 ਦਿਨ ਲੱਗਦੇ ਨੇ ਬੈਂਕਸ ਨੂੰ ਤੁਹਾਡਾ ਪੈਸਾ ਕਲੀਅਰ ਕਰਨ ਦੇ ਵਿੱਚ। ਤੇ ਜਿੱਥੇ ਵੀ ਤੁਸੀਂ ਭੇਜ ਰਹੇ ਹੋ, ਸਪੈਸ਼ਲੀ ਜੇ ਤੁਸੀਂ ਇੰਟਰਨੈਸ਼ਨਲ ਟ੍ਰਾਂਸਫਰ ਕਰ ਰਹੇ ਹੋ, ਉੱਥੇ ਤੇ ਫਿਰ ਤੁਹਾਨੂੰ ਹੋਰ ਵੀ ਲੇਅਰਸ ਹੁੰਦੀਆਂ ਨੇ OTP ਦੀ। ਮੈਨੂੰ ਪਤਾ ਹੈ ਕਿ ਜਦੋਂ ਮੈਨੂੰ ਸੈਲਰੀ ਮਿਲਦੀ ਹੈ ਮੇਰੇ ਇੰਡੀਅਨ ਜਿਹੜੀ ਕੰਪਨੀ ਤੋਂ, ਤੇ ਕਦੀ ਕਦੀ ਉਹਨਾਂ ਨੂੰ ਤੇ ਰਿਟਨ ਡਾਕੂਮੈਂਟਸ ਦੇਣੇ ਪੈਂਦੇ ਨੇ। ਮਤਲਬ ਇੱਕ ਤੇ ਹੋ ਗਿਆ ਨਾ ਕਿ ਤੁਸੀਂ ਆਨਲਾਈਨ ਟ੍ਰਾਂਸਫਰ ਕਰਤਾ, ਜੇ ਮੈਂ ਆਸਟ੍ਰੇਲੀਆ ਤੋਂ ਆਨਲਾਈਨ ਟ੍ਰਾਂਸਫਰ ਕਰ ਰਹੀ ਹਾਂ ਕਿਤੋਂ, ਤੇ ਮੇਰਾ ਆਨਲਾਈਨ ਹੋ ਜਾਂਦਾ ਹੈ, ਐਕਸਟਰਾ ਕੁਐਸਚਨਸ ਆ ਜਾਂਦੇ ਨੇ ਜਦੋਂ ਮੈਂ ਇੰਟਰਨੈਸ਼ਨਲ ਕਰ ਰਹੀ ਹਾਂ। ਪਰ ਜਦੋਂ ਇੰਡੀਆ ਤੋਂ ਕਰ ਰਹੇ ਉਹਨਾਂ ਨੂੰ ਤੇ ਰਿਟਨ ਕਦੀ ਕਦੀ ਪੇਪਰ ਵਰਕ ਦੇਣਾ ਪੈਂਦਾ ਕਿ ਅਸੀਂ ਇਹਨੂੰ ਕਰ ਰਹੇ ਹਾਂ, ਤੇ ਇਹ ਰਿਟਨ ਪੇਪਰ ਵਰਕ ਹੈਗਾ। ਸੋ ਯੂ ਕੈਨ ਸੀ ਕਿ ਟ੍ਰੈਡੀਸ਼ਨਲ ਸਿਸਟਮ ਦੇ ਵਿੱਚ ਕਿੰਨੇ ਸਟੈਪਸ ਹੁੰਦੇ ਨੇ। ਤੇ ਜੇ ਤੁਸੀਂ ਹੰਡਰਡਸ ਆਫ ਥਾਊਜ਼ੈਂਡਸ ਆਫ ਡਾਲਰਸ ਟ੍ਰਾਂਸਫਰ ਕਰ ਰਹੇ ਹੋ, ਫਿਰ ਤਾਂ ਤੁਹਾਨੂੰ ਡਿਕਲੇਅਰ ਵੀ ਕਰਨਾ ਪਏਗਾ ਕਿ ਇੰਨਾ ਪੈਸਾ ਕਿੱਥੇ ਜਾ ਰਿਹਾ ਹੈ ਤੇ ਕਿਹੜੇ ਰੀਜ਼ਨ ਲਈ ਜਾ ਰਿਹਾ। ਸੋ ਓਬਵੀਅਸਲੀ ਬਿਟਕੋਇਨ ਦੇ ਵਿੱਚ ਹਿਸਾਬ ਥੋੜ੍ਹਾ ਡਿਫਰੈਂਟ ਹੁੰਦਾ ਟ੍ਰਾਂਜੈਕਸ਼ਨਸ ਦਾ। ਉੱਥੇ ਤੁਸੀਂ ਭਾਵੇਂ $5 ਭੇਜ ਰਹੇ ਹੋ, ਭਾਵੇਂ 5 ਮਿਲੀਅਨ ਭੇਜ ਰਹੇ ਹੋ, ਤੁਸੀਂ ਇੱਕ ਵਾਰੀ 'ਚ ਸਾਰਾ ਭੇਜ ਸਕਦੇ ਹੋ। ਤੁਸੀਂ ਇਹ ਸਾਰੀ ਜਿਹੜੇ ਸਟੈਪਸ ਨੇ ਸਕਿਪ ਕਰ ਸਕਦੇ ਹੋ, ਜਿਹੜੇ ਤੁਹਾਡੇ ਬੈਂਕਸ ਦੇ ਨਾਲ ਹੁੰਦੀਆਂ ਨੇ ਡਿਕਲੇਅਰ ਕਰਨ ਦੀ, ਵੈਰੀਫਾਈ ਕਰਨ ਦੀ ਕਿ ਕਿੱਥੇ ਜਾ ਰਿਹਾ ਹੈ। ਭਾਵੇਂ ਤੁਸੀਂ ਗਵਾਂਢੀ ਨੂੰ ਭੇਜ ਰਹੇ ਹੋ, ਭਾਵੇਂ ਤੁਸੀਂ ਕੋਲੰਬੀਆ ਵਿੱਚ ਜਾਂ ਅਮਰੀਕਾ ਜਾਂ ਕਿਤੇ ਹੋਰ ਪੈਸੇ ਭੇਜ ਰਹੇ ਹੋ, ਇਟ ਡਜ਼ਨਟ ਮੈਟਰ ਕਿ ਤੁਸੀਂ ਕਿੰਨਾ ਭੇਜ ਰਹੇ ਹੋ। ਤੇ ਉਹਦੀ ਟ੍ਰਾਂਜੈਕਸ਼ਨ ਫੀਸ ਵੀ ਇਸ ਕਰਕੇ ਬਿਟਕੋਇਨ ਨੂੰ ਥੋੜ੍ਹਾ ਸੁਪੀਰੀਅਰ ਮੰਨਿਆ ਜਾਂਦਾ ਹੈ, ਬਿਕੋਜ਼ ਜਦੋਂ ਤੁਸੀਂ ਬਹੁਤ ਜ਼ਿਆਦਾ ਕੁਆਂਟਿਟੀ ਦੇ ਵਿੱਚ ਭੇਜ ਰਹੇ ਹੋ ਪੈਸਾ, ਤੇ ਉਹ ਟ੍ਰਾਂਜੈਕਸ਼ਨ ਫੀਸ ਵੀ ਫਿਰ ਬਹੁਤ ਰਿਲੇਟਿਵਲੀ ਲੋ ਹੁੰਦੀਆਂ ਨੇ ਫॉर द ट्रांजैक्शन दैट यू डूइंग। ਤੇ ਜਦੋਂ ਬਿਟਕੋਇਨ ਦੀ ਹੁਣ ਜੇ ਬਿਟਕੋਇਨ ਦਾ ਅਸੀਂ ਸਿਸਟਮ ਵੇਖੀਏ, ਜੇ ਇਹਨੂੰ ਕੋਈ ਚਲਾ ਨਹੀਂ ਰਿਹਾ, ਤੇ ਫਿਰ ਇਹਦੇ ਵਿੱਚ ਟ੍ਰਾਂਜੈਕਸ਼ਨਸ ਕਿਵੇਂ ਹੋ ਰਹੀਆਂ ਨੇ, ਰਾਈਟ। ਸੋ ਵਿਦ ਬਿਟਕੋਇਨ ਟ੍ਰਾਂਜੈਕਸ਼ਨਸ ਜਦੋਂ ਹੁੰਦੀਆਂ ਨੇ, ਇਟਸ ਕਾਈਂਡ ਆਫ ਲਾਈਕ ਕਿ ਉਹ ਜਿਵੇਂ ਟ੍ਰਾਂਜੈਕਸ਼ਨ ਹੁੰਦੀ ਹੈ ਵੈਨ ਯੂ ਇਨੀਸ਼ੀਏਟ ਫਰੋਮ ਯੋਰ ਐਂਡ, ਉਹ ਪੂਰੇ ਬਿਟਕੋਇਨ ਦੇ ਨੈਟਵਰਕ ਨੂੰ ਚਲੀ ਜਾਂਦੀਆਂ ਨੇ ਟੂ ਬੀ ਵੈਰੀਫਾਈਡ। ਤੇ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਕਿ ਟ੍ਰਾਂਜੈਕਸ਼ਨ ਜਿਹੜੀ ਇਨਫੋਰਮੇਸ਼ਨ ਹੈ ਉਹ ਪਬਲਿਕ ਹੁੰਦੀ ਹੈ, ਤੇ ਉਹ ਤੁਸੀਂ ਬਲੌਕਚੇਨ ਦੇ ਡਿਜੀਟਲ ਲੈਜਰ ਤੇ ਜਾ ਕੇ ਤੁਸੀਂ ਵੇਖ ਸਕਦੇ ਹੋ ਕੋਈ ਵੀ ਟ੍ਰਾਂਜੈਕਸ਼ਨ ਹੈਸ਼ ਰੇਟ ਯੂਜ਼ ਕਰਕੇ, ਤੇ ਕਿ ਕਿੰਨੇ ਵਜੇ ਗਈ, ਕਿੱਥੇ ਗਈ, ਕਿੰਨਾ ਅਮਾਊਂਟ ਸੀਗਾ ਇਹਦੇ ਵਿੱਚ। ਤੇ ਟ੍ਰਾਂਜੈਕਸ਼ਨ ਇਜ਼ ਅ ਵੈਰੀ ਵੈਰੀ ਇੰਟਰਸਟਿੰਗ, ਬੜਾ ਹੀ ਲਾਈਕ ਇੰਪੋਰਟੈਂਟ ਟੋਪਿਕ, ਬਿਕੋਜ਼ ਇਟਸ ਲਾਈਕ ਕਿ ਜਿਹੜੇ ਨਵੇਂ ਲੋਕੀ ਨੇ ਉਹਨਾਂ ਨੂੰ ਤਾਂ ਪਤਾ ਬੈਂਕਸ ਫੈਸਿਲਿਟੇਟ ਕਰ ਰਹੇ, ਪਰ ਬਿਟਕੋਇਨ ਦੇ ਉੱਤੇ ਕੌਣ ਕਰ ਰਿਹਾ। ਤੇ ਮੈਂ ਜੇ ਸਾਤੋਸ਼ੀ ਨਾਕਾਮੋਟੋ ਦਾ ਇੱਕ ਕੋਟ ਤੁਹਾਨੂੰ ਰੀਡ ਕਰਨੀ ਆ, ਵਿਚ ਇਜ਼ ਔਨ ਬਿਟਕੋਇਨ ਟ੍ਰਾਂਜੈਕਸ਼ਨਸ। ਜੇ ਤੁਸੀਂ ਜਾਣਦੇ ਹੋ ਸਾਤੋਸ਼ੀ ਨਾਕਾਮੋਟੋ ਕੌਣ ਹੈ, ਉਹਨੇ ਬਿਟਕੋਇਨ ਦਾ ਕਨਸੈਪਟ ਕ੍ਰੀਏਟ ਕੀਤਾ ਸੀ, ਤੇ ਬਿਟਕੋਇਨ ਦੇ ਬਾਰੇ ਸਭ ਤੋਂ ਪਹਿਲੀ ਜਿਹੜੀ ਇਨਫੋਰਮੇਸ਼ਨ ਆਈ ਸੀ ਉਹ ਵਾਈਟ ਪੇਪਰ ਦੇ ਉੱਤੇ ਸੀ, ਜੋ ਇੱਕ ਪੂਰਾ ਉਹਨੇ। ਤੇ ਆਈ ਥਿੰਕ ਜੇ ਤੁਸੀਂ ਵਾਈਟ ਪੇਪਰ ਨਹੀਂ ਪੜ੍ਹਿਆ ਬਿਟਕੋਇਨ ਦਾ, ਤੁਹਾਨੂੰ ਪੜ੍ਹਨਾ ਚਾਹੀਦਾ ਹੈ, ਬਿਕੋਜ਼ ਉੱਥੇ ਜਾ ਕੇ ਤੁਸੀਂ ਓਰੀਜਨਲ ਉਹਦਾ ਜਿਵੇਂ ਰਜਵਿੰਦਰ ਜੀ ਕਹਿ ਰਹੇ ਸੀਗੇ ਨਾਕਾਮੋਟੋ ਕੰਸੈਂਸਸ ਆ, ਤੁਸੀਂ ਓਰੀਜਨਲ ਸਾਰਾ ਪੜ੍ਹ ਸਕਦੇ ਹੋ ਕਿ ਕੀ ਗੋਲ ਸੀ, ਕੀ ਸਾਰਾ ਉਹਦਾ ਸਿਸਟਮ ਹੈਗਾ। ਤੇ ਸਤੋਸ਼ੀ ਨਾਕਾਮੋਟੋ ਰਾਈਟਸ ਕਿ we define a Bitcoin as a chain of digital signatures. Each owner transfers Bitcoin to the next by digitally signing a hash of the previous transaction and the public key of the next owner and adding these to the end of the coin.
A payee can verify the signature to verify the chain of ownership. ਤੇ ਹੁਣ ਸਾਨੂੰ ਰਜਵਿੰਦਰ ਜੀ ਨੂੰ ਸਿੰਪਲੀਫਾਈ ਕਰਕੇ ਦੱਸਣਗੇ। ਨਹੀਂ ਪਰ ਰਜਵਿੰਦਰ ਜੀ, ਇਟ ਵੁੱਡ ਬੀ ਗ੍ਰੇਟ ਜੇ ਤੁਸੀਂ ਸਾਨੂੰ ਥੋੜਾ ਨਾ ਟ੍ਰਾਂਜੈਕਸ਼ਨਸ ਦੇ ਬਾਰੇ ਦੱਸ ਸਕਦੇ ਹੋ ਕਿ ਕਿਵੇਂ ਕੰਮ ਕਰਦੇ ਨੇ ਇਹਦੇ ਵਿੱਚ, ਹੈਸ਼ ਰੇਟ ਕੀ ਹੁੰਦਾ ਹੈ, ਵਾਟ ਇਜ਼ ਦ ਕਨਸੈਪਟ ਆਫ ਚੇਨ ਆਫ ਡਿਜੀਟਲ ਸਿਗਨੇਚਰਸ। ਤੇ ਜਦੋਂ ਮੈਂ ਆਪਣੇ ਵੱਲੋਂ ਇੱਥੇ ਜਿਵੇਂ ਇਨੀਸ਼ੀਏਟ ਕਰਨੀ ਹੈ ਇੱਕ ਵਾਲਟ ਐਡਰੈਸ ਲੱਭ ਕੇ, ਮੰਨ ਲਓ ਰੁਪਿੰਦਰ ਜੀ ਦਾ ਮੈਂ, ਐਂਡ ਆਈ ਸੈਂਡ ਹਿਮ ਬਿਟਕੋਇਨ, ਫਰੋਮ ਦੈਟ ਮੋਮੈਂਟ ਕੀ ਬਿਟਕੋਇਨ ਸਿਸਟਮ ਦੇ ਵਿੱਚ ਹੁੰਦਾ ਹੈ ਟੂ ਦੈਨ ਟੂ ਫੈਸਿਲਿਟੇਟ ਦੈਟ ਟ੍ਰਾਂਜੈਕਸ਼ਨ। ਹਾਂਜੀ, ਸੋ ਜਿਹੜਾ ਬਿਟਕੋਇਨ ਦਾ ਵਹੀ ਹੈਗੀ ਹੈ, ਲੈਜਰ ਹੈਗੀ ਹੈ, ਉਹਨੂੰ ਅਪਡੇਟ ਕਰਨ ਲਈ, ਠੀਕ ਹੈ ਨਾ, ਉਹਦੇ ਵਿੱਚ ਨਵੀਂ ਇਨਫੋਰਮੇਸ਼ਨ ਭਰਨ ਲਈ ਉਹ ਸਾਰੀਆਂ ਚੀਜ਼ਾਂ ਦੱਸਣੀਆਂ ਪੈਂਦੀਆਂ ਕਿ ਕਿਹਨੇ ਕਿੰਨਾ ਬਿਟਕੋਇਨ ਖਰਚਿਆ ਤੇ ਕਿਹਨੂੰ ਮਿਲਿਆ ਤੇ ਕਿਹੜਾ ਬਿਟਕੋਇਨ ਕਿੱਥੇ ਪਿਆ ਹੈਗਾ। ਅਖੀਰ ਦੇ ਵਿੱਚ ਜਾ ਕੇ ਬਿਟਕੋਇਨ ਓਨਰਸ਼ਿਪ ਜਿਹੜੀ ਹੈਗੀ ਹੈ ਸਾਰੀ, ਉਹ ਉਹਦੇ ਕੋਲੇ ਹੈਗੀ ਹੈ ਜਿਹਦੇ ਕੋਲੇ ਪ੍ਰਾਈਵੇਟ ਕੀਜ਼ ਹੈਗੀਆਂ UTXO ਖਾਤਰ, ਅਨਸਪੈਂਟ ਟ੍ਰਾਂਜੈਕਸ਼ਨ ਆਊਟਪੁੱਟ ਜਿਹੜੀ ਹੈਗੀ ਹੈ। ਸੋ ਜਦੋਂ ਤੁਸੀਂ ਬਿਟਕੋਇਨ ਖਰੀਦਦੇ ਹੈਗੇ ਹੋ, ਜੇ ਐਕਸਚੇਂਜ ਤੋਂ ਖਰੀਦਿਆ ਜਾਂ ਕਿਸੇ ਲਿਹਾਜੀ ਬੰਦੇ ਤੋਂ ਖਰੀਦਿਆ ਹੈਗਾ, ਉਹ ਤੁਹਾਨੂੰ ਸਿਰਫ ਇੱਕੋ ਹੀ ਗੱਲ ਕਰ ਰਹੇ ਨੇ ਕਿ ਉਹ ਆਪਣੀ ਅਨਸਪੈਂਟ ਟ੍ਰਾਂਜੈਕਸ਼ਨ ਆਊਟਪੁੱਟ UTXO ਆਪਣੀ ਖਰਚ ਕੇ ਤੇ ਤੁਹਾਨੂੰ ਦੇ ਰਹੇ ਨੇਗੇ ਜਿੰਨਾ ਕੁ ਤੁਸੀਂ ਖਰੀਦਿਆ ਹੈਗਾ, ਬਾਕੀ ਦੀ ਆਪਦੇ ਕੋਲੇ ਆਪ ਰੱਖ ਰਹੇ ਨੇ ਨਵੀਂ UTXO ਬਣਾ ਕੇ, ਠੀਕ ਹੈ। ਸੋ ਉਹਨੂੰ ਹੁਣ ਰਿਕਾਰਡ ਕਰਨ ਲਈ, ਤਾਂ ਕਿ ਸਾਰੇ ਬਿਟਕੋਇਨ ਦੇ ਜਿਹੜੇ ਪਾਰਟੀਸਪੈਂਟ ਹੈਗੇ ਨੇਗੇ ਬਿਟਕੋਇਨ ਸਿਸਟਮ ਦੇ ਵਿੱਚ, ਜਿਹਦਾ ਮਤਲਬ ਹੈਗਾ ਬਾਕੀ ਦੇ ਬੰਦੇ ਜਿਹੜੇ ਬਿਟਕੋਇਨ ਦੇ ਉੱਤੇ ਨਿਗਰਾਨੀ ਰੱਖ ਰਹੇ ਨੇ ਜਾਂ ਖੁਦ ਉਹਨਾਂ ਕੋਲੇ ਥੋੜਾ ਮੋਟਾ ਮਲਕੀਅਤ ਹੈਗੀ ਹੈ ਬਿਟਕੋਇਨ ਦੀ, ਉਹਨਾਂ ਨੂੰ ਸਾਰਿਆਂ ਨੂੰ ਦੱਸਣ ਲਈ ਕਿ ਭਾਈ ਰਵਨੀਤ ਕੋਲੇ ਇੰਨਾ ਕੁ ਬਿਟਕੋਇਨ ਸੀਗਾ, ਇੰਨਾ ਉਹਨੇ ਖਰਚ ਕੇ ਤਰਨ ਨੂੰ ਦੇ ਦਿੱਤਾ ਹੈਗਾ, ਬਾਕੀ ਦਾ ਇੰਨਾ ਕੁ ਉਹਦੇ ਕੋਲੇ ਬਚਿਆ ਪਿਆ ਹੈਗਾ। ਇਸ ਚੀਜ਼ ਵਹੀ ਦੇ ਵਿੱਚ ਦਰਜ ਕਰਨ ਲਈ ਤੁਹਾਨੂੰ ਟ੍ਰਾਂਜੈਕਸ਼ਨ ਇਸ਼ੂ ਕਰਨੀ ਪੈਂਦੀ ਹੈਗੀ ਤੇ ਉਹਨੂੰ ਤੁਸੀਂ ਮਤਲਬ ਟ੍ਰਾਂਜੈਕਸ਼ਨ ਨੂੰ ਆਪਣੇ ਪ੍ਰਾਈਵੇਟ ਕੀ ਦੇ ਨਾਲ ਡਿਜੀਟਲ ਸਿਗਨੇਚਰ ਅਟੈਚ ਕਰਕੇ ਤੇ ਸਾਰੀ ਇਨਫੋਰਮੇਸ਼ਨ ਭਰ ਕੇ ਜੀ ਕਿ ਇਹ ਇੰਨੇ ਬਿਟਕੋਇਨ ਹੈਗੇ ਨੇ, ਜਾਂ ਇਹਨੂੰ ਅੱਗੇ ਖਰਚਣ ਲਈ ਫਲਾਨੀਆਂ ਕੰਡੀਸ਼ਨਸ ਦੀ ਲੋੜ ਹੈਗੀ ਆ, ਮਲਟੀਪਲ ਸਿਗਨੇਚਰਸ ਹੋ ਗਏ ਨੇ, ਇਸ ਤਰ੍ਹਾਂ ਦੀਆਂ ਸਾਰੀਆਂ ਜਿਹੜੀਆਂ ਗੱਲਾਂ ਕੀਤੀਆਂ ਜਾ ਸਕਦੀਆਂ, ਉਹ ਜਾਣਕਾਰੀ ਇਕੱਠੀ ਕਰਕੇ ਟ੍ਰਾਂਜੈਕਸ਼ਨ ਜਿਹੜੀ ਹੈਗੀ ਹੈ ਬਣਾ ਕੇ, ਉਹ ਛੋਟੀ ਜਿਹੀ ਚੀਜ਼ ਹੁੰਦੀ, ਛੋਟੀ ਜਿਹੀ ਫਾਈਲ ਹੁੰਦੀ ਹੈਗੀ ਹੈ 1-2 ਕਿਲੋਬਾਈਟ ਤੋਂ ਵੀ ਘੱਟ ਸਾਈਜ਼ 'ਚ ਨੋਰਮਲੀ, ਤੇ ਉਹ ਤੁਸੀਂ ਸਾਰੇ ਨੈਟਵਰਕ ਨੂੰ ਬ੍ਰੌਡਕਾਸਟ ਕਰ ਦਿਓ, ਠੀਕ ਹੈ ਜੀ। ਉਹ ਸਾਰੇ ਚੈੱਕ ਕਰਦੇ ਕਿ ਜੀ ਇਹ ਸੱਚੀ ਮੁੱਚੀ ਰਵਨੀਤ ਕੋਲੇ ਬਿਟਕੋਇਨ ਸੀਗਾ, ਹਾਂਜੀ ਸੀਗਾ, ਤਾਂ ਇਹ ਜਿਹੜਾ ਖਰਚ ਕਰਨ ਦਾ ਤਰੀਕਾ ਹੈਗਾ ਉਹ ਠੀਕ ਹੈਗਾ, ਹਾਂਜੀ ਹੈਗਾ, ਕਿਉਂਕਿ ਇਹ ਬਿਟਕੋਇਨ ਪਹਿਲਾਂ ਨਹੀਂ ਖਰਚ ਹੋਇਆ, ਸੋ ਉਹਨੂੰ ਕਹਿੰਦੇ ਡਬਲ ਸਪੈਂਡ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੀ ਹੈ, ਠੀਕ ਹੈ ਨਾ। ਸੋ ਉਹ ਸਾਰੀਆਂ ਚੀਜ਼ਾਂ ਵੈਰੀਫਾਈ ਕਰਕੇ ਫਿਰ ਜਿਹੜਾ ਹੈਗਾ ਉਹਦੇ ਵਿੱਚ ਉਹਨੂੰ ਰਿਕਾਰਡ ਕਰਨ ਲਈ ਕੋਈ ਨਾ ਕੋਈ ਮਤਲਬ ਇਨਸੈਂਟਿਵ ਚਾਹੀਦਾ ਮਾਈਨਰਸ ਖਾਤਰ। ਸੋ ਰਵਨੀਤ ਉਹਦੇ ਵਿੱਚ ਥੋੜ੍ਹੀ ਮੋਟੀ ਮਾਈਨਰਸ ਲਈ ਫੀਸ ਵੀ ਛੱਡ ਦੇਗੀ ਕਿ ਜੀ ਆਹ ਇੰਨੇ ਕੁ ਪੈਸੇ ਤੁਹਾਨੂੰ ਮਿਲਣਗੇ ਜੇ ਤੁਸੀਂ ਇਹ ਮੇਰੀ ਟ੍ਰਾਂਜੈਕਸ਼ਨ ਕਿਸੇ ਬਲਾਕ ਦੇ ਵਿੱਚ ਸ਼ਾਮਲ ਕਰ ਲਵੋ, ਤਾਂ ਕਿ ਇਹ ਬਲਾਕ ਚੇਨ ਦੇ ਵਿੱਚ ਦਰਜ ਹੋ ਜਾਵੇ, ਕਿਉਂਕਿ ਇਹ ਖਰਚਿਆ ਹੋਇਆ ਬਿਟਕੋਇਨ ਉਦੋਂ ਹੀ ਅੱਗੇ ਪਹੁੰਚਦਾ ਹੈਗਾ ਜਦੋਂ ਬਲਾਕ ਚੇਨ ਦੇ ਵਿੱਚ ਦਰਜ ਹੋ ਜਾਂਦਾ, ਜਿਹਨੂੰ ਆਪਾਂ ਕਹਿੰਦੇ ਕਨਫਰਮ ਹੋ ਜਾਂਦਾ। ਉਹ ਤੁਹਾਡੀ ਟ੍ਰਾਂਜੈਕਸ਼ਨ ਮੈਮਪੂਲ ਵਿੱਚ ਪਈ ਰਹਿੰਦੀ ਹੈਗੀ ਹੈ। ਜਦੋਂ ਕਿਸੇ ਮਾਈਨਰ ਨੇ ਫੀਸ ਦੇ ਲਾਲਚ ਲਈ ਆਪਦੇ ਬਲਾਕ ਦੇ ਵਿੱਚ ਸ਼ਾਮਲ ਕਰਕੇ ਤੇ ਸਕਸੈਸਫੁਲੀ ਜਿਹੜਾ ਹੈਗਾ ਬਲਾਕ ਨਵਾਂ ਬਣਾ ਲਿਆ ਹੈਗਾ ਹੈਸ਼ਿੰਗ ਕਰਕੇ, ਰਾਈਟ, ਹੈਸ਼ ਰੇਟ ਨਾਲ ਆਪਦੇ ਨਾਲ, ਤੇ ਉਹ ਫਿਰ ਮੈਮਪੂਲ ਚੋਂ ਕੱਢ ਕੇ ਬਲਾਕ ਚੇਨ ਦੇ ਵਿੱਚ ਪਰਮਾਨੈਂਟ ਰਿਕਾਰਡ ਉਹਦਾ ਬਣ ਜਾਂਦਾ ਕਿ ਜੀ ਰਵਨੀਤ ਨੇ ਇਹ ਬਿਟਕੋਇਨ ਖਰਚ ਕੇ ਇੰਨਾ ਕੁ ਤਰਨ ਨੂੰ ਭੇਜ ਦਿੱਤਾ ਤੇ ਇੰਨਾ ਕੁ ਆਪਦੇ ਕੋਲ ਰੱਖ ਲਿਆ ਹੈਗਾ। ਉਹ ਨਵਾਂ ਸਟੇਟਸ ਹੋ ਜਾਂਦਾ, ਉਹ ਨਵਾਂ ਮਤਲਬ ਹਾਲਾਤ ਹੈਗੇ ਨੇਗੇ ਬਿਟਕੋਇਨ ਬਲਾਕ ਚੇਨ ਦੇ ਲੈਜਰ ਦੇ, ਕਿ ਜਿਹੜਾ ਪਹਿਲਾਂ ਰਵਨੀਤ ਕੋਲ ਸੀਗਾ ਉਹਦੇ ਵਿੱਚ ਥੋੜ੍ਹਾ ਜਿਹਾ ਹੁਣ ਤਰਨ ਕੋਲ ਹੈਗਾ ਤੇ ਥੋੜ੍ਹਾ ਜਿਹਾ ਰਵਨੀਤ ਕੋਲ ਬਾਕੀ ਬਚਿਆ ਹੋਇਆ ਹੈਗਾ, ਠੀਕ ਹੈ। ਇਹਨੂੰ ਆਪਣਾ ਟ੍ਰਾਂਜੈਕਸ਼ਨ ਜਿਹੜੀ ਹੈਗੀ ਹੈ, ਇਹ ਰੂਲਸ ਹੈਗੇ ਨੇ ਨਾਕਾਮੋਟੋ ਕੰਸੈਂਸਸ ਦੇ, ਉਹਦੇ ਮੁਤਾਬਕ ਬਣਾਉਣੀ ਪੈਂਦੀ ਹੈਗੀ ਹੈ ਤੇ ਉਹ ਰੂਲਸ ਮੁਤਾਬਕ ਬਣਾਉਣੀ ਪੈਂਦੀ ਹੈ। ਸਾਰੇ ਨੈਟਵਰਕ ਦੇ ਨੋਡਸ ਉਹਨੂੰ ਵੈਰੀਫਾਈ ਕਰਦੇ ਨੇ ਤਾਂ ਕਿ ਗਲਤ ਟ੍ਰਾਂਜੈਕਸ਼ਨ ਬਣਾ ਕੇ ਕੋਈ ਹੇਰਾਫੇਰੀ ਨਾ ਕਰੇ ਜਾਂ ਗਲਤੀ ਨਾਲ ਨਾ ਕਰੇ ਕੰਮ, ਤੇ ਫਿਰ ਮਾਈਨਰਸ ਜਿਹੜੇ ਹੈਗੇ ਨੇ ਉਹ ਉਹਨੂੰ ਮਾਈਨ ਕਰਦੇ ਨੇ, ਬਲਾਕ ਦੇ ਵਿੱਚ ਸ਼ਾਮਲ ਕਰਦੇ। ਜਬਰਜੰਗ ਬਾਈ ਜੀ ਦਾ ਮੈਨੂੰ ਸਵਾਲ ਆਇਆ ਸੀਗਾ ਕਿ ਜੇ ਨੋਡ ਤੁਹਾਡੇ ਕੋਲ ਆਪਣਾ ਹੈਗਾ ਤਾਂ ਤੁਸੀਂ ਉਹਨੂੰ ਖੁਦ ਵੈਰੀਫਾਈ ਕਰ ਸਕਦੇ ਹੋ, ਇਹਦਾ ਮਤਲਬ ਤੁਹਾਨੂੰ ਟ੍ਰਾਂਜੈਕਸ਼ਨ ਫੀਸ ਨਹੀਂ ਦੇਣੀਆਂ ਪੈਂਦੀਆਂ। ਇਹਦੇ ਵਿੱਚ ਬਾਈ ਜੀ ਦੋ ਗੱਲਾਂ ਨੇ ਨਾ ਜਿਹੜੀਆਂ, ਇਹ ਵੈਰੀਫਿਕੇਸ਼ਨ ਤੇ ਮਾਈਨਿੰਗ, ਉਹ ਬਿਲਕੁਲ ਅੱਡ ਨੇਗੀਆਂ। ਵੈਰੀਫਿਕੇਸ਼ਨ ਟ੍ਰਾਂਜੈਕਸ਼ਨ ਦੀ ਹੁੰਦੀ ਆ, ਉਹ ਸਿਰਫ ਇਹ ਦੇਖਣ ਲਈ ਹੁੰਦੀ ਹੈ ਕਿ ਇਹ ਜਾਇਜ਼ ਹੈਗੀ ਹੈ ਰੂਲ ਦੇ ਮੁਤਾਬਕ ਕਿ ਨਹੀਂ, ਤੇ ਜਿਹੜੀ ਮਾਈਨਿੰਗ ਹੈਗੀ ਹੈ ਉਹਦੇ ਵਿੱਚ ਹੁੰਦਾ ਕਿ ਕਨਫਰਮ ਕਰਕੇ ਤੇ ਫਿਰ ਵਹੀ ਦੇ ਵਿੱਚ ਦਰਜ ਕਰ ਦੇਣੀ, ਉਹਦੀ ਖਾਤਰ ਤੁਹਾਨੂੰ ਮਾਈਨਰਸ ਦੀ ਮਦਦ ਦੀ ਲੋੜ ਹੈਗੀ ਹੈ।
ਮਾਈਨਰਸ ਇਸੇ ਕਰਕੇ ਐਡੇ ਵੱਡੇ ਆਪਣੇ ਮਾਈਨਿੰਗ ਫਾਰਮ ਚਲਾਉਂਦੇ ਨੇਗੇ ਤਾਂ ਕਿ ਉਹਨਾਂ ਨੂੰ ਮਾੜਾ ਮੋਟਾ ਪੈਸੇ ਬਣਨ। ਉਹ ਪੈਸੇ ਉਦੋਂ ਬਣਦੇ ਜਦੋਂ ਤੁਸੀਂ ਉਹਨਾਂ ਨੂੰ ਥੋੜਾ ਮੋਟਾ ਫੀਸ ਦਿੰਦੇ ਹੈਗੇ ਆ, ਤੇ ਉਹ ਫੀਸ ਤੁਹਾਨੂੰ ਦੇਣੀ ਪਏਗੀ। ਅੱਜ ਕੱਲ੍ਹ ਜਿਵੇਂ ਹੈਗਾ ਆਪਣਾ ਬਿਟਕੋਇਨ ਮੈਮਪੂਲ ਜਿਹੜਾ ਹੈਗਾ ਕਲੀਅਰ ਹੁੰਦਾ ਰਹਿੰਦਾ, ਸੋ ਬਹੁਤ ਘੱਟ ਖਰਚੇ ਨਾਲ ਤੁਹਾਡੀ ਟ੍ਰਾਂਜੈਕਸ਼ਨ ਜਿਹੜੀ ਹੈਗੀ ਹੈ 1 ਘੰਟੇ 'ਚ ਨਹੀਂ ਤਾਂ 1 ਦਿਨ ਦੇ ਵਿੱਚ ਜਾਂ ਵੱਧ ਤੋਂ ਵੱਧ 1 ਹਫ਼ਤੇ ਦੇ ਵਿੱਚ ਕਨਫਰਮ ਹੋ ਜਾਏਗੀ, ਠੀਕ ਹੈ ਨਾ। ਸੋ ਬਹੁਤ ਮਤਲਬ 5 ਸੈਂਟ ਲੱਗਦੇ ਨੇਗੇ ਔਸਤ 5-10 ਸੈਂਟ ਟ੍ਰਾਂਜੈਕਸ਼ਨ ਸਾਈਜ਼ ਦੇ ਮੁਤਾਬਕ। ਉਹ ਤੁਸੀਂ ਇਸ ਗੱਲ ਨੂੰ ਕਨਫਿਊਜ਼ ਨਾ ਕਰਿਓ ਕਿ ਤੁਹਾਡੇ ਨੋਡ ਨਾਲ ਤੁਸੀਂ ਫੀਸ ਤੋਂ ਬਚ ਸਕਦੇ ਹੈਗੇ ਹੋ, ਟ੍ਰਾਂਜੈਕਸ਼ਨ ਫੀਸ ਤੋਂ ਨਹੀਂ। ਟ੍ਰਾਂਜੈਕਸ਼ਨ ਫੀਸ ਲਾਜ਼ਮੀ ਦੇਣੀਆਂ ਪੈਣੀਆਂ ਨੇਗੀਆਂ, ਅਤੇ ਉਹਦੇ ਨਾਲ ਮਾਈਨਰਸ ਜਿਹੜੇ ਹੈਗੇ ਨੇਗੇ ਉਸ ਫੀਸ ਦੇ ਲਾਲਚ ਖਾਤਰ ਤੁਹਾਡੀ ਟ੍ਰਾਂਜੈਕਸ਼ਨ ਬਲਾਕ ਦੇ ਵਿੱਚ ਸ਼ਾਮਲ ਕਰਕੇ ਅਤੇ ਬਲਾਕ ਚੇਨ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਨਗੇ, ਕੰਪੀਟ ਕਰਨਗੇ, ਠੀਕ ਹੈ ਨਾ। ਜੇ ਤੁਹਾਨੂੰ ਬਹੁਤ ਜਲਦੀ ਕਨਫਰਮੇਸ਼ਨ ਚਾਹੀਦੀ, ਜੇ ਤੁਸੀਂ ਬਹੁਤ ਛੇਤੀ ਇਹ ਦਰਜ ਕਰਵਾਉਣੀ ਹੈਗੀ ਹੈ ਅਗਲੇ ਬਲਾਕ ਦੇ ਵਿੱਚ, ਤਾਂ ਤੁਸੀਂ ਖਾਸੀ ਮਹਿੰਗੀ ਫੀਸ ਦਿਓ, ਠੀਕ ਹੈ। 5-6 ਸੈਂਟ ਦੀ ਬਜਾਏ $5 ਨਾਲ ਤੁਹਾਡੀ ਤੁਰਤ ਅਗਲੇ ਬਲਾਕ ਦੇ ਵਿੱਚ ਕਨਫਰਮ ਹੋ ਜਾਏਗੀ, ਠੀਕ ਹੈ। ਅਤੇ ਜੇ ਆਪਣਾ ਤੁਹਾਨੂੰ ਕੋਈ ਕਾਹਲੀ ਨਹੀਂ ਹੈਗੀ ਅਤੇ ਤੁਸੀਂ ਫੀਸ ਦੇ ਵਿੱਚ ਪੈਸੇ ਦੀ ਬੱਚਤ ਕਰ ਸਕਦੇ ਹੋ। ਇਹੋ ਜਿਹੇ ਵਾਲਟਸ ਹੈਗੇ ਨੇਗੇ ਜਿਹੜਿਆਂ 'ਚ ਤੁਸੀਂ ਦੱਸ ਸਕਦੇ ਹੋ ਕਿ ਜੀ ਇੰਨੀ ਕੀ ਫੀਸ ਦੇਣੀ ਹੈ, ਇਦੋਂ ਵੱਧ ਨਹੀਂ ਦੇਣੀ ਹੈਗੀ। ਸੋ ਟ੍ਰਾਂਜੈਕਸ਼ਨ ਕਨਫਰਮ ਕਰਕੇ ਬਲਾਕ ਚੇਨ ਦੇ ਵਿੱਚ ਵਹੀ ਦੇ ਵਿੱਚ ਦਰਜ ਕਰਵਾਉਣ ਲਈ ਖਰਚਾ ਹੁੰਦਾ, ਉਹ ਵੱਧ ਜਾਂ ਘੱਟ ਹੁੰਦਾ, ਉਹਦੇ ਤੁਹਾਡੇ 'ਤੇ ਡਿਪੈਂਡ ਕਰਦਾ ਕਿ ਤੁਹਾਨੂੰ ਬਹੁਤ ਛੇਤੀ ਕਨਫਰਮੇਸ਼ਨ ਚਾਹੀਦੀ ਹੈ ਜਾਂ ਹੌਲੀ ਹੌਲੀ ਵੀ ਟਾਈਮ ਲੱਗ ਕੇ ਜਿਹੜੀ ਹੁੰਦੀ ਹੈ ਉਹ ਵੀ ਠੀਕ ਹੈ ਤੁਹਾਡੇ ਲਈ। ਪਰ ਜਿਹੜਾ ਤੁਹਾਡਾ ਨੋਡ ਹੈਗਾ ਉਹ ਵੈਰੀਫਿਕੇਸ਼ਨ ਲਈ ਹੈਗਾ, ਉਹ ਸਾਰਾ ਨੈਟਵਰਕ ਦੇ ਨਵੀਆਂ ਟ੍ਰਾਂਜੈਕਸ਼ਨਸ, ਨਵੇਂ ਬਲਾਕਸ ਜਿਹੜੇ ਹੈਗੇ ਨੇਗੇ ਉਹਨਾਂ ਨੂੰ ਵੈਰੀਫਾਈ ਕਰਦਾ। ਵੈਰੀਫਾਈ ਕਰਨਾ ਮਤਲਬ ਇਹ ਹੈ ਕਿ ਚੈੱਕ ਕਰਦਾ ਕਿ ਠੀਕ ਠਾਕ ਹੈਗੇ ਨੇ ਕਿ ਨਹੀਂ, ਮਾਈਨਿੰਗ ਨਹੀਂ ਕਰਦਾ। ਸੋ ਜਦੋਂ ਮਤਲਬ ਤੁਸੀਂ ਟ੍ਰਾਂਜੈਕਸ਼ਨ ਕਰਦੇ ਹੋ ਤੇ ਉਹ ਜਿਹੜਾ ਇੱਕ ਬ੍ਰੌਡਕਾਸਟ ਹੁੰਦਾ ਹੈ, ਉਹ ਮੈਸੇਜ ਦੈਨ ਇਟਸ ਬ੍ਰੌਡਕਾਸਟਡ ਟੂ ਦ ਨੈਟਵਰਕ, ਤੇ ਉਹਨੂੰ ਫਿਰ ਜਿਹੜਾ ਬਲੌਕ ਦੇ ਵਿੱਚ ਫਾਰਮ ਕਰੀਦਾ ਹੈ ਉਹ ਮਾਈਨਸ ਕਰਦੇ ਨੇ ਰਾਈਟ, ਨਾਟ ਦ ਗਾਇਜ਼ ਹੂ ਹੈਵ ਦ ਨੋਡਸ। ਰਾਈਟ, ਮਾਈਨਰਸ ਜਿਹੜੇ ਹੈਗੇ ਨੇ ਨਾ ਉਹ ਸਭ ਤੋਂ ਵੱਧ ਫੀਸਾਂ ਵਾਲੀਆਂ ਟ੍ਰਾਂਜੈਕਸ਼ਨ ਜਿਹੜੀਆਂ ਮੈਮਪੂਲ ਦੇ ਵਿੱਚ ਪਈਆਂ ਹੁੰਦੀਆਂ ਉਹਨਾਂ ਨੂੰ ਇਕੱਠੀਆਂ ਕਰਕੇ ਅਤੇ ਬਲਾਕ ਟੈਂਪਲੇਟ ਕਹਿੰਦੇ ਨੇ ਉਹ ਬਣਾ ਲੈਂਦੇ ਨੇਗੇ। ਫਿਰ ਉਹਦੀ ਹੈਸ਼ਿੰਗ ਕਰਕੇ ਮਾਈਨਿੰਗ ਕਰਦੇ ਨੇਗੇ। ਜੇ ਉਹਨਾਂ ਨੂੰ ਮਿਲ ਜਾਂਦੀ ਹੈਗੀ ਹੈ ਵੈਲਿਡ ਹੈਸ਼, ਤਾਂ ਉਹਨਾਂ ਨੂੰ ਜਿਹੜੀਆਂ ਫੀਸ ਨੇ ਸਾਰੀਆਂ ਉਹ, ਅਤੇ ਨਾਲ ਜਿਹੜਾ ਨਵਾਂ ਇਸ ਵੇਲੇ 6.25 ਬਿਟਕੋਇਨ ਪਰ ਬਲਾਕ ਬਣਦੇ ਨੇਗੇ, ਉਹ ਦੋਨੇ ਚੀਜ਼ਾਂ ਰਲਾ ਕੇ ਉਹਨਾਂ ਨੂੰ ਫਾਇਦਾ ਹੁੰਦਾ ਹੈਗਾ, ਉਹਨਾਂ ਕੁ ਮੁਨਾਫਾ ਹੁੰਦਾ ਹੈਗਾ, ਠੀਕ ਹੈ। ਸੋ ਬਲਾਕ ਰਿਵਾਰਡ ਜਿਹੜਾ ਹੈਗਾ ਟੋਟਲ ਉਹਦੇ 2 ਹਿੱਸੇ ਹੁੰਦੇ ਨੇ। ਪਹਿਲਾ ਹੁੰਦਾ ਕੋਇਨ ਬੇਸ ਜਾਂ ਸਬਸਿਡੀ, ਅਤੇ ਬਲਾਕ ਸਬਸਿਡੀ, ਅਤੇ ਦੂਜਾ ਹੈਗਾ ਫੀਸ ਜਿਹੜੀਆਂ ਸਾਰੀਆਂ ਟ੍ਰਾਂਜੈਕਸ਼ਨਸ ਦੀਆਂ ਹੁੰਦੀਆਂ ਜਿਹੜੇ ਬਲਾਕ ਦੇ ਵਿੱਚ ਸ਼ਾਮਲ ਕੀਤੀਆਂ ਜਾਂਦੀਆਂ। ਹਾਂਜੀ, ਪਰਫੈਕਟ, ਥੈਂਕ ਯੂ। ਤੇ ਆਈ ਬਿਲੀਵ ਕਿ ਜਦੋਂ ਮਾਈਨਰਸ ਇਹ ਕੰਪਲੀਟ ਕਰ ਲੈਂਦੇ ਨੇ ਦੈਨ ਦੈਟ ਇਜ਼ ਕਾਲਡ ਪ੍ਰੂਫ ਆਫ ਵਰਕ, ਰਾਈਟ। ਇਹ ਪੂਰਾ ਜਿਹੜਾ ਸਿਸਟਮ ਹੁੰਦਾ ਹੈ ਟੂ ਪ੍ਰਪੋਜ਼ ਅ ਨਿਊ ਬਲੌਕ, ਤੇ ਫਿਰ ਉਹਨੂੰ ਚੇਨ ਦੇ ਨਾਲ ਅਟੈਚ ਕਰਨਾ, ਤੇ ਫਿਰ ਉਹਨੂੰ ਲਾਸਟ ਬਲੌਕ ਦੇ ਨਾਲ ਰੈਫਰੈਂਸ ਵੀ ਕਰਨਾ। ਹਾਂਜੀ, ਸੋ ਇਹ ਨਾਟ ਕ੍ਰਿਪਟੋਗ੍ਰਾਫਿਕਲੀ, ਇਟਸ ਐਕਚੁਅਲੀ ਜਸਟ ਹੈਸ਼। ਅਤੇ ਉਹ ਜਿਹੜੀ ਹੈਸ਼ ਹੈਗੀ ਹੈ ਉਹ ਪਿਛਲੇ ਬਲਾਕ ਦੀ ਉਹਨੂੰ ਕਹਿੰਦੇ ਨੇਗੇ ਬਲਾਕ ਹੈਸ਼, ਉਹਦਾ ਜਿਹੜਾ ਹੈਗਾ ਅਗਲੇ ਬਲਾਕ ਦੇ ਵਿੱਚ ਉਹਨੂੰ ਸ਼ਾਮਲ ਕੀਤਾ ਜਾਂਦਾ ਤਾਂ ਕਿ ਕੋਈ ਘਪਲੇਬਾਜ਼ੀ ਨਾ ਕਰ ਸਕੇ। ਅਤੇ ਜਿਹੜਾ ਲੇਟੈਸਟ ਇਸ ਵੇਲੇ ਦਾ ਬਲਾਕ ਹੈਗਾ ਉਹਦੀ ਹੈਸ਼ ਹੈਗੀ ਬਲਾਕ ਹੈਸ਼, ਉਹਨੂੰ ਸ਼ਾਮਲ ਕਰਕੇ ਅਤੇ ਟ੍ਰਾਂਜੈਕਸ਼ਨਸ ਸ਼ਾਮਲ ਕਰਕੇ ਜਿਹੜੀਆਂ ਹੈਗੀਆਂ ਨਵੀਂ ਹੈਸ਼ ਬਣਦੀ ਹੈਗੀ ਆ ਉਹ ਕ੍ਰਿਪਟੋਗ੍ਰਾਫਿਕ ਫਾਰਮੂਲੇ ਮੁਤਾਬਕ ਹੁੰਦੀ ਹੈਗੀ ਆ, ਉਹਨੂੰ ਕਹਿੰਦੇ SHA-256। ਹੋਰ ਵੀ ਸਿਸਟਮ ਹੈਗੇ ਪਰ SHA-256 ਜਿਹੜਾ ਹੈਗਾ ਬਿਟਕੋਇਨ ਵਿੱਚ ਵਰਤਿਆ ਜਾਂਦਾ ਹੈ। ਅਤੇ ਉਹਦੀ ਜਿਹੜੀ ਹੈਸ਼ ਹੈਗੀ ਹੈ ਉਹ ਜਿਹੜੀ ਹੈਗੀ ਆ ਉਹਦੇ ਵਿੱਚ ਮਤਲਬ ਪਿਛਲੀ ਸਾਰੀ ਦੀ ਸਾਰੀ ਬਲਾਕ ਚੇਨ ਇੱਕ ਤਰ੍ਹਾਂ ਨਾਲ ਸ਼ਾਮਲ ਹੁੰਦੀ ਹੈਗੀ ਹੈ, ਕਿਉਂਕਿ ਜੇ ਕੋਈ ਵੀ ਮਾੜੀ ਜਿਹੀ ਵੀ ਚੀਜ਼ ਬਦਲ ਦਿੱਤੀ ਜਾਵੇ ਤਾਂ ਉਹ ਇਨਵੈਲਿਡ ਹੋ ਜਾਂਦੀ ਪਿਛਲੀ ਸਾਰੀ ਬਲਾਕ ਚੇਨ ਦੀ ਹੈਸ਼। Right, perfect. So obviously, ਰਜਵਿੰਦਰ ਜੀ, ਇਹ ਬਹੁਤ ਹੀ ਪਹਿਲੀ ਵਾਰ ਜਦੋਂ ਤੁਸੀਂ ਸੁਣੋ ਇਟ ਸਾਊਂਡਸ ਵੈਰੀ ਕੰਪਲੈਕਸ ਕਿ ਇਹ ਸਿਸਟਮ ਇੰਨਾ ਕੰਪਲੈਕਸ ਹੈ, ਪਰ ਜਦੋਂ ਤੁਸੀਂ ਇਹਦੇ ਬਾਰੇ ਹੋਰ ਥੋੜ੍ਹਾ ਸਮਝੋ ਕਿ ਕਿਵੇਂ ਟ੍ਰਾਂਜੈਕਸ਼ਨਸ ਵੈਲੀਡੇਟ ਹੁੰਦੀਆਂ ਨੇ, ਅਤੇ ਕਿਵੇਂ ਬਲੌਕਸ ਵਗੈਰਾ ਕ੍ਰੀਏਟ ਹੁੰਦੇ ਨੇ, ਅਤੇ ਕਿਵੇਂ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਉਹ ਕਿਵੇਂ ਦਰਜ ਹੁੰਦੀ ਹੈ, ਅਤੇ ਇਹ ਜਿਹੜਾ ਸਿਸਟਮ ਹੁੰਦਾ ਹੈ ਆਲਸੋ ਆਈ ਥਿੰਕ ਇਹਦੇ ਵਿੱਚ ਵੋਲੰਟੀਅਰਸ ਦਾ ਵੀ ਸਿਸਟਮ ਜਿਹੜਾ ਹੁੰਦਾ ਹੈ, ਸੋ ਆਲ ਆਫ ਦਿਸ ਵੈਨ ਯੂ ਅੰਡਰਸਟੈਂਡ, ਅਤੇ ਥੋੜ੍ਹਾ ਫਿਰ ਦੈਨ ਯੂ ਸਟਾਰਟ ਟੂ ਅੰਡਰਸਟੈਂਡ ਕਿ ਓਕੇ ਇਹ ਜਿਹੜਾ ਸਿਸਟਮ ਬਿਟਕੋਇਨ ਦਾ ਚੱਲ ਰਿਹਾ ਹੈ ਇਟ ਇਜ਼ ਰੀਅਲੀ ਰਨਿੰਗ ਇਨ ਸੱਚ ਅ ਸਟਰਕਚਰਡ ਵੇ
ਕਿ that has what has allowed this system to scale, ਕਿ ਜਿਹੜਾ ਸਿਸਟਮ ਕਿੱਥੋਂ ਸ਼ੁਰੂ ਹੋਇਆ 2009 ਦੇ ਵਿੱਚ ਤੇ ਹੁਣ ਕਿੰਨਾ ਵੱਡਾ ਸਿਸਟਮ ਬਣ ਗਿਆ ਹੈ, ਕਿੰਨਾ ਬਿਟਕੋਇਨ ਦੇ ਵਿੱਚ ਪੈਸਾ ਗਿਆ ਹੈ, ਕਿੰਨੇ ਨਵੇਂ ਲੋਕੀ ਇਹਦੇ ਵਿੱਚ ਐਂਟਰ ਕੀਤੇ ਨੇ, ਰੋਜ਼ ਨਵੇਂ ਲੋਕੀ ਬਿਟਕੋਇਨ ਖਰੀਦ ਰਹੇ ਨੇ, ਰੋਜ਼ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਇਸ ਬਿਟਕੋਇਨ ਦੀ ਇਕੋਨਮੀ ਦੇ ਵਿੱਚ। ਸੋ ਯੂ ਕੈਨ ਸੀ ਕਿ ਇਹ ਜਿਹੜਾ ਸਿਸਟਮ ਬਣਿਆ ਹੈ ਦ ਕੰਪਲੈਕਸ ਕੋਡਿੰਗ ਆਫ ਬਿਟਕੋਇਨ, ਤੇ ਇਟ ਇਜ਼ ਰੀਲੀ ਡਿਜ਼ਾਈਨਡ ਕਿ ਟੂ ਸਕੇਲ, ਕਿ ਇੰਨੇ ਵੱਡੇ ਵੱਡੇ ਟ੍ਰਾਂਜੈਕਸ਼ਨਸ ਨੂੰ ਹੈਂਡਲ ਕਰਨਾ, ਤੇ potentially maybe even ਪੂਰੇ ਦੁਨੀਆ ਦਾ to become like a world reserve bank, ਪੂਰੀ ਦੁਨੀਆ ਦਾ potentially as well. So I think definitely a system ਦਾ ਉਹਦੇ ਨਾਲ it has the potential to go that far. ਤੇ I think we even need something like that, some global ਜਿਹੜੀ currency ਹੈਗੀ ਹੈ। So I think this is phenomenal, ਕਿਉਂਕਿ ਇਹਦੇ ਵਿੱਚ ਮੈਂ ਵੀ ਅੱਜ ਬਹੁਤ ਨਵੀਆਂ ਚੀਜ਼ਾਂ ਸਿੱਖੀਆਂ ਨੇ। ਮੈਨੂੰ ਪਤਾ ਸੀ to an extent ਕਿ ਪ੍ਰੋਟੋਕਾਲ ਕਿਵੇਂ ਕੰਮ ਕਰਦਾ ਹੈ ਮਾਈਨਿੰਗ ਦਾ, ਤੇ ਨੋਡਸ ਦਾ ਮੈਨੂੰ ਥੋੜਾ ਜਿਹਾ ਪਤਾ ਸੀਗਾ, ਮਾਈਨਰਸ ਦਾ ਅਸੀਂ ਲਾਸਟ ਵੀਕ ਗੱਲ ਕੀਤੀ ਸੀ, ਸੋ ਉਹਦੇ ਬਾਰੇ ਵੀ ਮੈਨੂੰ ਪਤਾ ਸੀ, ਬਟ ਟੂ ਟਾਈ ਇਟ ਆਲ ਟੁਗੇਦਰ ਕਿ ਪੂਰਾ ਪ੍ਰੋਟੋਕਾਲ ਕਿਵੇਂ ਕੰਮ ਕਰਦਾ, ਆਈ ਥਿੰਕ ਦੈਟ ਵਾਸ ਵੈਰੀ ਮੇਰੇ ਲਈ ਬਹੁਤ ਐਜੂਕੇਸ਼ਨਲ ਸੀ। ਸੋ ਹੋਪਫੁਲੀ ਇੱਥੇ ਸਭ ਦੇ ਲਈ ਵੀ ਟ੍ਰਾਂਜੈਕਸ਼ਨਲ ਸੀ, ਸਭ ਦੇ ਲਈ ਵੀ ਵੈਲਿਊਬਲ ਸੀਗਾ, ਐਜੂਕੇਸ਼ਨਲ ਸੀ। ਅੱਜ ਟ੍ਰਾਂਜੈਕਸ਼ਨਸ ਦੀ ਇੰਨੀ ਗੱਲ ਹੋ ਰਹੀ ਹੈ ਕਿ ਸਾਰਾ ਕੁਝ ਹੀ ਟ੍ਰਾਂਜੈਕਸ਼ਨਲ ਹੋ ਗਿਆ। ਜਬਰਜੰਗ ਸਿੰਘ ਬਾਈ ਜੀ ਨੂੰ ਪੁੱਛ ਲਓ ਕਿ ਜੇ ਉਹਨਾਂ ਨੂੰ ਸਵਾਲ ਦਾ ਜਵਾਬ ਮਿਲ ਗਿਆ ਜਾਂ ਕੋਈ ਫਾਲੋ ਅਪ ਗੱਲ। ਹਾਂਜੀ ਜਬਰਜੰਗ ਜੀ, ਤੁਹਾਡਾ ਕੁਐਸਚਨ ਆਨਸਰ ਹੋ ਗਿਆ ਜਬਰਜੰਗ ਜੀ? ਆਈ ਥਿੰਕ ਉਹ ਮਿਊਟਡ ਨੇ। ਆਈ ਡੋਂਟ ਨੋ ਜੇ ਤੁਹਾਨੂੰ ਆਵਾਜ਼ ਆ ਰਹੀ ਜਬਰਜੰਗ ਜੀ, ਬਟ ਤੁਸੀਂ ਮਿਊਟਡ ਹੋ। ਪਰ ਜੇ ਤੁਹਾਡਾ ਕੁਐਸਚਨ ਆਨਸਰ ਹੋ ਗਿਆ ਕੋਈ ਗੱਲ ਲੈਟ ਅਸ। ਹਾਂਜੀ ਆ ਗਿਆ, ਉਹਨਾਂ ਦਾ ਮੈਸੇਜ ਆ ਗਿਆ। ਹਾਂਜੀ ਕਹਿੰਦੇ ਹੋ ਗਿਆ, ਕਹਿੰਦੇ ਹੁਣੇ ਵੀ ਉਹ ਦੇ ਰਹੇ ਨੇ ਬਟ 1 ਬਿਟਕੋਇਨ, ਜੇ ਚਾਹੁੰਦੇ ਨੇ। ਕੋਈ ਮੈਸੇਜ ਨਹੀਂ ਆਇਆ, ਕਿਸੇ ਨੇ ਕੀਤਾ ਨਹੀਂ, ਉਹ ਬਸ ਵੇਟ ਕਰ ਰਹੇ ਨੇ। ਲਾਈਟਨਿੰਗ ਪੇਮੈਂਟ ਉਹਨਾਂ ਨੇ ਔਨ ਕੀਤਾ ਹੋਇਆ ਕਿ ਫਟਾਫਟ ਜਾਏ। ਤੇ ਓਕੇ, ਸੋ ਫਾਰ ਅਸੀਂ ਅੱਜ ਗੱਲ ਕੀਤੀ ਹੈ ਕਿ ਬਿਟਕੋਇਨ ਦਾ ਜਿਹੜਾ ਸਿਸਟਮ ਹੈ, ਉਹਦਾ ਬਲੌਕਚੇਨ ਦਾ ਸਿਸਟਮ, ਨੋਡਸ ਦੇ ਬਾਰੇ ਅਸੀਂ ਗੱਲ ਕੀਤੀ ਹੈ, ਟ੍ਰਾਂਜੈਕਸ਼ਨਸ ਦੇ ਬਾਰੇ, ਉਹਦੇ ਵਿੱਚ ਥੋੜਾ ਮਾਈਨਰਸ ਦੇ ਬਾਰੇ ਵੀ ਅਸੀਂ ਟੱਚ ਕੀਤਾ ਹੈ। ਸੋ ਆਈ ਥਿੰਕ ਲਾਸਟਲੀ ਰਜਵਿੰਦਰ ਜੀ ਅਸੀਂ ਗੱਲ ਕਰ ਸਕਦੇ ਹਾਂ ਮੇਬੀ ਬਿਟਕੋਇਨ ਦਾ ਜਿਹੜਾ ਸਿਸਟਮ ਹੈ ਉਹਦੇ ਰਿਸਕਸ ਦੇ ਬਾਰੇ, ਕਿਉਂਕਿ ਓਬਵੀਅਸਲੀ ਇਟਸ ਨਾਈਸ ਕਿ ਅਸੀਂ ਇਹ ਸਾਰੀ ਚੀਜ਼ਾਂ ਦੱਸੀਏ, ਸ਼ਾਈਨੀ ਚੀਜ਼ਾਂ, ਕਿ ਦੇਖੋ ਟ੍ਰਾਂਜੈਕਸ਼ਨਸ ਇੰਨੇ ਵਧੀਆ ਤਰੀਕੇ ਨਾਲ ਹੁੰਦੇ, ਸਿਸਟਮ ਕਿੰਨੇ ਵਧੀਆ ਤਰੀਕੇ ਦੇ ਨਾਲ ਮੇਨਟੇਨ ਹੁੰਦਾ ਹੈ, ਸਟੇਟ ਆਫ ਦੀ ਆਰਟ ਟੈਕਨੋਲੋਜੀ। ਬਟ ਆਈ ਥਿੰਕ ਇਟਸ ਫੇਅਰ ਕਿ ਅਸੀਂ ਥੋੜਾ ਰਿਸਕਸ ਦੇ ਬਾਰੇ ਵੀ ਗੱਲ ਕਰੀਏ, ਤਾਂ ਕਿ ਲੋਕਾਂ ਨੂੰ ਦੇ ਫੁੱਲੀ ਅਵੇਅਰ ਕਿ ਇਹਦੇ ਵਿੱਚ ਕੀ ਚੈਲੰਜਸ ਵੀ ਆ ਸਕਦੇ ਨੇ। ਸੋ ਬਿਟਕੋਇਨ ਦੇ ਰਿਸਕਸ ਨੂੰ ਆਪਾਂ ਦੋ ਹਿੱਸਿਆਂ 'ਚ ਵੰਡ ਲੈਂਦੇ ਹਾਂ। ਪਹਿਲੀ ਗੱਲ ਤੇ ਟੈਕਨੋਲੋਜੀਕਲ, ਕਿ ਜੀ ਇਹ ਟੈਕਨੋਲੋਜੀ ਕਿਸੇ ਗੱਲ ਕਰਕੇ ਕੰਮ ਨਾ ਕਰੇ ਜਾਂ ਫੇਲ ਹੋ ਜਾਵੇ ਜਾਂ ਕੋਈ ਨੁਕਸਾਨ ਹੋ ਜਾਵੇ ਕਿਸੇ ਦਾ। ਉਹਦੇ ਵਿੱਚ ਹੁਣ ਅਗਲੇ ਆਪਣਾ ਪਿਛਲੇ 12 ਸਾਲਾਂ ਤੋਂ ਇਹ ਚੀਜ਼ ਚੱਲਦੀ ਆ ਰਹੀ ਹੈ, 11 ਸਾਲਾਂ ਤੋਂ, ਕਿ ਇਹਦੇ ਵਿੱਚ ਮਾੜੀ ਮੋਟੀ ਜਿਹੜੀਆਂ ਸਾਫਟਵੇਅਰ ਦੀਆਂ 1-2 ਬਗਸ ਸੀਗੀਆਂ ਮੇਨ, ਉਹ ਹੱਲ ਹੋ ਚੁੱਕੀਆਂ ਨੇ। ਜਿਉਂ-ਜਿਉਂ ਇਹਦੀ ਬਿਟਕੋਇਨ ਦੀ ਮਾਰਕੀਟ ਕੈਪ ਜਿਹੜੀ ਹੈਗੀ ਹੈ, ਬਿਟਕੋਇਨ ਦਾ ਕੀਮਤ ਜਿਹੜੀ ਹੈਗੀ ਵੱਧਦੀ ਜਾ ਰਹੀ ਹੈ, ਤਿਉਂ-ਤਿਉਂ ਇਸ ਨੈਟਵਰਕ ਆਪਣਾ ਸਾਫਟਵੇਅਰ ਨੂੰ ਜਾਂ ਟੈਕਨੋਲੋਜੀ ਨੂੰ ਜਿਹੜਾ ਅਟੈਕ ਕਰਨ ਦਾ ਹੈਗਾ ਉਹ ਚੱਸ ਵੱਧ ਜਾਂਦੀ ਹੈਗੀ ਮਾੜੇ ਬੰਦਿਆਂ 'ਤੇ। ਉਹ ਅਟੈਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬਹੁਤ, ਪਰ ਇਹ ਇੰਨਾ ਸਿੰਪਲ ਸਿਸਟਮ ਹੈਗਾ ਇੱਕ ਤਰ੍ਹਾਂ ਨਾਲ ਕਿ ਇਹਦੇ ਵਿੱਚ ਕੋਈ ਜ਼ਿਆਦਾ ਹੇਰਾਫੇਰੀ ਕੀਤੀ ਨਹੀਂ ਜਾ ਸਕਦੀ, ਠੀਕ ਹੈ ਨਾ। ਨੋਡਸ ਹੈਗੇ ਨੇ, ਚੰਗਾ ਡੀਸੈਂਟਰਲਾਈਜ਼ਡ ਹੈਗਾ, ਬਲੌਕਚੇਨ ਸਾਈਜ਼ ਜਿਹੜਾ ਹੈਗਾ ਮੈਨੇਜ ਕਰਨਾ ਕੋਈ ਇੰਨਾ ਔਖਾ ਨਹੀਂ ਹੈਗਾ, ਇਹਦੀ ਬੈਂਡਵਿਡਥ ਜਿਹੜੀ ਲੋਡ ਹੈਗੀ ਹੈ ਉਹ ਕੋਈ ਜ਼ਿਆਦਾ ਵੱਡੀ ਨਹੀਂ ਹੈਗੀ, ਜ਼ਿਆਦਾ ਆਪਣਾ ਫਾਸਟ ਨੈਟਵਰਕ ਦੀ ਡਾਊਨਲੋਡ ਸਪੀਡਸ ਵਗੈਰਾ ਦੀ ਜ਼ਿਆਦਾ ਲੋਡ ਨਹੀਂ ਹੈਗੀ ਹੈ, ਠੀਕ ਹੈ। ਲੇਟੈਂਸੀ ਜਿਹੜੀ ਹੈਗੀ ਹੈ ਕਿ ਕਿੰਨਾ ਕੁ ਡਿਲੇ ਹੁੰਦੀ ਹੈਗੀ ਹੈ ਨੈਟਵਰਕ ਦੇ ਵਿੱਚ ਤੁਹਾਡੀ, ਉਹ ਥੋੜ੍ਹਾ ਆਮ ਤੌਰ 'ਤੇ ਤਕਰੀਬਨ ਜਿਹੜੇ ਮੋਬਾਈਲ ਫੋਨ ਵੀ ਸਾਰੀ ਦੁਨੀਆ ਦੇ ਹੈਗੇ ਉਹਨਾਂ ਵਿੱਚ ਵੀ ਇੰਨੀ ਮਾੜੀ ਲੇਟੈਂਸੀ ਨਹੀਂ ਹੈਗੀ ਕਿ ਇਹ ਬਿਟਕੋਇਨ ਦਾ ਜਿਹੜਾ ਸਿਸਟਮ ਇਹਨੂੰ ਕੋਈ ਖਤਰਾ ਹੋਵੇ। ਮੇਨ ਜਿਹੜੀ ਚੀਜ਼ ਹੈਗੀ ਹੈ ਰਿਸਕ ਵਾਲੀ, ਉਹ ਹੁੰਦੀ ਹੈ ਮਾਈਨਿੰਗ ਦੇ ਵਿੱਚ ਡਬਲ ਸਪੈਂਡ ਜਾਂ 51% ਅਟੈਕ ਵਗੈਰਾ ਵਾਲੀ। ਉਹਦੇ ਵਿੱਚ ਬਿਟਕੋਇਨ ਦੀ ਜਿਹੜੀ ਤੁਹਾਨੂੰ ਗੇਮ ਥਿਊਰੀ ਜਦੋਂ ਤੁਸੀਂ ਧਿਆਨ ਨਾਲ ਦੇਖੋ ਨਾ, ਤਾਂ ਉਹਦੇ 'ਚ ਕਲੀਅਰ ਹੋ ਜਾਂਦਾ ਕਿ ਕਿਸੇ ਨੂੰ ਕੋਈ ਫਾਇਦਾ ਨਹੀਂ ਹੈ ਇਸ ਸਿਸਟਮ ਨੂੰ ਅਟੈਕ ਕਰਨ ਦਾ, ਸਿਰਫ ਸਰਕਾਰਾਂ ਹੀ ਕਰ ਸਕਦੀਆਂ ਨੇਗੀਆਂ। ਔਰ ਉਹ ਸਰਕਾਰਾਂ ਜਿਹੜੀਆਂ ਹੈਗੀਆਂ ਇਸ ਵੇਲੇ ਤੱਕ ਤਾਂ ਉਹਨਾਂ ਨੇ ਕੋਈ ਇਹੋ ਜਿਹਾ ਕੰਮ ਕੀਤਾ ਨਹੀਂ ਹੈਗਾ, ਪਰ ਜੇ ਕਰਨਗੀਆਂ ਵੀ ਤਾਂ ਜਿਹੜਾ ਨੈਟਵਰਕ ਦੇ ਬੰਦੇ ਹੈਗੇ ਨੇ, ਨੋਡ ਆਪਰੇਟਰਸ ਜਿਹੜੇ ਹੈਗੇ ਨੇ, ਮਾਈਨਰਸ ਜਿਹੜੇ ਹੈਗੇ ਨੇਗੇ, ਉਹ ਉਸ ਦਾ ਮੁਕਾਬਲਾ ਕਰ ਸਕਦੇ ਨੇ ਅਤੇ ਉਹਨੂੰ ਥੋੜ੍ਹਾ ਮੋਟਾ ਟੈਂਪਰਰੀ ਮਾੜਾ ਮੋਟਾ ਜਿਹੜਾ ਹੈਗਾ 1-ਅੱਧੇ ਘੰਟੇ ਲਈ ਜਾਂ 1-ਅੱਧੇ ਦਿਨ ਲਈ ਜਾਂ 1-ਅੱਧੇ ਹਫ਼ਤੇ ਲਈ ਕੋਈ ਮਾੜਾ ਮੋਟਾ ਵਿਘਨ ਪੈ ਸਕਦਾ ਹੈਗਾ, ਜਿਹਦੇ ਵਿੱਚ ਤੁਸੀਂ ਆਪਦਾ ਬਿਟਕੋਇਨ ਉਹਨਾਂ ਚਿਰ ਨਾ ਖਰਚੋ,
ਠੀਕ ਹੈ। ਸੋ ਹਮ, ਉਹ ਤੁਹਾਡਾ ਬਿਟਕੋਇਨ ਠੀਕ ਠਾਕ ਪਿਆ ਰਹੇਗਾ। ਇਹ ਰਿਸਕ ਹੈਗੇ ਨੇ ਟੈਕਨੋਲੋਜੀਕਲ। ਦੂਜੀ ਗੱਲ ਰਹੀ ਆਪਣਾ ਫਾਈਨੈਂਸ਼ੀਅਲ ਰਿਸਕ ਜਿਹੜਾ ਹੈਗਾ, ਉਹ ਇਹ ਹੈ ਕਿ ਜੀ ਇਹ ਨਵਾਂ ਸਿਸਟਮ ਹੈਗਾ। ਇਹ ਸੋਨੇ ਤੋਂ ਬਾਅਦ ਪਹਿਲੀ ਵਾਰ 5000-6000 ਸਾਲਾਂ ਵਿੱਚ ਇੱਕ ਨਵਾਂ ਮੋਨੀਟਰੀ ਸਿਸਟਮ ਚਾਲੂ ਹੋ ਰਿਹਾ। ਇਹਨੂੰ ਅੰਗਰੇਜ਼ੀ 'ਚ ਕਹਿੰਦੇ ਕੈਪੀਟਲਾਈਜ਼ ਹੋ ਰਿਹਾ, ਕਿ ਨਵੇਂ ਲੋਕ ਵੱਧ ਸ਼ਾਮਲ ਹੋ ਰਹੇ ਨੇਗੇ। ਇਹਦੀ ਮੰਗ ਵੱਧ ਰਹੀ ਹੈਗੀ ਆ, ਪਰ ਇਹਦੀ ਸਪਲਾਈ ਜਿਹੜੀ ਹੈਗੀ ਆ ਉਹ ਪਤਾ ਹੈ ਕਿ 21 ਮਿਲੀਅਨ ਤੋਂ ਵੱਧ ਨਹੀਂ ਹੋ ਸਕਦੀ। ਇਹ ਨਵੇਂ ਕਿਸ ਰੇਟ ਤੇ ਬਣ ਰਹੇ ਨੇਗੇ, 6.25 ਬਿਟਕੋਇਨ ਹਰ ਔਸਤ 10 ਮਿੰਟ ਵਿੱਚ, ਉਹ ਵੀ ਸਾਰਾ ਕੁਝ ਪੂਰਾ ਜਿਹੜਾ ਹੈਗਾ ਪਹਿਲਾਂ ਤੋਂ ਹੀ ਪਤਾ ਹੈ। ਹੁਣ ਆਪਾਂ ਨੂੰ ਇਹ ਨਹੀਂ ਪਤਾ ਕਿ ਫੈਡਰਲ ਰਿਜ਼ਰਵ ਜਿਹੜਾ ਹੈਗਾ ਅਮਰੀਕਾ ਦਾ, ਜਾਂ ਕਾਂਗਰਸ ਦੇ ਵਿੱਚ ਜਿਹੜੇ ਕਰਜ਼ੇ ਦੇ ਲੈ ਕੇ ਬਿੱਲ ਪਾਸ ਹੁੰਦੇ ਨੇਗੇ, ਉਹ ਨਵੇਂ ਡਾਲਰ ਕ੍ਰੀਏਟ ਕਰਦੇ ਨੇਗੇ, ਤੇ ਉਹ ਕਿੰਨੇ ਕੁ ਕਰਨਗੇ, ਠੀਕ ਹੈ ਨਾ, ਉਹਦਾ ਆਪਾਂ ਨੂੰ ਕੋਈ ਪਤਾ ਨਹੀਂ ਹੈ। ਪਰ ਬਿਟਕੋਇਨ ਦਾ ਜਿਹੜਾ ਮੋਨੀਟਰੀ ਸਪਲਾਈ ਸਿਸਟਮ ਹੈਗਾ ਜਿਹੜਾ, ਉਹ ਸਾਰੀ ਪਹਿਲਾਂ ਤੋਂ ਹੀ ਸੈੱਟ ਕੀਤੀ ਹੋਈ ਹੈ ਸ਼ੁਰੂ, ਠੀਕ ਹੈ। ਸਨ 2140 ਵਿੱਚ ਅਖੀਰਲਾ ਬਿਟਕੋਇਨ ਦਾ ਜਿਹੜਾ ਹਿੱਸਾ ਹੈਗਾ ਉਹ ਮਾਈਨ ਹੋਏਗਾ। ਉਸ ਤੋਂ ਬਾਅਦ ਨਵੇਂ ਬਿਟਕੋਇਨ ਨਹੀਂ ਬਣਨਗੇ। ਸੋ ਇਹ ਨਵਾਂ ਸਿਸਟਮ ਹੈਗਾ। ਨਵੇਂ ਸਿਸਟਮ ਵਿੱਚ ਜਿਉਂ-ਜਿਉਂ ਲੋਕ ਵੱਧ ਸ਼ਾਮਲ ਹੋ ਰਹੇ, ਇਹਦੀ ਕੀਮਤ ਵੱਧਦੀ ਜਾ ਰਹੀ ਹੈਗੀ ਆ। ਪਰ ਫਿਰ ਵੀ ਇਹਦੇ ਵਿੱਚ ਪੈਸੇ ਜਿਹੜਾ ਭਾਅ ਹੈਗਾ, ਇਹਦਾ ਉਤਾਰ ਚੜਾਅ ਇਹਦੇ ਵਿੱਚ ਬਹੁਤ ਆਉਂਦਾ ਰਹਿੰਦਾ ਹੈਗਾ। ਸੋ ਸਭ ਤੋਂ ਵੱਡਾ ਰਿਸਕ ਹੈਗਾ ਕਿ ਤੁਸੀਂ ਖਰੀਦ ਲਓ ਜਦੋਂ ਸਾਰੇ ਰੌਲਾ ਪੈ ਰਿਹਾ ਹੁੰਦਾ ਕਿ ਜੀ ਬਿਟਕੋਇਨ ਦਾ ਭਾਅ ਚੜ੍ਹ ਗਿਆ, ਤੇ ਜਦੋਂ ਉਸ ਤੋਂ ਬਾਅਦ ਡਿੱਗ ਪਿਆ 20-25%, 30-50%, ਉਦੋਂ ਤੁਸੀਂ ਘਬਰਾ ਕੇ ਵੇਚ ਦਿਓ, ਇਹਦੇ 'ਚ ਨੁਕਸਾਨ ਹੈਗਾ, ਠੀਕ ਹੈ। ਦੂਜੀ ਗੱਲ ਜਿਹੜੀ ਹੈਗੀ ਹੈ ਕਿ ਆਪਣਾ ਸਭ ਤੋਂ ਵੱਡਾ ਰਿਸਕ ਮੇਰੇ ਖਿਆਲ ਵਿੱਚ ਇਹ ਹੈਗਾ ਕਿ ਬਿਟਕੋਇਨ ਨੂੰ ਮਾੜਾ ਮੋਟਾ ਜਿਹੜਾ ਹੈਗਾ ਹਾਸਲ ਨਾ ਕਰਨਾ। ਕਿਉਂਕਿ ਜੇ ਤੁਸੀਂ ਬਿਟਕੋਇਨ ਨੂੰ ਹਾਸਲ ਨਾ ਕੀਤਾ ਤੇ ਇਹ ਸਿਸਟਮ ਸਫਲ ਹੋ ਗਿਆ ਤੇ ਇਹ ਤਕੜਾ ਹੋ ਗਿਆ, ਤੇ ਫਿਰ ਤੁਹਾਡਾ ਘਾਟਾ ਪੈਣਾ ਹੈਗਾ। ਕਿਉਂਕਿ ਬਿਟਕੋਇਨ ਦੇ ਮੁਕਾਬਲੇ ਸੋਨਾ, ਜ਼ਮੀਨ ਜਾਇਦਾਦ, ਰੀਅਲ ਅਸਟੇਟ, ਬਿਲਡਿੰਗਾਂ, ਘਰ, ਡਾਲਰ, ਰੁਪਈਏ, ਯੈਨ, ਪਾਊਂਡ, ਉਹਨਾਂ ਸਾਰਿਆਂ ਦੀ ਵੈਲਿਊ ਜਿਹੜੀ ਹੈਗੀ ਹੈ ਘਟ ਜਾਣੀ ਹੈਗੀ ਹੈ। ਸੋ ਬਿਟਕੋਇਨ ਦਾ ਜਿਹੜਾ ਸਭ ਤੋਂ ਵੱਡਾ ਰਿਸਕ ਮੇਰੇ ਖਿਆਲ 'ਚ ਇਹੀ ਹੈ ਕਿ ਇਹਦੇ ਵੱਲ ਧਿਆਨ ਨਾ ਦੇਣਾ ਤੇ ਇਹਨੂੰ ਅਣਗੌਲਿਆ ਕਰ ਦੇਣਾ। ਬਾਕੀ ਜਿਹੜੀਆਂ ਗੱਲਾਂ ਹੈਗੀਆਂ ਕਿ ਤੁਸੀਂ ਜ਼ਿਆਦਾ ਟ੍ਰੇਡਿੰਗ ਵਗੈਰਾ ਦੇ ਪੰਗੇ ਨਾ ਲਓ, ਕਿਉਂਕਿ ਉਹਦੇ 'ਚ 98-99% ਬੰਦਿਆਂ ਦਾ ਨੁਕਸਾਨ ਹੀ ਹੁੰਦਾ, ਫਾਇਦਾ ਨਹੀਂ। ਹਾਂਜੀ ਬਿਲਕੁਲ। ਔਰ ਨਾਲੇ ਨਾ ਟ੍ਰੇਡਿੰਗ ਦੇ ਵਿੱਚ ਪੈਸਾ ਥੋੜਾ ਨਾ ਗੈਂਬਲਿੰਗ ਵਾਂਗੂ ਹੋ ਜਾਂਦਾ ਹੈ। ਇਹ ਕਿ ਕੋਈ ਗੱਲ ਨਹੀਂ ਕਿ ਕਿ ਟ੍ਰੇਡਿੰਗ ਇਜ਼ ਬੈਡ, ਇਟਸ ਨਾਟ ਬੈਡ, ਬਟ ਦ ਪ੍ਰੋਬਲਮ ਇਜ਼ ਕਿ ਪੀਪਲ ਲੈਕਸ ਸਕਿੱਲ ਸੈਟਸ ਇਨੀਸ਼ੀਅਲੀ। ਜਦੋਂ ਵੈਨ ਯੂ ਸਟਾਰਟ ਟ੍ਰੇਡਿੰਗ ਤੇ ਤੁਸੀਂ ਇੱਕਦਮ ਯੂ ਕੈਨ ਲੂਜ਼ ਅ ਲੋਟ ਆਫ ਮਨੀ ਇਮੀਡੀਏਟਲੀ, ਜਦੋਂ ਤੁਹਾਡੀ ਵੈਨ ਯੂ ਹੈਵ ਨੋ ਸਕਿੱਲ ਸੈਟਸ, ਤੇ ਦੈਨ ਇਟ ਬਿਕਮਸ ਅ ਲਿਟਲ ਬਿਟ ਲਾਈਕ ਗੈਂਬਲਿੰਗ। ਕਿਉਂਕਿ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਕੀ ਕਰ ਰਹੇ ਹੋ, ਤੇ ਤੁਸੀਂ ਜਾ ਕੇ ਤੁਸੀਂ ਇਟਸ ਲਾਈਕ ਯੂ ਸ਼ੂਟਿੰਗ ਬਲਾਈਂਡਲੀ ਕਿ ਕਿਤੇ ਤੇ ਜਾ ਕੇ ਸ਼ਾਟ ਲੱਗੇਗਾ, ਤੇ ਬਟ ਯੂ ਡੋਂਟ ਨੋ ਵੇਅਰ ਯੂ ਆਰ ਏਮਿੰਗ। ਸੋ ਹਾਂਜੀ, ਉਹਦੇ 'ਚ ਇਹ ਹੈਗਾ ਕਿ ਟ੍ਰੇਡਿੰਗ ਕਰਨ ਲਈ ਨਾ, ਪਰਮਵੀਰ ਬਾਈ ਜੀ ਮਾਈਕ ਥੋੜਾ ਬੰਦ ਕਰੋਗੇ। ਟ੍ਰੇਡਿੰਗ ਕਰਨ ਲਈ ਤੁਹਾਨੂੰ ਜਿਹੜਾ ਹੈਗਾ ਨਾ ਕਾਫੀ ਮਿਹਨਤ ਕਰਨੀ ਪੈਂਦੀ ਹੈ, ਕਾਫੀ ਮੱਥਾ ਮਾਰਨਾ ਪੈਂਦਾ, ਹਰ ਰੋਜ਼ ਟਾਈਮ ਲਾਉਣਾ ਪੈਂਦਾ, ਚੀਜ਼ਾਂ ਸਿੱਖਣੀਆਂ ਪੈਂਦੀਆਂ ਨੇਗੀਆਂ। ਬਿਟਕੋਇਨ ਜਿਹੜੀ ਹੈਗੀ ਹੈ ਇਹ ਬਹੁਤ ਵਧੀਆ ਸੇਵਿੰਗਸ ਟੈਕਨੋਲੋਜੀ ਹੈਗੀ ਹੈ। ਇਸ ਵੇਲੇ ਨਵਾਂ ਸਿਸਟਮ ਬਣ ਰਿਹਾ ਹੈਗਾ, ਤਾਂ ਇਹ ਸਮਝੋ ਕਿ ਜਿਵੇਂ ਕੋਈ ਨਵਾਂ ਸ਼ਹਿਰ ਵਸ ਰਿਹਾ ਹੈਗਾ ਤੇ ਉੱਥੇ ਪਲਾਟ ਸਸਤੇ ਮਿਲਦੇ ਨੇਗੇ ਸ਼ੁਰੂ ਦੇ ਵਿੱਚ, ਉਹ ਤੁਸੀਂ ਖਰੀਦ ਲਓ, ਆਪੇ ਉਹਨਾਂ ਦਾ ਭਾਅ ਚੜ੍ਹ ਜਾਊਗਾ। ਤੁਹਾਨੂੰ ਡੱਕਾ ਤੋੜਨ ਦੀ ਲੋੜ ਨਹੀਂ ਹੈਗੀ, ਕਿਸੇ ਗੱਲ ਨਾਲ ਕੋਈ ਮੱਥਾ ਮਾਰਨ ਦੀ ਲੋੜ ਨਹੀਂ ਹੈਗੀ। ਤੁਸੀਂ ਆਰਾਮ ਨਾਲ ਆਪਦਾ ਸ਼ਾਂਤੀ ਨਾਲ ਆਪਦੇ ਜਵਾਕ ਪਾਲੋ, ਤੇ ਇਹ ਬਿਟਕੋਇਨ ਦਾ ਸਿਸਟਮ ਹੈਗਾ, ਜੇ ਚੱਲ ਪਿਆ ਤਾਂ ਤੁਹਾਡਾ ਫਾਇਦਾ ਹੋ ਜਾਊਗਾ, ਜੇ ਨਾ ਚੱਲਿਆ ਤਾਂ ਕੋਈ ਗੱਲ ਨਹੀਂ, ਇੰਨਾ ਜ਼ਿਆਦਾ ਨਾ ਪਾਓ ਕਿ ਨੁਕਸਾਨ ਹੋਵੇ, ਠੀਕ ਹੈ ਨਾ। ਸੋ ਉਹ ਆਪਦੇ ਰਿਸਕ ਐਪੀਟਾਈਟ, ਰਿਸਕ ਪ੍ਰੋਫਾਈਲ ਦੇ ਮੁਤਾਬਕ ਤੁਸੀਂ ਦੇਖ ਲਓ। ਪਰ ਮੇਨਲੀ ਜਿਹੜਾ ਹੈਗਾ ਕਿ ਇਹ ਸੇਵਿੰਗਸ ਟੈਕਨੋਲੋਜੀ ਹੈਗੀ ਹੈ, ਤਾਂ ਕਿ ਇਨਫਲੇਸ਼ਨ ਨਾਲ ਜਿਹੜੀ ਆਪਣੀ ਬਚਤ ਕੀਤੀ ਹੋਈ ਹੈਗੀ ਹੈ ਪਰਿਵਾਰਾਂ ਦੀ, ਪੀੜ੍ਹੀਆਂ ਦੀ, ਉਹ ਖੁਰਦੀ ਜਾਂਦੀ ਹੈਗੀ ਹੈ ਜੇ ਤੁਸੀਂ ਕੈਸ਼ ਵਿੱਚ ਰੱਖੋ। ਤੇ ਉਹਦੇ ਖਾਤਰ ਇਹ ਹੱਲ ਹੈਗਾ। ਤੇ ਇਹਦੇ ਨਾਲ ਹੋਰ ਵੀ ਮੁਸ਼ਕਲਾਂ ਬਹੁਤ ਹੱਲ ਹੁੰਦੀਆਂ, ਹੋਰ ਵੀ ਮਾੜੇ ਜਿਹੜੇ ਅਸਰ ਨੇਗੇ ਇਨਫਲੇਸ਼ਨ ਸਿਸਟਮ ਦੇ, ਇਨਫਲੇਸ਼ਨਰੀ ਜਿਹੜਾ ਹੈਗਾ ਰੁਪਈਆਂ ਦਾ ਸਿਸਟਮ, ਡਾਲਰਾਂ ਦਾ ਸਿਸਟਮ, ਉਹਦੇ ਮਾੜੇ ਅਸਰ ਜਿਹੜੇ ਨੇਗੇ ਉਹਨਾਂ ਨੂੰ ਵੀ ਇਹ ਠੀਕ ਕਰਦਾ ਹੈਗਾ। ਤੇ ਇਹ ਦੇਖਦੇ ਹਾਂ ਅੱਗੇ ਜਾ ਕੇ ਵੀ ਕਿੰਨਾ ਚਿਰ ਲੱਗਦਾ ਇਹਨੂੰ ਪਾਪੂਲਰ ਹੋਣ ਤੇ ਪੂਰਾ, ਤੇ ਹੋਰ ਇਹਦੀ ਆਪਣਾ ਮੋਨੀਟਰੀ ਬੇਸ ਵਧਣ ਤੇ ਪੇਮੈਂਟ ਸਿਸਟਮਸ ਵਗੈਰਾ ਚੱਲਣ ਤੇ, ਠੀਕ ਹੈ ਨਾ। ਸੋ ਥਿੰਗਸ ਆਲ ਲੁੱਕ ਗੁੱਡ, ਸਭ ਠੀਕ ਅਸਾਰ ਦਿਖ ਰਹੇ ਨੇਗੇ। ਤੇ ਇੱਕ ਆਪਣਾ ਜਬਰਜੰਗ ਸਿੰਘ ਬਾਈ ਜੀ ਨੇ ਆਖਿਆ ਸੀਗਾ ਕਿ ਕੁਆਂਟਮ ਕੰਪਿਊਟਿੰਗ ਦਾ ਕੀ ਰਿਸਕ ਹੈਗਾ ਬਿਟਕੋਇਨ ਸਿਸਟਮ ਨੂੰ। ਸੋ ਕੁਆਂਟਮ ਕੰਪਿਊਟਿੰਗ ਦਾ ਰਿਸਕ ਹੈਗਾ ਕਿ ਜੇ ਇਸ ਵੇਲੇ ਕੁਆਂਟਮ ਕੰਪਿਊਟਰ ਕੋਈ ਬਣਾ ਲੈਂਦਾ ਹੈਗਾ, ਤਾਂ ਉਹ ਬਿਟਕੋਇਨ ਦੀ ਕ੍ਰਿਪਟੋਗ੍ਰਾਫੀ ਨੂੰ ਤੋੜ ਕੇ
ਆਪਣਾ ਜਿਵੇਂ 51% ਅਟੈਕ ਜਿਹੜਾ ਹੈਗਾ ਉਹ ਛੇਤੀ ਚਲਾ ਸਕਦੇ ਹੈਗੇ ਨੇਗੇ, ਠੀਕ ਹੈ ਨਾ। ਪਰ ਉਹਦੇ 'ਚ ਦੋ ਗੱਲਾਂ ਨੇਗੀਆਂ ਕਿ ਪਹਿਲੀ ਗੱਲ ਤਾਂ ਇਹ ਕਿ ਜੇ ਕੁਆਂਟਮ ਕੰਪਿਊਟਿੰਗ ਨਾਲ ਜਿਹੜੀ ਕ੍ਰਿਪਟੋਗ੍ਰਾਫੀ ਹੈਗੀ ਹੈ ਉਹ ਕਮਜ਼ੋਰ ਹੋ ਜਾਂਦੀ ਹੈ, ਮਤਲਬ ਕਿ ਉਹਨੂੰ ਹੱਲ ਕੀਤਾ ਜਾ ਸਕਦਾ ਛੇਤੀ ਤੇ ਤੋੜਿਆ ਜਾ ਸਕਦਾ ਹੈ, ਤਾਂ ਉਹਦੇ ਸਿਰਫ ਬਿਟਕੋਇਨ ਹੀ ਨਹੀਂ, ਸਾਰੀ ਦੁਨੀਆ ਦਾ ਇੰਟਰਨੈਟ ਨਾਲ ਜਿਹੜਾ ਸਿਸਟਮ ਚੱਲਦਾ, ਤੁਹਾਡੀ ਆਨਲਾਈਨ ਬੈਂਕਿੰਗ, ਕਮਿਊਨੀਕੇਸ਼ਨ ਸਿਸਟਮਸ, ਮਿਲਟਰੀ ਕਮਿਊਨੀਕੇਸ਼ਨ ਸਿਸਟਮਸ, ਉਹ ਸਾਰੇ ਫੇਲ ਹੋ ਜਾਣਗੇ। ਸੋ ਬਿਟਕੋਇਨ ਤੋਂ 1000 ਗੁਣਾ ਵੱਧ ਵੱਡੀ ਪ੍ਰੋਬਲਮ ਦੁਨੀਆ ਨੂੰ ਖੜੀ ਹੋ ਜਾਏਗੀ। ਦੂਜੀ ਗੱਲ ਰਹੀ ਕੁਆਂਟਮ ਕੰਪਿਊਟਰਾਂ ਦਾ, ਇਸ ਵੇਲੇ ਜਿਹੜੇ ਅੰਗਰੇਜ਼ੀ ਕਹਿੰਦਾ ਸਟੇਟ ਆਫ ਦੀ ਆਰਟ, ਕਿ ਕਿੰਨੇ ਕੁ ਤਕੜੇ ਕੁਆਂਟਮ ਕੰਪਿਊਟਰ ਇਸ ਵੇਲੇ ਬਣ ਸਕਦੇ ਨੇ। ਜਿਹੜੇ ਕੁਆਂਟਮ ਕੰਪਿਊਟਰ ਇਸ ਵੇਲੇ ਹੈਗੇ ਨੇ ਦੁਨੀਆ ਦੇ ਵਿੱਚ, ਉਹ ਬਿਲਕੁਲ ਪ੍ਰੂਫ ਆਫ ਕਾਨਸੈਪਟ ਟਾਈਪ ਹੈਗੇ ਨੇ, ਕਿ ਛੋਟੀ ਮੋਟੀ ਗੱਲ ਕਰ ਸਕਦੇ ਨੇ, ਉਹ ਵੱਡੇ ਪੱਧਰ ਤੇ ਜਿਹੜੀ ਕ੍ਰਿਪਟੋਗ੍ਰਾਫੀ ਦੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਹੱਲ ਨਹੀਂ ਕਰ ਸਕਦੇ, ਠੀਕ ਹੈ ਨਾ। ਸੋ ਇਹ ਅਗਲੇ 10-20 ਸਾਲਾਂ ਦੇ ਵਿੱਚ ਉਹਨਾਂ ਦਾ ਬਣਨ ਦਾ ਆਸਾਰ ਕੋਈ ਖਾਸ ਇੰਨੇ ਹੈ ਨਹੀਂ ਗੇ। ਇਹ ਸਾਰੇ ਬੰਦੇ, ਕਈ ਕੰਪਨੀਆਂ, ਸਟਾਰਟਅਪਸ, ਕਈ ਮਿਲਟਰੀ ਲੈਬਸ, ਕਈ ਜਿਹੜੇ ਹੈਗੇ ਨੇਗੇ ਯੂਨੀਵਰਸਿਟੀ ਦੇ ਬੰਦੇ, ਪ੍ਰੋਫੈਸਰ ਤੇ ਹੋਰ, ਉਹ ਬਹੁਤ ਟਰਾਈ ਕਰ ਰਹੇ ਨੇਗੇ, ਪਰ ਅਜੇ ਕੋਈ ਸਫਲ ਹੋ ਨਹੀਂ ਰਿਹਾ ਖਾਸ। ਬਿਲਕੁਲ ਜੀ, ਬਿਲਕੁਲ ਰਜਿੰਦਰ ਜੀ ਦੀ ਗੱਲ ਤੇ ਮੈਂ ਐਡ ਕਰਨਾ ਚਾਹੁੰਦਾ, ਕਿਉਂਕਿ ਇਹ ਥੋੜਾ ਜਿਹਾ ਮੈਂ ਬੜਾ ਕਿਊਰੀਅਸ ਹੁੰਦਾ ਇਸ ਕੁਐਸਚਨ ਤੇ ਇਸ ਟੌਪਿਕ ਤੇ। ਅਜੇ ਬਹੁਤ ਮੇਰੇ ਹਿਸਾਬ ਨਾਲ ਤਾਂ ਕਾਫੀ ਦੂਰ ਹੈਗਾ ਇਹ ਚੀਜ਼, ਬਿਕੋਜ਼ ਪਹਿਲਾਂ ਤਾਂ ਸਕੇਲਿੰਗ ਪ੍ਰੋਬਲਮ ਵੀ ਹੈਗੀ ਕੁਆਂਟਮ ਸਿਸਟਮਸ ਲਈ, ਉਹ ਸਟੇਬਲ ਨਹੀਂ ਹੈ ਇੰਨੇ ਜਿਵੇਂ ਭਾਜੀ ਨੇ ਕਿਹਾ, ਤੇ ਅਜੇ ਬਹੁਤ ਕੰਮ ਹੈ। ਪਲੱਸ ਹੁਣ ਕੁਆਂਟਮ ਕੀ ਡਿਸਟਰੀਬਿਊਸ਼ਨ ਵੀ ਹੈਗੀ ਇੱਕ ਚੀਜ਼, ਤੇ ਕੁਆਂਟਮ ਕੀ ਕਹਿੰਦੇ ਰੈਜ਼ਿਸਟੈਂਟ ਐਲਗੋਰਿਦਮਸ ਵੀ ਹੈਗੀਆਂ ਉੱਥੇ, ਇਨਕ੍ਰਿਪਸ਼ਨ ਟੈਕਨੀਕਸ ਵੀ ਹੈਗੀਆਂ, ਜਿਹੜਾ ਇਫ ਕਮ ਦੈਟ ਡੇ ਕਿ ਉਹ ਇਹੋ ਜਿਹੀ ਚੀਜ਼ ਆਉਂਦੀ ਹੈ, ਉਹਦਾ ਵੀ ਤੋੜ ਹੈਗਾ ਸੋ ਫਾਰ, ਜਿਵੇਂ ਲਿਟਰੇਚਰ 'ਚ ਲਿਖਿਆ ਹੋਇਆ ਥਿਓਰੈਟੀਕਲੀ ਸਭ ਕੁਝ ਹੈਗਾ। ਸੋ ਯਾ ਫਸਟ ਆਫ ਆਲ ਤਾਂ ਪੂਰਾ ਇਕਨੋਮਿਕ ਸਿਸਟਮ ਹੀ ਉਹਦੇ ਨਾਲ ਈ-ਕਾਮਰਸ ਇਫੈਕਟ ਹੋਣਾ ਹੈ। ਬਾਕੀ ਆਈ ਥਿੰਕ ਮੇਰੇ ਹਿਸਾਬ ਨਾਲ ਤਾਂ ਅਜੇ ਬਹੁਤ ਟਾਈਮ ਹੈ ਇੱਥੇ, 20-30 ਸਾਲ ਹੈਗੇ ਆਰਾਮ ਨਾਲ, ਈਵਨ ਮੋਰ। ਸੋ ਯਾ ਬਿਟਕੋਇਨ ਦੀ ਅਡਾਪਸ਼ਨ ਵਿੱਚ, ਤਰੁਣ ਜੀ, ਬਿਟਕੋਇਨ ਦੀ ਅਡਾਪਸ਼ਨ ਵਿੱਚ ਨਹੀਂ ਰਵਨੀਤ ਜੀ, ਮੈਂ ਕੁਆਂਟਮ ਕੰਪਿਊਟਰਸ ਰਾਈਟ, 'ਚ ਰਾਈਟ। ਉਹੀ ਮੈਂ ਕਹਿਣਾ ਸੀ, ਕਿਉਂਕਿ ਬਿਟਕੋਇਨ ਦੀ ਅਡਾਪਸ਼ਨ ਵਿੱਚ ਤੇ ਸਭ ਤੋਂ ਜ਼ਿਆਦਾ ਅਸੀਂ ਉਦੋਂ ਮੰਨਿਆ ਬਿਟਕੋਇਨ ਦੀ ਅਡਾਪਸ਼ਨ ਜਦੋਂ ਸਰਕਾਰਾਂ ਕਿਤੇ ਫੇਲ ਹੋ ਜਾਣ। ਫਿਰ ਤੁਸੀਂ ਵੇਖਦੇ ਹੋ ਕੰਟਰੀ ਜਾ ਕੇ ਇੱਕਦਮ ਲੋਕੀ ਬਿਟਕੋਇਨ ਯੂਜ਼ ਕਰਨਾ ਸ਼ੁਰੂ ਕਰ ਦਿੰਦੇ ਨੇ। ਹੁਣ ਅਫਗਾਨਿਸਤਾਨ 'ਚ ਦੌਰ ਹੈ, ਨਾਈਜੀਰੀਆ 'ਚ ਵੀ ਅਸੀਂ ਵੇਖਿਆ ਹੈ, ਲੈਬਨਾਨ 'ਚ ਵੇਖਿਆ ਹੈ, ਵੈਨੇਜ਼ੁਏਲਾ ਤੇ ਚਲੋ ਹੈ ਹੀ ਇੱਕ ਹੰਡਿਆ ਹੋਇਆ ਕੇਸ ਬਿਟਕੋਇਨ ਦਾ। ਸੋ ਜਦੋਂ ਵੀ ਸਰਕਾਰਾਂ ਫੇਲ ਹੁੰਦੀਆਂ, ਵੀ ਸੀ ਮੈਸਿਵ ਅਡਾਪਸ਼ਨ ਬਿਟਕੋਇਨ ਦੇ ਵਿੱਚ। ਤੇ ਬਸ ਉੱਥੇ ਮੈਂ ਬਸ ਐਡ ਕਰਨਾ ਚਾਹੁੰਦੀ ਸੀ ਰਿਸਕਸ ਦੇ ਵਿੱਚ, ਕਿ ਇੱਕ ਜਿਹੜਾ ਅਸੀਂ ਇਹ ਗੱਲ ਨੂੰ ਸਮਝੀਏ ਕਿ ਜੇ ਤੁਸੀਂ ਕਦੀ ਜੇ ਤੁਸੀਂ ਨਹੀਂ ਹੋ ਬਿਟਕੋਇਨ ਦੇ ਵਿੱਚ, ਤੇ ਤੁਸੀਂ ਕਦੀ ਸੁਣਿਆ ਹੋਏ ਕਿ ਓਹੋ ਬਿਟਕੋਇਨ ਹੈਕ ਹੋ ਗਿਆ, 1.2 ਮਿਲੀਅਨ ਸਕੈਮਰ ਨੇ ਬਿਟਕੋਇਨ ਹੈਕ ਕਰਕੇ ਲੈ ਲਏ, ਇੱਦਾਂ ਹੋ ਗਿਆ। ਮੈਂ ਬਸ ਇਹ ਗੱਲ ਥੋੜਾ ਡਿਫਰੈਂਸ਼ੀਏਟ ਕਰਨਾ ਚਾਹੁੰਦੀ ਸੀ, ਅੱਜ ਤੱਕ ਬਿਟਕੋਇਨ ਹੈਕ ਨਹੀਂ ਹੋਇਆ, ਨਾ ਹੀ ਬਿਟਕੋਇਨ ਦਾ ਸਿਸਟਮ ਅੱਜ ਤੱਕ ਹੈਕ ਹੋਇਆ। ਜਦੋਂ ਤੁਸੀਂ ਅਖਬਾਰਾਂ ਦੇ ਵਿੱਚ ਜਾਂ ਨਿਊਜ਼ਪੇਪਰਸ ਦੇ ਵਿੱਚ ਸੁਣਦੇ ਹੋ ਕਿ ਬਿਟਕੋਇਨ ਹੈਕ ਹੋਇਆ, ਉਹ ਯੂਜਲੀ ਐਕਸਚੇਂਜਸ ਹੈਕ ਹੁੰਦੀਆਂ ਨੇ, ਤੇ ਐਕਸਚੇਂਜਸ ਦੇ ਸਿਸਟਮ ਉਹਨਾਂ ਨੂੰ ਹੈਕ ਕਰਕੇ ਉੱਥੋਂ ਬਿਟਕੋਇਨ ਚੋਰੀ ਕਰਦੇ, ਪਰ ਬਿਟਕੋਇਨ ਦਾ ਅੱਜ ਤੱਕ ਸਿਸਟਮ ਕਦੀ ਹੈਕ ਨਹੀਂ ਹੋਇਆ। ਸੋ ਦੈਟਸ ਵੈਰੀ ਇੰਪੋਰਟੈਂਟ ਟੂ ਅੰਡਰਸਟੈਂਡ। ਤੇ ਹਾਂਜੀ ਰੁਪਿੰਦਰ ਜੀ। ਹਾਂਜੀ ਅੱਛਾ ਤੁਸੀਂ ਇਹਦੇ ਕਲੈਪਿੰਗ। ਨਹੀਂ ਮੈਂ ਆਈ ਐਗਰੀ ਵਿਦ ਯੂ ਪੁਆਇੰਟ। ਇਹਦੇ ਚ ਨਾ ਮੇਰੇ ਕੋਲ ਵੀ ਇੱਕ ਐਡ ਕਰਨ ਹੈਗੀ, ਥੋੜੀ ਜਿਹੀ ਸਟੋਰੀ ਹੈ ਮੇਰੇ ਕੋਲ ਨਾ। ਆਪਣਾ ਆ ਜਿਹੜੀ ਤੁਸੀਂ ਗੱਲ ਕਹੀ ਨਾ ਐਕਸਚੇਂਜਸ ਹੈਕ ਹੁੰਦੀਆਂ ਨੇ, ਦਿਸ ਇਜ਼ 100% ਰਾਈਟ। ਇੱਥੇ ਸਾਡੇ ਨਾ ਕੈਨੇਡਾ 'ਚ ਇੱਕ ਅੱਜ ਤੋਂ 2-3 ਸਾਲ ਪਹਿਲਾਂ ਜਦੋਂ ਆਪਣਾ ਬੂਮ ਹੋਇਆ ਨਾ ਪਹਿਲਾਂ ਬਿਟਕੋਇਨ ਦਾ, ਤੇ ਉਦੋਂ ਇੱਥੇ ਇੱਕ ਸੀਗੀ ਆਪਣਾ ਐਕਸਚੇਂਜ ਸੀ, ਕੈਨੇਡੀਅਨ ਐਕਸਚੇਂਜ ਕਾਲਡ ਕੁਆਡਰੇਗਾ ਹਾਂ CX। ਹਾਂ ਓ ਮਾਈ ਗॉड, ਉਹਨਾਂ ਦਾ ਜਿਹੜਾ ਬੰਦਾ ਸੀ ਨਾ, ਉਹ ਗਿਆ ਇੰਡੀਆ ਆਪਣਾ ਇੰਡੀਆ, ਤੇ ਇੰਡੀਆ 'ਚ ਜਾ ਕੇ ਉਹਦੀ ਕਹਿੰਦੇ ਜੀ ਡੈਥ ਹੋ ਗਈ ਉੱਥੇ। ਤੇ ਹੀ ਵਾਜ਼ ਦ ਓਨਲੀ ਵਨ ਹੈਵਿੰਗ ਦ ਪਾਸਵਰਡ ਟੂ ਦ ਕੋਲਡ ਪੂਰੇ ਵਾਲਟ, ਐਕਸਚੇਂਜ ਦਾ? ਪੂਰੇ ਐਕਸਚੇਂਜ ਦਾ। ਓ ਮਾਈ ਗॉड। ਤੇ ਜਿਨ੍ਹਾਂ ਦੇ ਲੋਕਾਂ ਦੇ ਪਏ ਸੀਗੇ ਆਪਣਾ ਐਕਸਚੇਂਜ ਤੇ ਹੀ ਲੈ ਕੇ ਛੱਡੇ ਹੋਏ ਸੀਗੇ ਬਿਟਕੋਇਨ ਵਗੈਰਾ, ਇਨਕਲੂਡਿੰਗ ਮੀ। ਓ ਮਾਈ ਤੇ ਗॉड। ਆਈ ਲਾਸਟ ਸਮ ਮਨੀ। ਮੇਰੇ ਕੋਲ ਵੀ ਪੂਰਾ ਬਿਟਕੋਇਨ ਨਹੀਂ ਸੀ ਪਿਆ, ਪਰ ਮੇਰੇ ਕੋਲ ਇਥੀਰੀਅਮ ਪਏ ਸੀਗੇ ਤੇ ਲਾਈਟਕੋਇਨ ਪਏ ਸੀ, ਤੇ ਮੈਂ ਉਹਦੇ ਤੇ ਛੱਡੀ ਰੱਖੇ। ਤੇ ਮੇਰਾ ਫਰੈਂਡ ਸੀਗਾ, ਕਹਿੰਦਾ ਤੂੰ ਪਾ ਲੈ ਵਾਲਟ 'ਚ, ਵੀ $80 ਦਾ ਵਾਲਟ ਆਉਂਦਾ। ਮੈਂ ਯਾਰ ਛੱਡ ਪਰੇ, ਮੈਂ ਕਿਹਾ ਜੁਆਇਨ ਹੀ ਮੈਂ ਤਾਂ ਕੀਤੀ ਸੀ, ਮੈਂ ਕਿਹਾ ਕੈਨੇਡੀਅਨ ਐਕਸਚੇਂਜ ਵੀ ਥੀਸ ਪੀਪਲ ਆਰ ਵੈਰੀ ਰਿਲਾਇਬਲ, ਹੈ ਨਾ, ਵੀ ਕਰ ਸਕਦੇ ਆਪਾਂ ਟਰਸਟ। ਤੇ ਉਹ ਟਰਸਟ ਤੋੜਤਾ ਉਹਨਾਂ ਨੇ, ਤੇ ਸਾਰੇ ਜਿਨ੍ਹਾਂ ਦੇ ਸੀਗੇ ਬਿਟਕੋਇਨ
ਦੇ ਲਾਸਟ ਹੈ, ਕਿਸੇ ਦੀ ਕੋਈ ਰਿਕਵਰੀ ਨਹੀਂ ਹੋਈ, ਉਹ ਬੰਦਾ ਮਰ ਗਿਆ। That's ਤੇ crazy. ਇਹ ਕਹਿੰਦੇ ਪਏ ਨੇ ਵੀ ਜਿਹੜੀ ਉਹਦੀ ਇੱਕ ਕਾਈਂਡ ਆਫ ਸਕੈਮ ਸੀਗਾ ਇਹ, ਕਹਿੰਦੇ ਵੀ ਪਾਸਵਰਡ ਉਹਨੂੰ ਪਤਾ ਹੋਣਾ ਆਪਣਾ, ਜਿਹੜੀ ਉਹਦੀ ਵਾਈਫ ਸੀਗੀ, ਤੇ ਇਹਨਾਂ ਨੇ ਪਤਾ ਨਹੀਂ ਮਰਵਾਇਆ ਪਤਾ ਨਹੀਂ ਕੀ ਕੀਤਾ, ਬਟ everybody lost more than like $400 million were lost ਉਹ in that that was a big exchange। news, that was a big news ਹਮ, ਯਾਰ, ਮੈਨੂੰ ਯਾਦ ਹੈ। ਤੇ ਮਾਊਂਟ ਗੌਕਸ ਨਾਲ ਵੀ ਤਾਂ ਇਹੀ ਹੋਇਆ ਸੀ ਆਲਮੋਸਟ। ਇਹ ਯਾ ਦੈਟਸ ਗੋਨਾ ਕੰਟੀਨਿਊ। ਮੈਂ ਤਾਂ ਕਹਿੰਦਾ ਜਿਹੜੇ ਵੱਡੇ ਵੱਡੇ ਵੀ ਹੈਗੇ, ਈਵਨ ਦੋ ਆਈ ਟਾਕ ਟੂ them and all that, ਪਰ ਤੁਸੀਂ at the end of the day ਦੇ ਤੁਹਾਡੇ ਜੇਬ 'ਚ ਤੁਹਾਡੇ ਕੋਲ ਪੈਸਾ ਹੈ, ਤੁਹਾਡੇ ਵਾਲਟ 'ਚ ਜਿੰਨਾ ਕੈਸ਼, ਇਟਸ ਲਾਈਕ ਆਲਮੋਸਟ ਲਾਈਕ ਬਿਟਕੋਇਨ। ਐਂਡ ਜੇ ਤੁਸੀਂ ਬੈਂਕ 'ਚ ਪਾਤਾ ਤੇ ਬੈਂਕ ਫੇਲ ਹੋ ਗਿਆ ਕੱਲ ਨੂੰ, ਉਹੀ ਗੱਲ ਹੋ ਗਈ ਇੱਕ ਸਿਮਿਲਰਲੀ। ਪਰ ਯਾ ਬੌਸ, ਉਹ ਤਾਂ ਸੌਰੀ ਟੂ ਹੀਅਰ ਦੈਟ, ਪਰ ਉਹ Hmm. ਬਹੁਤ ਵੱਡਾ ਹੋਇਆ ਸੀਗਾ ਨਿਊਜ਼, ਬੜੀ ਜਾਂ ਅਜੀਬ। ਉਹਦੇ ਚ ਫਿਰ, ਹਾਂਜੀ ਉਹਦੇ ਚ ਪਤਾ ਬਾਅਦ ਚੋਂ ਇਹਨਾਂ ਨੇ ਕੀ ਕੀਤਾ, ਕਹਿੰਦੇ ਵੀ ਤੁਸੀਂ ਫਾਈਲ ਕਰ ਸਕਦੇ ਹੋ ਵੀ ਕਿੰਨੇ ਤੁਹਾਡੇ ਕੀ ਕਹਿੰਦੇ ਆ ਵੀ ਕਿੰਨਾ ਵੀ ਤੁਹਾਡਾ ਅਮਾਊਂਟ ਸੀ ਪਿਆ ਉਹਦੇ ਚ। ਤੇ ਉਹਦੇ ਚ ਵੀ ਨਾ ਸ਼ੇਡੀ ਚੀਜ਼ਾਂ ਤਾਂ ਲੱਗਦੀਆਂ ਪਈਆਂ, ਵੀ ਮੈਂ ਤਾਂ ਕਹਿ ਰਿਹਾ ਵੀ ਇਹਨਾਂ ਨੇ ਝੂਠ ਵਗੈਰਾ ਬੋਲਿਆ ਲੱਗਦਾ, ਕਿਉਂਕਿ ਨਾ ਜਦੋਂ ਆਪਣਾ ਅਸੀਂ ਇਹਨਾਂ ਨੇ ਸਾਨੂੰ ਨਾ ਵੀ EY ਕੋਈ ਅਰਨਸਟ ਐਂਡ ਯੰਗ ਕਰਕੇ ਕੋਈ ਕੰਪਨੀ ਆ, ਤੇ ਉਹਨਾਂ ਨੇ ਫਿਰ ਇਹਨਾਂ ਦਾ ਟੇਕ ਓਵਰ ਕਰ ਲਿਆ ਵੀ ਅਸੀਂ ਕਰਦੇ ਹਾਂ ਹੈਲਪ, ਹੈ ਨਾ, ਕੇਸ 'ਚ। ਤੇ ਉਹਨਾਂ ਨੇ ਫਿਰ ਕੀ ਕੀਤਾ, ਉਹਨਾਂ ਨੇ ਕਿਹਾ ਵੀ ਤੁਸੀਂ ਸਾਰੇ ਆਪਣਾ ਜਿੰਨਾ ਵੀ ਤੁਹਾਡੇ ਬਿਟਕੋਇਨ ਵਗੈਰਾ ਜੋ ਵੀ ਪਿਆ ਸੀ, ਕ੍ਰਿਪਟੋ ਪਈ ਸੀਗੀ, ਤੁਸੀਂ ਸਾਨੂੰ ਫਾਈਲ ਕਰੋ, ਹੈ ਨਾ, ਵੀ ਕਿੰਨੇ ਤੁਸੀਂ ਲੂਜ਼ ਕੀਤੀ ਆ। ਤੇ ਸਭ ਨੇ ਲੌਗਇਨ ਵਗੈਰਾ ਕੀਤੇ, ਉਦੋਂ ਤੱਕ ਉਹਨਾਂ ਦੀ ਸਾਈਟ ਚੱਲ ਰਹੀ ਸੀਗੀ, ਤੇ ਪੀਪਲ ਕੁਡ ਲੌਗ ਇਨ ਤੇ ਸੀ ਹਾਊ ਮਚ ਕ੍ਰਿਪਟੋ ਦੇ ਹੈਡ। ਤੇ ਮੈਂ ਵੀ ਲੌਗਇਨ ਵਗੈਰਾ ਕਰਕੇ ਦੇਖੇ, ਤੇ ਮੇਰੇ ਵੀ ਕੁਝ ਪਏ ਸੀ, ਮੈਨੂੰ ਸਾਰਾ ਵੀ ਪੂਰੇ ਮੈਨੂੰ ਐਗਜ਼ੈਕਟਲੀ ਮੈਨੂੰ ਪਤਾ ਲੱਗ ਗਿਆ ਸੀ ਵੀ ਕਿੰਨੇ ਕਿੰਨੇ ਸੀਗੇ, ਤੇ ਮੈਂ ਫਾਈਲ ਕਰਤੇ। ਤੇ ਉਹ ਫਾਈਲ ਕਰਨ ਤੋਂ ਅਰਾਊਂਡ ਰੀਸੈਂਟਲੀ ਬੰਦ ਹੋਇਆ ਸਾਰਾ ਕੁਝ ਡ੍ਰੌਪ ਉਹਨਾਂ ਦਾ। ਵੀ ਇਹਨਾਂ ਨੇ ਕੀ ਕੀਤਾ, ਉਹਨਾਂ ਦਾ ਜਿਹੜਾ ਕੁਆਡਰੀਗਾ CX ਸੀਗੀ, ਉਹਦਾ ਡੋਮੇਨ ਟੇਕ ਓਵਰ ਕਿਸੇ ਹੋਰ ਹੈਕਰ ਨੇ ਕਰ ਲਿਆ। Wow. ਤੇ ਜਦੋਂ ਡੋਮੇਨ ਟੇਕ ਓਵਰ ਹੋ ਗਿਆ, ਤੇ ਲੋਕੀ ਉਹ ਲਿੰਕ ਤੇ ਜਾ ਰਹੇ ਸੀਗੇ ਆਪਣਾ ਭਰਨ, ਉਹਨਾਂ ਨੇ ਕੋਈ ਫੇਕ ਜਿਹਾ ਪੇਜ ਰੱਖਿਆ ਹੋਇਆ ਸੀਗਾ, ਤੇ ਉਹਦੇ ਤੇ ਤੁਸੀਂ ਆਪਣਾ ਪਾਸਵਰਡ ਵਗੈਰਾ ਭਰਦੇ ਸੀ, ਤੇ ਦੇ ਨਿਊ ਦ ਪਾਸਵਰਡ, ਤੇ ਪਤਾ ਨਹੀਂ ਇਹਨਾਂ ਨੇ ਕੁਝ ਕੀਤਾ ਨਹੀਂ ਕੀਤਾ, ਬਟ ਇਦਾਂ ਸੀ। ਤੇ ਕੁਝ ਫਾਈਲ ਫੁਲ ਕੀਤਾ, ਲੋਕੀ ਕਹਿੰਦੇ ਵੀ $5-10 ਮੈਨੂੰ ਲੱਗਦਾ ਵਾਪਸ ਕਰ ਦੇਣਗੇ, ਅਦਰਵਾਈਜ਼ ਐਵਰੀਥਿੰਗ ਇਜ਼ ਲਾਸਟ। ਤੇ ਰੁਪਿੰਦਰ, ਜਦ ਨੋ ਤੁਸੀਂ ਲੌਗਇਨ ਕਰ ਰਹੇ ਸੀ, ਤੁਹਾਨੂੰ ਅਲਾਉ ਕਰ ਰਹੇ ਸੀ ਕਿ ਦੂਸਰੇ ਐਡਰੈਸ 'ਚ ਭੇਜ ਦਿਓ ਆਪਣੇ ਨਹੀਂ ਅਮਾਉਂਟ? ਨਹੀਂ, ਉਹ ਨਹੀਂ, ਅੱਛਾ। ਸਿਰਫ ਤੁਸੀਂ ਚੈੱਕ ਕਰ ਸਕਦੇ ਸੀ ਵੀ ਤੁਹਾਡੇ ਕਿੰਨੇ ਪਏ ਸੀ। ਤੇ ਮੇਰੇ ਹਿਸਾਬ ਨਾਲ ਜੇ ਉਹਨਾਂ ਕੋਲ ਇਹ ਡੇਟਾ ਹੈਗਾ ਸੀਗਾ ਵੀ, ਹੈ ਨਾ, ਵੀ ਕਿੰਨੇ ਅਵੇਲੇਬਲ ਹੈਗੇ ਆ ਬਿਟਕੋਇਨ ਵਗੈਰਾ ਤੁਹਾਡੇ, ਤੇ ਮੇਬੀ ਦੇ ਹੈਡ ਐਕਸੈਸ, ਤੇ ਇਹਨਾਂ ਨੇ ਪਤਾ ਨਹੀਂ ਮੇਬੀ ਕਰਨਾ ਨਹੀਂ ਚਾਹੁੰਦੇ, ਸਕੈਮ ਸੀਗਾ, ਤੇ ਕਰ ਇਹਨਾਂ ਦੇ ਮਿਲੇ ਆਪ ਨਹੀਂ ਕਿਸੇ ਦੇ ਨੂੰ ਵੀ ਕੁਝ। ਹੈਕਰ, ਇਹਨਾਂ ਦੇ ਆਪ ਦੇ ਵੀ ਹੋ ਸਕਦੇ। ਆਮ ਜਸਟ ਬੀਇੰਗ ਲਿਟਲ ਕਨਸਪੀਰੇਟੋਰੀਅਲ, ਬਟ ਉਹ ਕਹਿੰਦੇ ਹੋਣੇ ਯਾਰ ਬਸ ਯਾਰ ਸਾਡਾ ਤਾਂ ਸਰਦਰਦੀ ਹੈਗੀ ਹੈ ਕਿ ਲੋਕਾਂ ਨੂੰ ਪੈਸੇ ਵਾਪਸ ਦੇਣੇ। ਇਹਦੇ 'ਚ ਨਾ ਹਾਂ ਹਾਂ, ਇਹਦੇ 'ਚ ਮੋਸਟ ਇੱਕ ਨਾ ਪ੍ਰੋਬਬਲੀ ਬਹੁਤ ਜ਼ਰੂਰੀ ਗੱਲ ਆ ਜਾਂਦੀ ਹੈ ਕਿ ਜਦੋਂ ਤੁਹਾਡਾ ਨੁਕਸਾਨ ਹੋਇਆ, ਜਦੋਂ ਐਕਸਚੇਂਜ ਹੈਕ ਹੋਈ ਜਾਂ ਤੁਹਾਡੇ ਬਿਟਕੋਇਨ ਚੋਰੀ ਕਰ ਲਏ ਗਏ, ਠੀਕ ਹੈ, ਆਮ ਤੌਰ ਤੇ ਅਦਾਲਤਾਂ ਦੇ ਵਿੱਚ ਕੈਨੇਡੀਅਨ ਡਾਲਰ ਨੂੰ ਜਾਂ ਅਮਰੀਕਨ ਡਾਲਰ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ, ਬਿਟਕੋਇਨ ਨੂੰ ਨਹੀਂ ਗਿਣਿਆ ਜਾਂਦਾ। ਸੋ ਉਹ ਕਹਿਣਗੇ ਜੀ ਹਾਂਜੀ ਤੁਹਾਡਾ 2014 ਦੇ ਵਿੱਚ ਇਹ ਨੁਕਸਾਨ ਹੋਇਆ, ਉਸ ਵੇਲੇ ਤੁਹਾਡੇ ਬਿਟਕੋਇਨ ਦੀ ਵੈਲਿਊ ਜਿਹੜੀ ਸੀਗੀ $25,000 ਸੀਗੀ, ਤੇ ਆਹ ਚੱਕੋ $25,000, ਚਾਹੇ ਉਹ ਬਿਟਕੋਇਨ ਹੁਣ $25,000 ਦੀ ਬਜਾਏ $25 ਲੱਖ ਹੋ ਚੁੱਕਿਆ ਹੋਵੇ, ਠੀਕ ਹੈ ਨਾ। ਸੋ ਇਹ ਬਹੁਤ ਨੁਕਸਾਨ ਹੁੰਦਾ ਜਦੋਂ ਤੁਸੀਂ ਐਕਸਚੇਂਜਸ ਵਗੈਰਾ ਕੋਲ ਆਪਦੇ ਬਿਟਕੋਇਨ ਛੱਡ ਦਿੰਦੇ ਹੋ, ਕਿ ਜੇ ਉੱਥੇ ਕੋਈ ਹੇਰਾਫੇਰੀ ਹੋ ਗਈ ਜਾਂ ਚੋਰੀ ਹੋ ਗਈ, ਤੇ ਤੁਹਾਨੂੰ ਡਾਲਰ ਮਿਲਣਗੇ ਵਾਪਸ ਉਸ ਤਰੀਕ ਦੇ ਮੁਤਾਬਕ, ਨਾ ਕਿ ਬਿਟਕੋਇਨ। ਪਲੱਸ ਆਲਸੋ ਇੰਸ਼ੋਰੈਂਸ ਵੀ, ਜਿਵੇਂ FDI ਇੰਸ਼ੋਰੈਂਸ ਹੈਗੀ US 'ਚ ਵੀ, ਸਾਰੇ ਪਾਸੇ ਉਹ ਵੀ ਕੁਝ ਲਿਮਿਟ ਤੱਕ ਹੀ ਕਰਦੇ ਆ, 250,000 ਜਾਂ ਸਮਥਿੰਗ। ਉਸ ਤੋਂ ਬਾਅਦ ਤਾਂ ਇਸ ਫੇਅਰ ਗੇਮ, ਉੱਥੋਂ ਰਿਕਵਰ ਕਰਨਾ ਬਹੁਤ ਮੁਸ਼ਕਲ ਹੈ। ਪਰ ਇਹ ਗੱਲ ਇਟਸ ਵੈਰੀ ਸਟ੍ਰੇਂਜ, ਮੈਂ ਸੁਣੀ ਹੈ ਕਿ ਇਕੱਲੇ ਉਸ ਬੰਦੇ ਕੋਲ ਕੀਜ਼ ਸੀਗੀਆਂ, ਕਿਉਂਕਿ ਜਿਵੇਂ ਸਾਡੀ ਵੀ ਐਕਸਚੇਂਜ ਹੈ, ਤੇ ਸਾਡੇ ਮਤਲਬ ਟੈਕ ਡਿਪਾਰਟਮੈਂਟ ਦੇ ਵਿੱਚ ਲਾਈਕ ਦਿਸ ਵੁੱਡ ਬੀ ਹੈਂਡਲਡ, ਮਤਲਬ ਬੜਾ ਸਿਸਟਮੈਟਿਕ ਤਰੀਕੇ ਦੇ ਨਾਲ ਕਿ ਕਿਵੇਂ ਉਹ ਸਾਰਾ ਹੂ ਨੋਜ਼ ਦੀ ਇਨਫੋਰਮੇਸ਼ਨ। ਤੇ ਦ ਫੈਕਟ ਕਿ ਉਹ ਇਕੱਲੇ ਬੰਦੇ ਨੂੰ ਪਤਾ ਸੀ, ਤੇ ਉਹਦੀ ਟੈਕ ਡਿਪਾਰਟਮੈਂਟ ਜਿਹੜੇ ਨੇ ਉਹ ਨਹੀਂ ਇਸ ਚੀਜ਼ ਨੂੰ ਮੈਨੇਜ ਕਰ ਰਹੇ ਸੀ, ਕਿਉਂਕਿ ਇੱਕ ਬਿਟਕੋਇਨ ਦੇ ਐਕਸਚੇਂਜਸ ਦੇ ਵਿੱਚ ਟੈਕ ਡਿਪਾਰਟਮੈਂਟਸ ਗੋ ਹੈਂਡ ਇਨ ਹੈਂਡ ਵਿਦ ਮੈਨੇਜਿੰਗ ਥੀਸ ਵਾਲੇਟਸ ਵਗੈਰਾ, ਜਿੱਥੇ ਐਕਸਚੇਂਜ ਆਪਣਾ ਪੈਸਾ ਸਟੋਰ ਕਰ ਰਿਹਾ ਹੈ, ਬਿਕੋਜ਼ ਸਾਰਾ ਇਟਸ ਆਲ ਟੈਕਨੀਕਲ ਸੈਟਅਪ। ਦ ਫੈਕਟ ਦੈਟ ਸਿਰਫ ਉਹ ਇਕੱਲੇ ਬੰਦੇ ਨੂੰ ਪਤਾ ਸੀ, ਉਹਦੀ ਟੈਕ ਟੀਮ ਵਗੈਰਾ ਨੂੰ ਨਹੀਂ ਪਤਾ ਸੀ, ਲਾਈਕ ਦੈਟ ਇਜ਼ ਵੈਰੀ ਸਟ੍ਰੇਂਜ। ਮਤਲਬ ਉਹਨੇ ਆਪ ਹੀ ਨਹੀਂ ਸ਼ੇਅਰ ਕੀਤੀ ਹੈ ਡਿਟੇਲਸ ਆਪਣੀ ਟੀਮ ਦੇ ਨਾਲ, ਉਹ ਗੱਲ ਨਹੀਂ ਮੈਨੂੰ ਸਮਝ ਆਈ। ਉਹ ਪੁਰਾਣੇ ਹਾਂਜੀ ਦਿਨਾਂ 'ਚ ਉਹਨਾਂ 'ਚ ਢਾਂਚਾ ਹੀ ਥੋੜਾ ਇਸੇ ਤਰ੍ਹਾਂ ਦਾ ਸੀਗਾ ਨਾ, ਇੱਕ ਦੋ ਬੰਦੇ ਐਕਸਚੇਂਜ ਚਲਾਉਂਦੇ ਸੀ, ਇਹ ਇਕੱਲੇ ਰਾਈਟ ਰਾਈਟ।
ਨਾਲ ਹੀ ਨਹੀਂ ਹੋਇਆ, ਇਹ ਆਪਣਾ ਮਾਊਂਟ ਗੌਕਸ ਨਾਲ ਵੀ ਹੋਇਆ, ਹੋਰ ਵੀ ਕਈਆਂ। ਰਾਈਟ। ਤੇ ਬਾਕੀ ਹੁਣ ਵੈਰੀ ਨਾ ਸੈਡ ਸਟੋਰੀ। ਇਹਨਾਂ ਦਾ ਨਾ ਹੁਣ ਰੈਡਿਟ ਚੈਨਲ ਤੇ ਸੀਗਾ, ਲੋਕਾਂ ਦਾ ਨਾ ਹੁਣ ਜਦੋਂ ਜਾ ਰਿਹਾ ਸੀ ਨਾ 60,000 ਤੱਕ ਪਹੁੰਚਿਆ, ਸਾਰੇ ਲੋਕੀ ਵਿਚਾਰੇ ਕਹਿੰਦੇ ਵੀ ਸੀ ਯਾਰ ਇੰਨਾ ਚੱਲ ਗਿਆ, ਕਾਸ਼ ਹੁੰਦਾ ਹੈ ਨਾ ਵੀ ਸਾਰਿਆਂ ਨੇ ਐਵਰੀਬਾਡੀ ਵੁੱਡ ਹੈਵ ਮੇਡ ਅ ਲੋਟ ਆਫ ਮਨੀ। ਤੇ ਉਹ ਇਹ ਗੱਲ ਹੈਗੀ ਆ ਵੀ ਹਾਂ ਇਹ ਬੜੀ ਗੰਦੀ ਮੈਨੇਜਮੈਂਟ ਸੀਗੀ ਇਹ। ਹੁਣ ਜਾਂ ਤਾਂ ਝੂਠ ਬੋਲਦੇ ਪਏ ਆ, ਮੈਨੂੰ ਤਾਂ ਝੂਠ ਹੀ ਲੱਗਦਾ ਟੂ ਬੀ ਆਨੈਸਟ, ਕਿਉਂਕਿ ਇੰਨੀ ਵੱਡੀ ਜੇ ਤੁਸੀਂ ਇੰਨੇ ਫੰਡਸ ਹੈਂਡਲ ਕਰ ਰਹੇ ਹੋ ਹਨਾ ਵੀ ਮਿਲੀਅਨਸ ਆਫ ਡਾਲਰਸ, ਤੇ ਤੁਸੀਂ ਇੱਕ ਬੰਦੇ ਕੋਲੇ ਪਾਸਵਰਡ ਛੱਡਿਆ ਹੋਇਆ, ਦੈਟਸ ਵੈਰੀ ਵੈਰੀ ਡੇਂਜਰਸ। ਬਟ ਯਾ ਦੇ ਡਿਡ ਇਟ, ਦੇ ਵੈਂਟ ਅਵੇ ਵਿਦ ਇਟ। ਅੱਗੇ ਵੀ ਹੋਣਗੇ, ਉਹੀ। ਸੌਰੀ ਹਾਂਜੀ, ਨਹੀਂ ਪਲੀਜ਼ ਬੋਲੋ। ਨਹੀਂ ਰਵਨੀ, ਮੈਂ ਜਸਟ ਕਹਿਣ ਲੱਗਾ ਸੀ ਕਿ ਅੱਗੇ ਵੀ ਫਿਊਚਰ 'ਚ ਇਹ ਕੰਟੀਨਿਊਸਲੀ ਹੋਏਗਾ, ਕਿਉਂਕਿ ਪ੍ਰੋਬਲਮ ਇਹ ਹੈ ਕਿ ਜਦ ਲੋਕੀ ਥੋੜੇ ਕਨਵੀਨੀਅੰਸ ਮੰਗਦੇ ਆ ਨਾ, ਤਾਂ ਜਦ ਤੁਸੀਂ ਕਨਵੀਨੀਅੰਸ ਦਿੰਦੇ ਹੋ ਉਹਦੀ ਕਾਸਟ ਵੀ ਹੁੰਦੀ ਹੈ ਕਨਵੀਨੀਅੰਸ ਦੀ। ਸੋ ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਕਿ ਕਨਵੀਨੀਅੰਸ ਨਾਲ ਹਮੇਸ਼ਾ ਰਿਸਕ ਅਟੈਚ ਵੀ ਹੁੰਦਾ ਹੈ। ਬਿਲਕੁਲ। ਬੜੀ ਉਹ ਮਸ਼ਹੂਰ ਕੋਟ ਹੈਗੀ ਨਾ ਨਿਕ ਜ਼ਾਬੋ ਦੀ, ਟਰਸਟਡ ਥਰਡ ਪਾਰਟੀਜ਼ ਆਰ ਸਿਕਿਉਰਿਟੀ ਹੋਲਸ। ਆਈ ਥਿੰਕ ਕਿ ਇਹ ਜਿਹੜਾ ਹੈਗਾ ਨਾ, ਜਦੋਂ ਇਫ ਯੂ ਆਰ ਹੋਲਡਿੰਗ ਪ੍ਰਾਈਵੇਟ ਕੀਜ਼ ਤੁਹਾਡਾ, ਤੇ ਤੁਸੀਂ ਆਪਣਾ ਸਾਰਾ ਕ੍ਰਿਪਟੋ ਆਪ ਮੈਨੇਜ ਕਰ ਰਹੇ ਹੋ, ਜੇ ਤੁਸੀਂ ਆਪਣੇ ਵਾਲਟ ਵਿੱਚ ਵੀ ਕਰ ਰਹੇ ਹੋ, ਆਈ ਥਿੰਕ ਇਟਸ ਅ ਵੈਰੀ ਗੁੱਡ ਪ੍ਰੈਕਟਿਸ। ਕਿ ਜਿਵੇਂ ਸਾਡਾ ਇੱਕ ਪ੍ਰੈਕਟਿਸ ਹੁੰਦੀ ਨਾ ਕਿ ਵਿਲ ਲਿਖਣੀ, ਯੂ ਡੋਂਟ ਹੈਵ ਟੂ ਗੋ ਐਸ ਫਾਰ ਐਜ਼ ਰਾਈਟਿੰਗ ਅ ਵਿਲ, ਬਟ ਜੇ ਤੁਸੀਂ ਬਹੁਤ ਸਾਰਾ ਪੈਸਾ ਸਟੋਰ ਕਰ ਰਹੇ ਹੋ ਬਿਟਕੋਇਨ ਦੇ ਵਿੱਚ ਜਾਂ ਕ੍ਰਿਪਟੋ ਦੇ ਵਿੱਚ, ਆਪਣੇ ਵਾਲਟਸ ਦੇ ਵਿੱਚ, ਜਿਹੜੇ ਤੁਸੀਂ ਸਾਰੇ ਫੁੱਲ ਕਸਟਡੀ ਲਈ ਹੋਈ ਹੈ, ਆਈ ਥਿੰਕ ਇਟ ਇਜ਼ ਅ ਗੁੱਡ ਪ੍ਰੈਕਟਿਸ ਕਿ ਤੁਸੀਂ ਉਹ ਜਿਹੜੇ ਪ੍ਰਾਈਵੇਟ ਕੀਜ਼ ਨੇ ਐਟਲੀਸਟ ਆਪਣੀ ਫੈਮਿਲੀ ਨੂੰ ਦੱਸੋ ਕਿ ਕਿੱਥੇ ਰੱਖੇ ਹੋਏ ਨੇ, ਜਾਂ ਐਟਲੀਸਟ ਪੇਪਰ ਦੇ ਉੱਤੇ ਲਿਖ ਕੇ ਉਹ ਪ੍ਰਾਈਵੇਟ ਕੀ ਉਹਨਾਂ ਨੂੰ ਇੱਕ ਮੈਂਬਰ ਨੂੰ ਦੇ ਦਿਓ ਜਿਨ੍ਹਾਂ ਨੂੰ ਤੁਸੀਂ ਟਰਸਟ ਕਰਦੇ ਹੋ, ਤੇ ਉਹ ਪੇਪਰ ਦੇ ਉੱਤੇ ਨੇ ਰੱਖਿਆ, ਬਿਕੋਜ਼ ਦਿਸ ਵਿਲ ਗੋ ਵੈਰੀ ਫਾਰ। ਬਿਕੋਜ਼ ਜਦੋਂ ਤੁਹਾਡਾ ਬੈਂਕ ਅਕਾਊਂਟਸ ਵਗੈਰਾ ਹੁੰਦੇ ਨੇ, ਇੰਸ਼ੋਰੈਂਸ, ਔਰ ਪੀਪਲ ਕੈਨ ਹੈਲਪ ਯੂ ਰਿਕਵਰ ਦੈਟ, ਬਟ ਬਿਟਕੋਇਨ ਦੇ ਵਿੱਚ ਦ ਟੈਕਨੀਕਲ ਸਾਈਡ ਆਫ ਇਟ, ਜਿਹੜੀ ਇਸ ਚੀਜ਼ ਦੀ ਸਿਕਿਉਰਿਟੀ ਹੈ, ਉਹੀ ਫਿਰ ਚੈਲੰਜ ਬਣ ਜਾਂਦਾ ਹੈ to recover it back. So I think it is important ਕਿ ਜੇ ਤੁਸੀਂ ਬਹੁਤ ਸਾਰਾ ਰੱਖ ਰਹੇ ਹੋ ਪੈਸਾ, ਤੇ to have these measurements in place. ਤੇ ਮੈਂ ਇੱਕ ਲਾਸਟ ਚੀਜ਼ ਬਸ ਕਹਿਣਾ ਚਾਹੁੰਦੀ ਸੀ, ਬਿਟਕੋਇਨ ਦੇ ਜਿਹੜੇ ਰਿਸਕਸ, ਬਿਟਕੋਇਨ ਦੇ ਨੈਟਵਰਕ ਦੇ ਜਿਹੜੇ ਰਿਸਕਸ ਨੇ, ਤੇ ਇਟਸ ਮੋਰ ਔਨ ਦੀ ਇਨਵੈਸਟਮੈਂਟ ਸਾਈਡ ਵਿਚ ਇਜ਼ ਲੈਕ ਆਫ ਨੌਲੇਜ। ਤੇ ਆਈ ਥਿੰਕ ਇਹਦੇ ਕਾਰਨ ਵੀ ਸਭ ਤੋਂ ਜ਼ਿਆਦਾ ਜਿਹੜੇ ਸਕੈਮਸ ਤੇ ਘੁਟਾਲੇ ਹੋਏ ਨੇ, ਕਿ ਜਿਹੜੀ ਵੀ ਨਵੀਂ ਆਡੀਅנס ਨੇ, ਨਵੇਂ ਲੋਕੀ ਨੇ, ਨਵੇਂ ਯੂਜ਼ਰਸ ਨੇ, ਉਹਨਾਂ ਨੂੰ ਬਿਕੋਜ਼ ਨੌਲੇਜ ਨਹੀਂ ਹੁੰਦੀ ਬਿਟਕੋਇਨ ਦੇ ਬਾਰੇ। ਸੋ ਜਿਵੇਂ ਆਈ ਸੈਡ ਅਰਲੀਅਰ ਕਿ ਬਿਟਕੋਇਨ ਕਦੀ ਹੈਕ ਨਹੀਂ ਹੋਇਆ, ਬਿਟਕੋਇਨ ਦਾ ਐਕਸਚੇਂਜਸ ਹੈਕ ਹੁੰਦੇ ਨੇ। ਇਸੇ ਪ੍ਰਕਾਰ ਬਿਟਕੋਇਨ ਦੇ ਜਿਵੇਂ ਉਹ ਕਈ ਕਿ ਬਿਟਕੋਇਨ ਪੌਂਜੀ ਸਕੀਮ ਹੈ, ਬਿਟਕੋਇਨ ਇਜ਼ ਨਾਟ ਅ ਪੌਂਜੀ ਸਕੀਮ, ਪਰ ਬਿਟਕੋਇਨ ਨੂੰ ਯੂਜ਼ ਕਰਕੇ ਪੌਂਜੀ ਸਕੀਮ ਜ਼ਰੂਰ ਚਲਾਈ ਜਾਂਦੀ ਹੈ। ਤੇ ਉਹ ਪੰਜਾਬ ਦੇ ਵਿੱਚ ਬਹੁਤ ਆਈ ਹੈ, ਇੰਡੀਆ ਵਿੱਚ ਵੀ ਬਹੁਤ ਆਈਆਂ ਨੇ ਪੌਂਜੀ ਸਕੀਮਸ ਯੂਜ਼ਿੰਗ ਬਿਟਕੋਇਨ। ਸੋ ਫਿਰ ਇਟਸ ਇੰਪੋਰਟੈਂਟ ਟੂ ਅੰਡਰਸਟੈਂਡ ਕਿ ਬਿਟਕੋਇਨ ਇਜ਼ ਨਾਟ ਅ ਪੌਂਜੀ ਸਕੀਮ, ਪਰ ਜਿਹੜਾ ਜੇ ਤੁਸੀਂ ਹੁਣ ਬਿਟਕੋਇਨ ਨੂੰ ਜਾਂ ਯੂਜ਼ਡ ਨੂੰ ਜਾਂ ਗੋਲਡ ਨੂੰ ਜਾਂ ਲੋਕਾਂ ਨੂੰ, ਯੂ ਕੈਨ ਯੂਜ਼ ਐਨੀਥਿੰਗ ਟੂ ਰਨ ਅ ਪੌਂਜੀ ਸਕੀਮ। ਤੇ ਇਹ ਜਿਹੜੀ ਲੈਕ ਆਫ ਨੌਲੇਜ ਹੁੰਦੀ ਹੈ, ਇਹਦੇ ਨਾਲ ਵੀ ਇਹ ਬਹੁਤ ਵੱਡਾ ਰਿਸਕ ਬਣ ਜਾਂਦਾ ਹੈ, ਬਿਕੋਜ਼ ਫਿਰ ਲੋਕੀ ਸਪੈਸ਼ਲੀ ਇਨ ਅ ਮਾਰਕੀਟ ਲਾਈਕ ਇੰਡੀਆ, ਲੋਕਾਂ ਕੋਲ ਜਾ ਕੇ ਉਹਨਾਂ ਨੂੰ ਕਹਿੰਦੇ ਨੇ ਕਿ ਅਸੀਂ, ਜੇ ਤੁਸੀਂ ਬਿਟਕੋਇਨ ਨਹੀਂ, ਬਿਟਕੋਇਨ ਬਹੁਤ ਟੈਕਨੀਕਲ ਹੈ, ਅਸੀਂ ਤੁਹਾਡੇ ਲਈ ਖਰੀਦਾਂਗੇ, ਅਸੀਂ ਤੁਹਾਡੇ ਲਈ ਮੈਨੇਜ ਕਰ ਲਾਂਗੇ, ਅਸੀਂ ਤੁਹਾਡੇ ਲਈ ਮਾਈਨਿੰਗ ਕਰ ਦਾਂਗੇ, ਅਸੀਂ ਸਾਰਾ ਕੁਝ ਤੁਹਾਡੇ ਲਈ ਕਰ ਲਾਂਗੇ। ਸੋ ਦੈਟਸ ਵੇਅਰ ਉਹ ਵੀ ਬਹੁਤ ਵੱਡਾ ਰਿਸਕ ਹੋ ਜਾਂਦਾ ਹੈ ਕਿ ਤੁਸੀਂ ਜੇ ਆਪਣੇ ਆਪ ਨੂੰ ਐਜੂਕੇਟ ਕਰੋ, ਯੂ ਕੈਨ ਸੀ ਕਿ ਹਾਂ ਥੋੜ੍ਹਾ ਟੈਕਨੀਕਲ ਹੈਗਾ, ਬਟ ਇਟਸ ਵਰਥ ਇਨਵੈਸਟਿੰਗ ਟਾਈਮ ਕਿ ਤੁਸੀਂ ਇਹ ਸਾਰੀ ਚੀਜ਼ਾਂ ਨੂੰ ਸਿੱਖੋ, ਤਾਂ ਕਿ ਤੁਹਾਨੂੰ ਫਿਰ ਕੋਈ ਚੀਟ ਨਹੀਂ ਕਰ ਸਕਦਾ ਪੈਸੇ ਦੇ ਮਾਮਲੇ ਦੇ ਵਿੱਚ। ਤੁਸੀਂ ਸਾਰੀ ਆਪਣੀ ਫੁੱਲ ਕਸਟਡੀ ਆਪ ਲੈ ਰਹੇ ਹੋ ਬਿਟਕੋਇਨ ਦੀ। ਸੋ ਇਹ ਵੀ ਮੈਂ ਇੱਕ ਲਾਸਟ ਪੁਆਇੰਟ ਕਹਿਣਾ ਚਾਹੁੰਦੀ ਸੀ ਰਿਸਕ ਦੇ ਉੱਤੇ। ਤੇ ਜੇ ਕਿਸੇ ਦੇ ਕੁਐਸਚਨਸ ਹੈਗੇ ਨੇ, ਆਈ ਥਿੰਕ ਨਾਓ ਵੁੱਡ ਬੀ ਅ ਗੁੱਡ ਟਾਈਮ ਕਿ ਤੁਸੀਂ ਆਪਣਾ ਹੈਂਡ ਰੇਜ਼ ਕਰਕੇ ਉੱਤੇ ਆ ਜਾਓ, ਅਦਰਵਾਈਜ਼ ਅਸੀਂ ਅੱਜ ਦਾ ਇਵੈਂਟ ਕੰਕਲੂਡ ਕਰਨੇ ਹਾਂ। ਤੇ ਆਈ ਡੋਂਟ ਥਿੰਕ ਕੋਈ ਕੁਐਸਚਨਸ ਹੈਗੇ ਨੇ। ਮੈਂ ਬਸ ਇੱਕ ਲਾਸਟ ਪੁਆਇੰਟ ਬਣਾਉਣਾ ਚਾਹੁੰਦੀ ਸੀ ਕਿ ਫਰੋਮ ਨੈਕਸਟ ਵੀਕ ਸ਼ਾਇਦ ਅਸੀਂ ਆਪਣੇ ਇਵੈਂਟਸ ਟਵਿੱਟਰ ਸਪੇਸਿਸ 'ਤੇ ਕਰਨਾ ਸ਼ੁਰੂ ਕਰ ਦਈਏ, ਜਸਟ ਬਿਕੋਜ਼ ਉੱਥੇ ਟਵਿੱਟਰ ਸਪੇਸਿਸ 'ਤੇ ਇਨਫੋਰਮੇਸ਼ਨ ਸ਼ੇਅਰ ਕਰਨਾ ਥੋੜ੍ਹੀ ਈਜ਼ੀ ਹੁੰਦੀ ਹੈ, ਕਿ ਜਿਵੇਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਅਤੇ ਨਾਲ ਹੀ ਮੈਂ ਫਿਰ ਪੋਲਸ ਵਗੈਰਾ ਪਾ ਸਕਦੀ ਹਾਂ ਟਵਿੱਟਰ ਦੇ ਉੱਤੇ, ਤੁਸੀਂ ਲਾਈਵ ਉਹਦੇ ਨਾਲ ਇੰਗੇਜ ਕਰ ਸਕਦੇ ਹੋ। ਅਤੇ ਸ਼ਾਇਦ ਅਸੀਂ ਮੋਸਟ ਲਾਈਕਲੀ ਫਰੋਮ ਨੈਕਸਟ ਵੀਕ ਅਸੀਂ ਟਵਿੱਟਰ ਸਪੇਸਿਸ 'ਤੇ ਆਪਣੇ ਇਵੈਂਟਸ ਸੇਮ ਵਾਲੇ ਸ਼ੁਰੂ ਕਰ ਦਾਂਗੇ ਰਨ ਕਰਨਾ। ਸੋ ਜੇ ਤੁਸੀਂ ਮੈਨੂੰ ਫੋਲੋ ਨਹੀਂ ਕਰ ਰਹੇ ਟਵਿੱਟਰ 'ਤੇ, ਪਲੀਜ਼ ਕਰੋ, ਤਾਂ ਕਿ ਅਸੀਂ ਵੀ ਕੈਨ ਰਿਮੇਨ ਕਨੈਕਟਿਡ। ਅਤੇ ਮੇਰੇ ਟਵਿੱਟਰ ਦੇ ਬਾਇਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਬਿਟਕੋਇਨ ਪੰਜਾਬ ਹੈਗਾ, ਅਤੇ ਉੱਥੇ ਵੀ ਤੁਸੀਂ ਬਿਟਕੋਇਨ ਪੰਜਾਬ ਨੂੰ ਵੀ ਫੋਲੋ ਮਾਰ ਸਕਦੇ ਹੋ। ਅਤੇ ਰਜਵਿੰਦਰ ਜੀ ਅਤੇ ਤਰੁਣ ਜੀ ਐਂਡ
Jabarjung ji and Rupinder ji. I don't think Rupinder ji is using his Twitter, but Rupinder ji is like, no, I'm using my Twitter every day. ਤੇ ਤੁਸੀਂ ਉਹਨਾਂ ਨੂੰ ਸਭ ਨੂੰ ਫੋਲੋ ਕਰ ਸਕਦੇ ਹੋ ਤੇ ਸਾਡੇ ਨਾਲ ਨੈਕਸਟ ਵੀਕ ਜ਼ਰੂਰ ਕਨੈਕਟ ਕਰਿਓ ਤੇ ਅਸੀਂ ਉਹਦੇ 'ਤੇ ਆਰਟੀਕਲ ਵੀ ਪਬਲਿਸ਼ ਕਰ ਦਾਂਗੇ ਇੰਗਲਿਸ਼ ਵਿੱਚ ਤੇ ਪੰਜਾਬੀ ਵਿੱਚ ਵੀ ਇਨ ਦ ਨੈਕਸਟ ਫਿਊ ਡੇਜ਼ ਤੇ ਉਦੋਂ ਤੱਕ ਗਾਇਜ਼ ਥੈਂਕ ਯੂ ਫॉर योर ਟਾਈਮ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।